हाँ जी, हाँ जी, गुड मॉर्निंग एवरीबॉडी। मॉर्निंग जी। गुड मॉर्निंग सर जी। गुड मॉर्निंग। हाँ जी, ਅੱਜ ਅਸੀਂ ਡਿਸਕਸ ਕਰਾਂਗੇ ਨੈਸ਼ਨਲ ਐਗਜ਼ਾਮੀਨੇਸ਼ਨ ਪੇਪਰ ਨੰਬਰ 4, ਜਿਹਦੇ ਵਿੱਚ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ, 2-3 ਸਬਜੈਕਟ ਪਹਿਲਾਂ ਪੜ੍ਹ ਚੁੱਕੇ ਹਾਂ, ਤੇ ਅੱਜ ਅਸੀਂ ਜਿਹੜਾ ਪੜ੍ਹ ਰਹੇ ਹਾਂ ਰਜਿਸਟ੍ਰੇਸ਼ਨ ਐਕਟ 1908। ਇਸ ਤੋਂ ਪਹਿਲਾਂ ਅਸੀਂ ਸੈਕਸ਼ਨ 34 ਤੋਂ ਪੜ੍ਹਿਆ ਸੀਗਾ, ਸੈਕਸ਼ਨ 34 ਤੋਂ ਲੈ ਕੇ 40 ਤੱਕ ਪੜ੍ਹੇ ਸੀਗੇ। ਉਹ ਅਸੀਂ ਪਹਿਲਾਂ 5 ਮਿੰਟ ਲਈ ਰਿਵਾਈਜ਼ ਕਰਾਂਗੇ, ਦੈਨ ਫਿਰ ਅਸੀਂ ਅੱਗੇ ਪੜ੍ਹਾਂਗੇ। ਸੈਕਸ਼ਨ 34 ਕੀ ਸੀਗਾ? ਦੇਖੋ, ਇੱਕ ਸਮਾਂ ਸੀਗਾ ਜਦੋਂ ਜਿਹਨੇ ਰਜਿਸਟਰੀਆਂ ਹੁੰਦੀਆਂ ਸੀਗੀਆਂ, ਉਹ ਪਾਰਟੀਆਂ ਦੇ ਸਾਈਨ ਵਗੈਰਾ ਜਿਹੜੇ ਡਾਕੂਮੈਂਟ ਰਾਈਟਰ ਸੀਗੇ ਆਪਣੇ ਆਪ ਹੀ ਕਰਵਾ ਲੈਂਦੇ ਸੀਗੇ, ਬਾਹਰ ਹੀ ਰਜਿਸਟ੍ਰੇਸ਼ਨ ਆਫਿਸ ਤੋਂ ਬਾਹਰ ਹੀ ਸਾਈਨਸ ਨੂੰ ਕਰਵਾ ਕੇ, ਤੇ ਜਿਹੜਾ ਹੈਗਾ ਸੀ ਰਜਿਸਟਰੀ ਸੀਗੀ ਸਬਮਿਟ ਕਰਦੇ ਸੀ, ਤੇ ਰਜਿਸਟਰੀ ਜਿਹੜੀ ਹੈਗੀ ਰਜਿਸਟਰਡ ਹੋ ਜਾਂਦੀ ਸੀ। ਕਈ ਵਾਰ ਕੀ ਹੁੰਦਾ ਹੈ, ਰਸ਼ ਆਫ ਵਰਕ ਦੇ ਹੋਣ ਦੇ ਕਾਰਨ ਕੁਝ ਵਿਅਕਤੀ ਮੌਕੇ 'ਤੇ ਕਈ ਵਾਰੀ ਹਾਜ਼ਰ ਹੁੰਦੇ ਸੀ, ਕੁਝ ਨਹੀਂ ਵੀ ਸੀ ਹੁੰਦੇ, ਪਰ ਹਾਜ਼ਰ ਹੋਣਾ ਸਭ ਦਾ ਜ਼ਰੂਰੀ ਹੁੰਦਾ ਸੀਗਾ। ਪਰ ਫਿਰ ਵੀ ਕੁਝ ਨਾ ਕੁਝ ਐਸੇ ਕਾਰਨ ਹੁੰਦੇ ਸੀਗੇ ਜਿਸ ਕਰਕੇ ਜਿਹੜੀ ਰਜਿਸਟਰੀਆਂ ਸੀਗੀਆਂ ਉਹਦੇ ਵਿੱਚ ਕਾਫੀ ਸਾਰੀਆਂ ਟੁੱਟੀਆਂ ਹੁੰਦੀਆਂ ਸੀਗੀਆਂ, ਜਿਸ ਕਰਕੇ ਸਰਕਾਰ ਨੂੰ ਇਹ ਦੇਖਣਾ ਪਿਆ। ਸਰਕਾਰ ਨੂੰ ਇਹ ਚੇਂਜ ਕਰਕੇ ਜਿਹੜੀ ਇਹ ਫੋਟੋਗ੍ਰਾਫੀ ਦੀ ਜਿਹੜੀ ਸਿਸਟਮ ਹੈਗੀ ਹੈ ਇਹ ਅਡਾਪਟ ਕਰਨਾ ਪਿਆ, ਤਾਂ ਕਿ ਕੋਈ ਵੀ ਵਿਅਕਤੀ ਪ੍ਰੋਪਰ ਤਰੀਕੇ ਨਾਲ ਆਫਿਸ ਆਏ ਬਗੈਰ ਕੋਈ ਰਜਿਸਟਰੀ ਡਾਕੂਮੈਂਟ ਕੋਈ ਰਜਿਸਟਰ ਨਾ ਕਰਵਾ ਪਾਵੇ। ਇਸੇ ਕਰਕੇ ਜਿਹੜਾ ਸੈਕਸ਼ਨ 34 ਹੈਗਾ, 34 ਸੈਕਸ਼ਨ 34 ਕੀ ਕਹਿੰਦਾ ਹੈਗਾ? ਇਨਕੁਆਇਰੀ ਬਿਫੋਰ ਰਜਿਸਟ੍ਰੇਸ਼ਨ ਬਾਈ ਦਾ ਰਜਿਸਟਰਿੰਗ ਆਫਿਸਰ। ਜਦੋਂ ਵੀ ਕੋਈ ਰਜਿਸਟ੍ਰੇਸ਼ਨ ਆਫਿਸ ਦੇ ਵਿੱਚ ਸਬ ਰਜਿਸਟਰਾਰ ਦੇ ਦਫ਼ਤਰ ਦੇ ਵਿੱਚ ਕੋਈ ਡਾਕੂਮੈਂਟ ਰਜਿਸਟ੍ਰੇਸ਼ਨ ਦੇ ਲਈ ਆਉਂਦਾ ਹੈ, ਤਾਂ ਸਭ ਤੋਂ ਪਹਿਲਾਂ ਰਜਿਸਟਰਿੰਗ ਆਫਿਸਰ ਨੇ ਉਹਦੀ ਇਨਕੁਆਇਰੀ ਕਰਨੀ ਹੁੰਦੀ ਹੈ ਕਿ ਇਹ ਜਿਹੜਾ ਡਾਕੂਮੈਂਟ ਹੈ, ਜਿਹੜਾ ਵਿਅਕਤੀ ਡਾਕੂਮੈਂਟ ਨੂੰ ਪ੍ਰੋਡਿਊਸ ਕਰ ਰਿਹਾ ਹੈ, ਪ੍ਰੈਜ਼ੈਂਟ ਕਰ ਰਿਹਾ ਹੈ, ਕਿ ਉਹ ਹਾਜ਼ਰ ਹੈਗਾ ਜਾਂ ਸਾਰੇ ਵਿਅਕਤੀ ਹਾਜ਼ਰ ਹੈਗੇ ਨੇ ਜਿਨ੍ਹਾਂ ਵੱਲੋਂ ਇਹ ਜਿਹੜਾ ਡਾਕੂਮੈਂਟ ਹੈ ਐਗਜ਼ੀਕਿਊਟ ਕੀਤਾ ਗਿਆ ਹੈ। ਜਿਹੜੇ ਬੰਦੇ ਰਜਿਸਟਰੀ ਕਰਵਾਉਣਾ ਚਾਹੁੰਦੇ ਨੇ, ਠੀਕ ਹੈ, ਕਿ ਸਾਰੇ ਦੇ ਸਾਰੇ ਬੰਦੇ ਹਾਜ਼ਰ ਹੈਗੇ ਨੇ, ਠੀਕ ਹੈ, ਕਿ ਇਹ ਜਿਹੜਾ ਡਾਕੂਮੈਂਟ ਹੈ ਵਿਦਨ ਟਾਈਮ ਕਿੰਨਾ ਦਿੱਤਾ ਗਿਆ? 4 ਮੰਥ ਦਾ। ਜਦੋਂ ਡਾਕੂਮੈਂਟ ਐਗਜ਼ੀਕਿਊਟ ਹੋ ਗਿਆ, ਡਾਕੂਮੈਂਟ ਐਗਜ਼ੀਕਿਊਸ਼ਨ ਹੋਣ ਤੋਂ ਬਾਅਦ, ਐਗਜ਼ੀਕਿਊਟ ਮਤਲਬ ਜਦੋਂ ਪਾਰਟੀਆਂ ਦੇ ਦੋਨੋਂ ਤਰ੍ਹਾਂ ਦੇ ਸਾਈਨ ਹੋ ਗਏ, ਠੀਕ ਹੈ, ਇਨ ਦਾ ਪ੍ਰੈਜ਼ੈਂਸ ਆਫ ਦਾ ਵਿਟਨੈਸ, ਜਦੋਂ ਸਾਰੀਆਂ ਪਾਰਟੀਆਂ ਦੇ ਸਾਈਨ ਹੋਣ ਤੋਂ ਬਾਅਦ ਤੇ ਗਵਾਹਾਂ ਦੀ ਹਾਜ਼ਰੀ ਪੈ ਗਈ, ਤਾਂ ਡਾਕੂਮੈਂਟ ਇਟ ਮੀਨਸ ਐਗਜ਼ੀਕਿਊਟ ਹੋ ਚੁੱਕਿਆ। ਜਦੋਂ ਡਾਕੂਮੈਂਟ ਐਗਜ਼ੀਕਿਊਟ ਹੋ ਗਿਆ ਤਾਂ ਉਸ ਨੂੰ 4 ਮਹੀਨੇ ਦੇ ਅੰਦਰ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਰਜਿਸਟ੍ਰੇਸ਼ਨ ਦੇ ਲਈ ਪੇਸ਼ ਕਰਨਾ ਹੁੰਦਾ ਹੈ। ਪਰ ਜੇਕਰ ਕੋਈ ਵਿਅਕਤੀ ਖੁਦ ਪੇਸ਼ ਨਾ ਹੋਵੇ ਤਾਂ ਜਿਹੜਾ ਡਾਕੂਮੈਂਟ ਹੈਗਾ 1 ਜਾਂ 2 ਬੰਦਾ ਪੇਸ਼ ਹੋ ਜਾਂਦਾ ਹੈ, ਜਾਂ ਕੋਈ ਵਿਅਕਤੀ ਪੇਸ਼ ਨਹੀਂ ਹੁੰਦੇ ਰਜਿਸਟਰਾਰ ਦੇ ਆਫਿਸ ਦੇ ਵਿੱਚ, ਡਾਕੂਮੈਂਟ ਬੇਸ਼ੱਕ ਉਹ ਪੁੱਜਦਾ ਕਰ ਦਿੰਦੇ ਆ, ਪਰ ਜਿਹੜਾ ਤਾਂ ਡਾਕੂਮੈਂਟ ਜਿਹੜਾ ਹੈਗਾ ਰਜਿਸਟਰ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਕਾਰਨ ਐਦਾਂ ਹੁੰਦਾ ਹੈ 4 ਮਹੀਨੇ ਦੇ ਅੰਦਰ ਡਾਕੂਮੈਂਟ ਪੇਸ਼ ਨਹੀਂ ਕੀਤਾ ਗਿਆ, ਕੋਈ ਰੀਜ਼ਨ ਜਿਹੜਾ ਅਨਅਵੋਇਡੇਬਲ ਸੀਗਾ, ਜਿਹੜਾ ਉਹਦੇ ਆਪਣੇ ਵੱਸ ਵਿੱਚ ਨਹੀਂ ਸੀਗਾ, ਪਾਰਟੀਆਂ ਦੇ ਹੱਥ ਵਿੱਚ ਨਹੀਂ ਸੀਗਾ ਉਸ ਡਿਲੇ ਨੂੰ ਮਤਲਬ ਕਿ ਕਵਰ ਕਰਨਾ, ਜਿਵੇਂ ਕਿ ਬਾਹਰੋਂ ਆਉਣਾ ਸੀ ਕਿਸੇ ਨੇ, ਜਾਂ ਕੋਈ ਇੱਦਾਂ ਦਾ ਰੀਜ਼ਨ ਹੋ ਗਿਆ, ਮੇਬੀ ਕੋਈ ਵੀ ਕਾਰਨ ਹੋ ਗਿਆ ਜਿਹੜਾ ਕਿ ਪਾਰਟੀਆਂ ਦੇ ਆਪਣੇ ਹੱਥ ਵਿੱਚ ਨਹੀਂ ਸੀਗਾ, ਤਾਂ ਇਹੋ ਜਿਹੇ ਕੇਸ ਦੇ ਵਿੱਚ ਜਿਹੜਾ ਡਾਕੂਮੈਂਟ ਹੈਗਾ ਉਹ 4 ਮਹੀਨਿਆਂ ਤੋਂ ਬਾਅਦ ਵੀ ਰਜਿਸਟਰ ਕੀਤਾ ਜਾ ਸਕਦਾ ਹੈ। ਪਰ ਉਸ ਕੇਸ 'ਚ ਕੀ ਹੋਏਗਾ, ਜਿਹੜੀ ਪਾਰਟੀ ਹੈਗੀ ਆ ਉਹ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਆਪਣੀ ਐਪਲੀਕੇਸ਼ਨ ਦੇਵੇਗੀ ਤੇ ਨਾਲ ਡਾਕੂਮੈਂਟ ਲਗਾਏਗੀ, ਵੀ ਰੀਜ਼ਨ ਦੱਸੇਗੀ ਵੀ ਕਿਸ ਕਾਰਨ ਕਰਕੇ ਜਿਹੜਾ ਇਹ ਡਾਕੂਮੈਂਟ ਹੈ ਵਿਦਨ ਟਾਈਮ, ਮਤਲਬ ਕਿ ਸਪੈਸੀਫਾਈਡ ਬਾਈ ਦਾ ਲਾਅ ਵਿਦਨ 4 ਮੰਥਸ ਕਿਉਂ ਨਹੀਂ ਅਸੀਂ ਪੇਸ਼ ਕਰ ਸਕੇ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਫਾਰ ਦਾ ਪਰਪਜ਼। ਤਾਂ ਉਹ ਆਪਦੀ ਜਿਹੜੀ ਐਪਲੀਕੇਸ਼ਨ ਹੈ, ਐਪਲੀਕੇਸ਼ਨ ਵਿੱਚ ਰੀਜ਼ਨ ਦੱਸਦੇ ਹੋਏ ਸਬ ਰਜਿਸਟਰਾਰ ਦੇ ਐਪਲੀਕੇਸ਼ਨ ਦੇਵੇਗੀ। ਸਬ ਰਜਿਸਟਰਾਰ ਅਗਰ ਸੈਟਿਸਫਾਈ ਹੁੰਦਾ ਹੈ ਵੀ ਵਾਕਈ ਇਹਨਾਂ ਦਾ ਜਿਹੜਾ ਰੀਜ਼ਨ ਹੈਗਾ ਇਹ ਠੀਕ ਹੈਗਾ, ਦੈਨ ਆਪਦੀ ਨੋਟਿੰਗ ਲਗਾ ਕੇ ਜਿਹੜਾ ਰਜਿਸਟਰਾਰ ਦੇ ਆਫਿਸ ਦੇ ਵਿੱਚ ਉਹ ਫਾਰਵਰਡ ਕੀਤਾ ਜਾਵੇਗਾ। ਤਾਂ ਫਿਰ ਰਜਿਸਟਰਾਰ ਵੱਲੋਂ ਕੀ ਹੋਏਗਾ? ਰਜਿਸਟਰਾਰ ਵੱਲੋਂ ਜੇਕਰ ਰਜਿਸਟਰਾਰ ਸੈਟਿਸਫਾਈ ਹੈਗਾ ਤਾਂ ਜੋ ਵੀ ਰਜਿਸਟ੍ਰੇਸ਼ਨ ਫੀਸ ਲੱਗਦੀ ਹੈ ਉਹਦਾ 10 ਟਾਈਮਸ, ਮੈਕਸੀਮਮ 10 ਟਾਈਮਸ, 5 ਟਾਈਮਸ ਹੀ, 2 ਟਾਈਮਸ ਹੀ, 3 ਟਾਈਮ, 4 ਟਾਈਮ ਫੀਸ, 6 ਟਾਈਮ ਜੋ ਵੀ ਲਗਾ ਸਕਦੇ ਆ, ਮੈਕਸੀਮਮ 10 ਟਾਈਮ ਜਿਹੜੀ ਹੈਗੀ ਆ ਉਹ ਪੈਨਲਟੀ ਮਤਲਬ ਫਾਈਨ ਲਗਾ ਕੇ ਜਿਹੜਾ ਡਾਕੂਮੈਂਟ ਹੈਗਾ ਰਜਿਸਟਰ ਕਰਨ ਦੇ ਲਈ ਦੁਬਾਰਾ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਭੇਜਿਆ ਜਾ ਸਕਦਾ ਹੈਗਾ, ਠੀਕ ਹੈ। ਇਹ ਹੈਗਾ ਸੀ ਸੈਕਸ਼ਨ 34 ਦਾ ਸਬ ਸੈਕਸ਼ਨ 1। ਸਬ ਸੈਕਸ਼ਨ 2 ਦੇ ਵਿੱਚ ਕੀ ਕਹਿ ਸਕਦੇ ਹਾਂ ਅਸੀਂ? ਸਬ ਸੈਕਸ਼ਨ 2 ਦੇ ਵਿੱਚ ਇਹ ਪ੍ਰੋਵਾਈਡਡ ਹੈਗਾ ਵੀ ਜਿਹੜੇ ਵਿਅਕਤੀ ਨੇ, ਜਿਹੜੇ ਐਗਜ਼ੀਕਿਊਟ ਕਰਨ ਵਾਲੇ ਹੈਗੇ ਰਜਿਸਟਰੀ ਜਾਂ ਕੋਈ ਵੀ ਡਾਕੂਮੈਂਟ, ਉਹ ਇੱਕ ਟਾਈਮ ਦੇ ਵਿੱਚ ਕੋਈ ਜ਼ਰੂਰੀ ਨਹੀਂ ਹੈ ਵੀ ਸਾਈਮਲਟੇਨੀਅਸਲੀ ਇਕੱਠੇ ਹਾਜ਼ਰ ਹੋਣ,
ठीक है। ਜਦੋਂ ਕੋਈ ਵਿਅਕਤੀ 2 ਜਾਂ 3 ਪਹਿਲਾਂ ਆ ਸਕਦੇ ਹੈਗੇ ਆ, ਉਹ ਪਹਿਲਾਂ ਆ ਕੇ ਜਿਹੜੀ ਆਪਣੀ ਹਾਜ਼ਰੀ ਲਗਵਾ ਸਕਦੇ ਆ, ਪਰ ਉਦੋਂ ਤੱਕ ਜਿਹੜਾ ਡਾਕੂਮੈਂਟ ਹੈਗਾ, ਜਦੋਂ ਤੱਕ ਸਾਰੇ ਵਿਅਕਤੀ ਹਾਜ਼ਰ ਨਹੀਂ ਹੋ ਜਾਂਦੇ, ਉਦੋਂ ਤੱਕ ਜਿਹੜਾ ਡਾਕੂਮੈਂਟ ਹੈ ਉਹ ਰਜਿਸਟਰ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਉਹਦੇ ਤੇ ਕੋਈ ਰਜਿਸਟ੍ਰੇਸ਼ਨ ਨੰਬਰ ਲੱਗੇਗਾ। ਠੀਕ ਹੈ। ਵਿਦਿਨ 1 ਜਾਂ 2 ਜਾਂ 3 ਟਰਮਾਂ ਦੇ ਵਿੱਚ ਵਿਅਕਤੀ ਮਤਲਬ ਕਿ ਆਪਣੀ ਹਾਜ਼ਰੀ ਲਗਵਾ ਸਕਦੇ ਹੈਗੇ ਆ। ਤਾਂ ਜਿਹੜਾ ਰਜਿਸਟਰਿੰਗ ਆਫੀਸਰ ਹੈਗਾ ਉਹ ਸੈਟੀਸਫਾਈ ਹੋਏਗਾ, ਕੀ ਹੋਏਗਾ, ਅਬਾਊਟ ਦਾ ਪਰਸਨ, ਕਿ ਜਿਹੜਾ ਵਿਅਕਤੀ ਰਜਿਸਟਰੀ ਕਰਾਉਣ ਦੇ ਲਈ ਆਇਆ ਹੈਗਾ ਕਿ ਉਹ ਠੀਕ ਹੈਗਾ, ਉਹ ਖੁਦ ਹੈਗਾ ਉਹਦੇ ਬਾਰੇ ਵਿੱਚ, ਜਾਂ ਫਿਰ ਉਹਦਾ ਕੋਈ ਏਜੰਟ ਆਇਆ ਹੈ। ਠੀਕ ਹੈ। ਏਜੰਟ ਆਇਆ, ਉਹਦੇ ਕੋਲ ਪ੍ਰੋਪਰ ਅਥਾਰਟੀ ਹੈਗੀ ਹੈ, ਉਹਦੀ ਅਥਾਰਟੀ ਚੈੱਕ ਕਰੇਗਾ ਕਿ ਬਾਕੀ ਉਹ ਬੰਦਾ ਵਿਅਕਤੀ ਹੈਗਾ ਜਿਹੜਾ ਉਹਨੂੰ ਅਥਾਰਟੀ ਪ੍ਰੋਪਰ ਦਿੱਤੀ ਗਈ ਹੈਗੀ ਹੈ। ਇਹ ਜਿਹੜੀਆਂ ਗੱਲਾਂ ਹੈਗੀਆਂ ਨੇ, ਇਹ ਸੈਟੀਸਫਾਈ ਹਿਮਸੈਲਫ ਸੈਟੀਸਫਾਈ ਹੋਏਗਾ ਰੈਵਨਿਊ ਆਫੀਸਰ, ਜਾਣੀ ਕਿ ਸਬ ਰਜਿਸਟਰਾਰ। ਐਪਲੀਕੇਸ਼ਨ ਇਫ ਐਨੀ, ਦੂਜੇ ਗੱਲ 'ਚ ਆਪਾਂ ਗੱਲ ਕਰ ਚੁੱਕੇ ਹਾਂ ਵੀ ਜੇ ਕੋਈ ਅਰਜ਼ੀ ਦੇਣੀ ਹੁੰਦੀ ਹੈ ਇੱਦਾਂ ਦੀ ਜਿੱਥੇ ਜਿਹੜਾ ਸਮਾਂ ਨਿਕਲ ਚੁੱਕਿਆ ਹੈਗਾ, ਉਹ ਆਪਾਂ ਗੱਲ ਪਹਿਲੇ ਮੈਂ ਦੱਸ ਚੁੱਕਿਆ ਤੁਹਾਨੂੰ, ਜੋ ਸਬ ਰਜਿਸਟਰਾਰ ਦੇ ਆਫਿਸ 'ਚ ਅਰਜ਼ੀ ਹੈਗੀ, ਸਬ ਸੈਕਸ਼ਨ 4 ਦੇ ਵਿੱਚ ਪ੍ਰੋਵਾਈਡਡ ਹੈਗਾ। ਜੇ ਤੁਹਾਨੂੰ ਕੋਈ ਇੱਦਾਂ ਦੀ ਗੱਲ ਆ ਜਾਂਦਾ ਹੈ, ਕੁਐਸਚਨ ਇੱਦਾਂ ਦਾ ਆ ਜਾਂਦਾ ਵੀ ਜੇ ਕੋਈ ਸਮੇਂ ਦੇ ਅੰਦਰ ਕੋਈ ਵਿਅਕਤੀ ਆਪਣਾ ਡਾਕੂਮੈਂਟ ਰਜਿਸਟਰ ਕਰਾਉਣ ਦੇ ਲਈ ਅਰਜ਼ੀ ਨਾ ਦੇ ਸਕੇ ਤਾਂ ਅਰਜ਼ੀ ਕਿੱਥੇ ਦਿੱਤੀ ਜਾਏਗੀ, ਤਾਂ ਤੁਸੀਂ ਜਿਹੜੀ ਸੈਕਸ਼ਨ ਹੈਗੀ 34 ਦੀ 4 ਨੂੰ ਡੀਲ ਕਰਨਾ ਹੈਗਾ। ਅਰਜ਼ੀ ਦਿੱਤੀ ਜਾਏਗੀ ਸਬ ਰਜਿਸਟਰਾਰ ਦੇ ਆਫਿਸ 'ਚ, ਦੈਨ ਫਾਰਵਰਡ ਕੀਤੀ ਜਾਏਗੀ ਰਜਿਸਟਰਾਰ ਦੇ ਆਫਿਸ 'ਚ, ਰਜਿਸਟਰਾਰ ਦੇ ਆਫਿਸ ਤੋਂ ਮਤਲਬ ਕਿ ਆਰਡਰ ਹੋ ਕੇ ਫਿਰ ਉਹ ਦੁਬਾਰਾ ਆਏਗੀ ਸਬ ਰਜਿਸਟਰਾਰ ਦੇ ਆਫਿਸ, ਉੱਥੇ ਆ ਕੇ ਜਿਹੜਾ ਵਸੀਕਾ ਹੈਗਾ ਡਾਕੂਮੈਂਟ ਹੈ ਰਜਿਸਟਰ ਕੀਤਾ ਜਾਵੇਗਾ। ਦੈਨ ਸੈਕਸ਼ਨ 35 ਪੜਿਆ ਸੀ, ਪ੍ਰੋਸੀਜਰਸ ਔਨ ਦਾ ਐਡਮਿਸ਼ਨ ਐਂਡ ਡਿਨਾਇਲ ਆਫ ਦਾ ਐਗਜ਼ੀਕਿਊਸ਼ਨ। ਜੇ ਕੋਈ ਵਿਅਕਤੀ ਡਾਕੂਮੈਂਟ ਰਜਿਸਟ੍ਰੇਸ਼ਨ ਕਰਨ ਦੇ ਲਈ ਸਬ ਰਜਿਸਟਰਾਰ ਦੇ ਆਫਿਸ ਪੇਸ਼ ਹੁੰਦਾ ਹੈ, ਠੀਕ ਹੈ, ਜਾਂ ਤਾਂ ਉਹ ਐਡਮਿਟ ਕਰੇਗਾ ਵੀ ਹਾਂ ਇਹ ਸਾਈਨ ਮੇਰੇ ਕੀਤੇ ਹੋਏ ਇਹ ਡਾਕੂਮੈਂਟ ਮੈਂ ਰਜਿਸਟਰੀ ਕਰਵਾਉਣੀ ਚਾਹੁੰਦਾ, ਤੇ ਜਾਂ ਫਿਰ ਉਹ ਡਿਨਾਈ ਕਰ ਸਕਦਾ ਹੈ ਵੀ ਨਹੀਂ ਬੇਸ਼ੱਕ ਮੇਰੇ ਸਾਈਨ ਹੈਗੇ ਨੇ ਪਰ ਮੈਂ ਡਾਕੂਮੈਂਟ ਰਜਿਸਟਰਡ ਨਹੀਂ ਕਰਵਾਉਣਾ ਚਾਹੁੰਦਾ। ਠੀਕ ਹੈ। ਅਜਿਹੇ ਕੇਸਾਂ 'ਚ ਕੀ ਹੋਏਗਾ, ਸਬਸੈਕਸ਼ਨ 1 ਕੀ ਕਹਿੰਦਾ ਹੈ, ਸਬਸੈਕਸ਼ਨ 1 ਦੀ ਕਲੌਜ਼ A ਕਹਿੰਦੀ ਹੈ, ਇਫ ਐਗਜ਼ੀਕਿਊਟਿੰਗ ਪਰਸਨ ਅਪੀਅਰਸ ਪਰਸਨਲੀ ਐਂਡ ਐਡਮਿਟਸ, ਖੁਦ ਪੇਸ਼ ਹੁੰਦਾ ਹੈ ਤੇ ਐਡਮਿਟ ਕਰਦਾ ਹੈ। ਜਾਂ ਫਿਰ B ਕਲੌਜ਼ ਦੇ ਵਿੱਚ ਕੀ ਹੈਗਾ, ਜਾਂ ਉਹਦਾ ਕੋਈ ਰਿਪਰੈਜ਼ੈਂਟ ਜਾਂ ਕੋਈ ਉਹਦਾ ਏਜੰਟ ਜਾਂ ਕੋਈ ਉਹਦਾ ਮਤਲਬ ਕਿ ਉਹਦੇ ਵੱਲੋਂ ਕੋਈ ਅਥੋਰਾਈਜ਼ਡ ਪਰਸਨ ਉਹ ਵੀ ਪੇਸ਼ ਹੁੰਦਾ ਤੇ ਐਡਮਿਟ ਕਰਦਾ ਹੈ। ਠੀਕ ਹੈ। ਜਾਂ ਫਿਰ ਕੋਈ ਪਰਸਨ ਆਪਦੀ ਖੁਦ ਡੈਥ ਹੋ ਚੁੱਕੀ ਹੋਵੇ, ਉਹਦਾ ਕੋਈ ਵਾਰਸ ਆਂਦਾ ਹੈ, ਉਹਦੇ ਵਾਰਸ ਆ ਕੇ ਜਿਹੜੇ ਲੀਗਲ ਹੇਅਰਸ ਹੈਗੇ ਜਿਨ੍ਹਾਂ ਕੋਲ ਅਥਾਰਟੀ ਹੈਗੀ ਹੈ, ਠੀਕ ਹੈ, ਚਾਹੇ ਸਾਰੇ ਲੀਗਲ ਹੇਅਰਸ ਹਨ, ਚਾਹੇ ਸਾਰੇ ਲੀਗਲ ਹੇਅਰਸ ਵੱਲੋਂ ਕੋਈ ਪਾਵਰ ਟੌਰੀ ਦਿੱਤੀ ਗਈ ਹੋਵੇ, ਕਿਸੇ ਇੱਕ ਨੂੰ ਦਿੱਤੀ ਗਈ ਹੋਵੇ ਜਾਂ ਕਿਸੇ ਦੋ ਨੂੰ ਦਿੱਤੀ ਗਈ ਹੋਵੇ, ਉਹ ਆ ਕੇ ਪੇਸ਼ ਹੋਣ ਤੇ ਆਪਣਾ ਡਾਕੂਮੈਂਟ ਜਿਹੜਾ ਪੇਸ਼ ਕੀਤਾ ਹੋਇਆ ਉਹ ਐਡਮਿਟ ਕਰਨ ਵੀ ਹਾਂ ਇਹ ਜਿਹੜਾ ਡਾਕੂਮੈਂਟ ਹੈ ਅਸੀਂ ਰਜਿਸਟਰ ਕਰਵਾਉਣਾ ਚਾਹੁੰਦੇ ਹਾਂ। ਤਾਂ ਕੀ ਹੋਏਗਾ, ਤਾਂ ਰਜਿਸਟਰਿੰਗ ਆਫਿਸਰ ਸ਼ੈਲ ਰਜਿਸਟਰ ਦਾ ਡਾਕੂਮੈਂਟ। ਫਿਰ ਅੰਡਰ ਸੈਕਸ਼ਨ 58 ਤੋਂ 61 ਤੱਕ ਦੀਆਂ ਜਿਹੜੀਆਂ ਪ੍ਰੋਵੀਜ਼ਨਸ ਹੈਗੀਆਂ ਨੇ, ਉਹਨਾਂ ਪ੍ਰੋਵੀਜ਼ਨਾਂ ਦੇ ਤਹਿਤ ਜਿਹੜਾ ਡਾਕੂਮੈਂਟ ਹੈਗਾ ਉਹ ਸਬ ਰਜਿਸਟਰਾਰ ਵੱਲੋਂ ਰਜਿਸਟਰ ਕਰ ਦਿੱਤਾ ਜਾਵੇਗਾ। ਫਿਰ 35 ਦੀ ਸਬ ਸੈਕਸ਼ਨ 2 ਦੇ ਵਿੱਚ ਕੀ ਹੈਗਾ, ਰਜਿਸਟਰਿੰਗ ਆਫਿਸਰ ਮੇ ਟੂ ਸੈਟੀਸਫਾਈ ਹਿਮਸੈਲਫ ਕੈਨ ਐਗਜ਼ਾਮਿਨ ਐਨੀ ਪਰਸਨ ਇਨ ਹਿਜ਼ ਆਫਿਸ। ਜਦੋਂ ਕੋਈ ਡਾਕੂਮੈਂਟ ਸਬ ਰਜਿਸਟਰਾਰ ਦੀ ਜਾਂ ਜੁਆਇੰਟ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਰਜਿਸਟ੍ਰੇਸ਼ਨ ਦੇ ਮਕਸਦ ਲਈ ਆਂਦਾ ਹੈ ਤਾਂ ਆਪਦੇ ਆਪ ਦੀ ਤਸੱਲੀ ਕਰਨ ਦੇ ਲਈ ਉਸ ਡਾਕੂਮੈਂਟ ਦੇ ਰਿਗਾਰਡਿੰਗ ਵੀ ਕਿ ਇਹ ਡਾਕੂਮੈਂਟ ਸਹੀ ਹੈ ਜਾਂ ਗਲਤ ਹੈ, ਕਿ ਬੰਦੇ ਇਹ ਸਹੀ ਨੇ ਜਾਂ ਗਲਤ ਨੇ, ਠੀਕ ਹੈ, ਪ੍ਰੋਪਰ ਡਾਕੂਮੈਂਟ ਹੈ ਜਾਂ ਨਹੀਂ ਹੈਗਾ, ਤਾਂ ਆਪਦੀ ਸੈਟੀਸਫੈਕਸ਼ਨ ਦੇ ਲਈ ਕਿਸੇ ਵੀ ਵਿਅਕਤੀ ਨੂੰ ਉਹਨਾਂ ਦੇ ਵਿੱਚੋਂ ਜਿਹੜੇ ਹਾਜ਼ਰ ਆਏ ਨੇ, ਠੀਕ ਹੈ, ਆਪਣੇ ਆਫਿਸ ਦੇ ਵਿੱਚ ਸੈਪਰੇਟ ਤੌਰ ਤੇ ਜਾਂ ਓਪਨ ਦੇ ਵਿੱਚ ਬੁਲਾ ਕੇ ਪੁੱਛ ਸਕਦਾ ਹੈਗਾ, ਉਹਦੀ ਐਗਜ਼ਾਮਿਨ ਕਰ ਸਕਦਾ, ਉਸਦੀ ਸਟੇਟਮੈਂਟ ਲੈ ਸਕਦਾ ਹੈ। ਕੰਸਰਨਡ ਜਿਹੜਾ ਸਬ ਰਜਿਸਟਰਾਰ ਆਫਿਸਰ ਹੈਗਾ ਉਹ ਕਿਸੇ ਵੀ ਵਿਅਕਤੀ ਦੀ ਜਿਹੜੀ ਸਟੇਟਮੈਂਟ ਹੈ ਵੱਖਰੇ ਤੌਰ ਤੇ ਜਾਂ ਓਪਨ ਕੋਰਟ ਦੇ ਵਿੱਚ ਲੈ ਸਕਦਾ ਹੈ ਆਪਣੀ ਤਸੱਲੀ ਦੀ ਖਾਤਰ। ਅੱਗੇ ਸਬ ਸੈਕਸ਼ਨ 3 ਦੇ ਵਿੱਚ ਕੀ ਹੈਗਾ, ਸੈਕਸ਼ਨ 35 ਸਬ ਸੈਕਸ਼ਨ 3 ਇਫ ਐਨੀ ਪਰਸਨ ਡਿਨਾਈਜ਼ ਐਗਜ਼ੀਕਿਊਸ਼ਨ। ਜੇ ਕੋਈ ਵਿਅਕਤੀ ਆ ਕੇ ਹਾਜ਼ਰ ਹੋ ਕੇ ਕਹਿੰਦਾ ਵੀ ਨਹੀਂ ਮੈਂ ਇਹ ਐਗਜ਼ੀਕਿਊਸ਼ਨ ਨਹੀਂ ਕੀਤੀ ਜਾਂ ਦਸਤਖਤ ਨਹੀਂ ਕੀਤੇ, ਜੇ ਬੇਸ਼ੱਕ ਮੈਂ ਦਸਤਖਤ ਵੀ ਕੀਤੇ ਨੇ ਪਰ ਮੈਂ ਇਹ ਵਸੀਕਾ ਰਜਿਸਟਰ ਨਹੀਂ ਕਰਵਾਉਣਾ ਚਾਹੁੰਦਾ, ਠੀਕ ਹੈ, ਜਾਂ ਫਿਰ ਕੋਈ ਮਾਈਨਰ ਹੁੰਦਾ ਹੈ, ਡਾਕੂਮੈਂਟ ਪੇਸ਼ ਹੁੰਦਾ ਹੈ, ਮਾਈਨਰ ਵੱਲੋਂ ਰਜਿਸਟਰੀ ਹੋ ਰਹੀ ਹੁੰਦੀ ਹੈ, ਠੀਕ ਹੈ, ਜਾਂ ਫਿਰ ਕੋਈ ਇਡੀਟ ਹੁੰਦਾ ਹੈ ਪਾਗਲ, ਜਾਂ ਕੋਈ ਲੂਨੈਟਿਕ ਹੁੰਦਾ ਹੈ, ਠੀਕ ਹੈ, ਜਿਹਨੂੰ ਕੋਈ ਸਮਝ ਨਹੀਂ ਹੈ, ਡਾਕੂਮੈਂਟ ਰਜਿਸਟਰ ਕਰਨ ਵਾਲਾ ਵਿਅਕਤੀ ਜਾਂ ਤਾਂ ਆਪ ਆ ਕੇ ਡਿਨਾਈ ਕਰਦਾ ਹੈ ਵੀ ਮੈਂ ਡਾਕੂਮੈਂਟ ਰਜਿਸਟਰ ਨਹੀਂ ਕਰਵਾਉਣਾ, ਜਾਂ ਮੇਰੇ ਦਸਤਖਤ ਨਹੀਂ ਹੈ, ਜਾਂ ਮੇਰੇ ਦਸਤਖਤ ਬੇਸ਼ੱਕ ਧੱਕੇ ਨਾਲ ਕਰਵਾ ਲਏ ਕਿਸੇ ਨੇ ਪਰ ਮੈਂ ਡਾਕੂਮੈਂਟ ਰਜਿਸਟਰ ਨਹੀਂ ਕਰਵਾਉਣਾ, ਮੈਂ ਰਜਿਸਟਰੀ ਨਹੀਂ ਕਰਵਾਉਣੀ, ਜਾਂ ਕੋਈ ਜਿਹੜਾ ਡਾਕੂਮੈਂਟ ਪੇਸ਼ ਹੋਣ ਵਾਲਾ ਵਿਅਕਤੀ ਹੈ ਉਹ ਮਾਈਨਰ ਹੈ ਜਾਂ ਇਡੀਅਟ ਹੈ ਜਾਂ ਲੂਨੈਟਿਕ ਹੈ, ਜਾਂ ਜਿਹੜਾ ਬੰਦਾ ਦੀ ਡੈਥ ਹੋ ਚੁੱਕੀ ਹੈ ਉਹਦਾ ਜੇ ਕੋਈ ਵਾਰਸ ਆਇਆ, ਜਿਹੜੇ ਉਹਦੇ ਵਾਰਸ ਨੇ ਉਹ ਡਿਨਾਈ ਕਰਦੇ ਨੇ ਵੀ ਨਹੀਂ ਇਹ ਰਜਿਸਟਰੀ ਅਸੀਂ ਨਹੀਂ ਕਰਨੀ, ਇੱਕ ਸਾਡੇ ਸਾਈਨ ਹੋ ਗਏ ਇਹ ਡਾਕੂਮੈਂਟ ਗਲਤ ਹੈ ਅਸੀਂ ਰਜਿਸਟਰ ਨਹੀਂ ਕਰਵਾਉਣਾ ਹੈਗਾ, ਤਾਂ ਜਿਹੜਾ ਰਜਿਸਟਰਿੰਗ ਆਫਿਸਰ ਹੈਗਾ
ਰਜਿਸਟਰਿੰਗ ਆਫਿਸਰ ਸ਼ੈਲ ਰਿਫਿਊਜ਼ ਟੂ ਰਜਿਸਟਰ। ਬੇਸ਼ੱਕ ਡਾਕੂਮੈਂਟ ਬਾਹਰੋਂ ਲਿਖ ਕੇ ਆ ਗਿਆ ਤਾਂ ਜਿਹੜਾ ਆਫਿਸਰ ਹੈਗਾ ਉਸ ਡਾਕੂਮੈਂਟ ਨੂੰ ਰਜਿਸਟਰ ਨਹੀਂ ਕਰੇਗਾ। ਠੀਕ ਹੈ ਜੀ। ਨੈਕਸਟ ਹੈਗਾ ਪਾਰਟ 7 ਇਨਫੋਰਸਿੰਗ ਦ ਅਪੀਅਰੈਂਸ ਆਫ ਦ ਐਗਜ਼ੀਕਿਊਟੈਂਟਸ ਐਂਡ ਵਿਟਨੈਸਸ। ਯਾਨੀ ਕਿ ਇਹਦੇ ਵਿੱਚ ਕਿਹਾ ਗਿਆ ਵੀ ਰਜਿਸਟਰਿੰਗ ਆਫਿਸਰ ਹੈ ਜਿਹੜਾ ਉਹ ਕਿਸੇ ਵੀ ਵਿਅਕਤੀ ਨੂੰ, ਕਿਸੇ ਵਿਅਕਤੀ ਕੌਣ, ਜਿਹੜਾ ਐਗਜ਼ੀਕਿਊਟ ਕਰਨ ਵਾਲਾ ਹੈ, ਜਿਹੜਾ ਰਜਿਸਟਰੀ ਕਰਵਾਉਣ ਵਾਲਾ ਹੈ, ਜਾਂ ਉਹਦਾ ਕੋਈ ਗਵਾਹ ਹੈਗਾ, ਠੀਕ ਹੈ, ਉਹਨੂੰ ਅਪੀਅਰ ਹੋਣ ਦੇ ਲਈ ਇਨਫੋਰਸ ਕਰ ਸਕਦਾ ਹੈ। ਮਤਲਬ ਕਿ ਉਹਨੂੰ ਸਮਨ ਭੇਜਿਆ ਜਾ ਸਕਦਾ, ਨੋਟਿਸ ਭੇਜਿਆ ਜਾ ਸਕਦਾ ਹੈ ਵੀ ਮੇਰੇ ਆਫਿਸ ਦੇ ਵਿੱਚ ਇੰਨੀ ਤਰੀਕ ਨੂੰ ਇੰਨੇ ਵਜੇ ਤੁਸੀਂ ਆ ਕੇ ਪੇਸ਼ ਹੋਣਾ ਹੈ। ਉਹਦੇ ਰਿਗਾਰਡਿੰਗ ਜਿਸ ਦੀ ਵੀ ਰਿਗਾਰਡਿੰਗ ਦੇ ਮਤਲਬ ਕਿ ਉਹਨੇ ਕੋਈ ਪੁੱਛਿਸ਼ ਕਰਨੀ ਹੈ, ਉਹਦੇ ਲਈ ਕਿਸੇ ਵੀ ਵਿਟਨੈਸ ਨੂੰ ਜਾਂ ਕਿਸੇ ਵੀ ਐਗਜ਼ੀਕਿਊਟਰ ਨੂੰ ਜਿਨ ਕੇ ਸਬ ਰਜਿਸਟਰਾਰ ਵੱਲੋਂ ਸਮਨ ਭੇਜ ਕੇ ਬੁਲਾਇਆ ਜਾ ਸਕਦਾ ਹੈਗਾ। ਇਹਦੇ ਵਿੱਚ ਕੀ ਹੈ ਸੈਕਸ਼ਨ 36 ਵੇਅਰ ਅਪੀਅਰੈਂਸ ਆਫ ਦ ਐਗਜ਼ੀਕਿਊਟੈਂਟਸ ਐਂਡ ਵਿਟਨੈਸ ਡਿਜ਼ਾਇਰ the registering officer may call upon the issue summons to the officer to appear in person or by a agent time or place। ਉਸ ਵਿਅਕਤੀ ਨੂੰ ਸਮਨ ਭੇਜਿਆ ਜਾ ਸਕਦਾ ਹੈ, ਕਿਸੇ ਆਫਿਸਰ ਰਾਹੀਂ ਭੇਜਿਆ ਜਾ ਸਕਦਾ ਹੈ, ਕਿਸੇ ਕੰਸਰਨ ਜਿੱਥੇ ਕੋਈ ਬੰਦਾ ਵਿਅਕਤੀ ਰਹਿੰਦਾ ਹੋਵੇ ਉਸ ਜਿਹੜੀ ਏਰੀਆ ਦੀ ਜਿਹੜੀ ਕੋਰਟ ਹੈਗੀ ਹੈ, ਉਸ ਏਰੀਆ ਦਾ ਜਿਹੜਾ ਤਹਿਸੀਲਦਾਰ ਹੈ ਜਾਂ ਨਾਇਬ ਤਹਿਸੀਲਦਾਰ ਹੈ, ਠੀਕ ਹੈ, ਉਸ ਦੇ ਰਾਹੀਂ ਜਿਹੜਾ ਸਮਨ ਭੇਜਿਆ ਜਾ ਸਕਦਾ ਹੈ ਕਿਸੇ ਵੀ ਵਿਅਕਤੀ ਨੂੰ। ਉਹਨੂੰ ਕਿਹਾ ਜਾ ਸਕਦਾ ਵੀ ਤੁਸੀਂ ਇਨ ਪਰਸਨ ਪੇਸ਼ ਹੋਣਾ ਹੈ, ਜਾਂ ਤੁਸੀਂ ਆਪਦਾ ਕਿਸੇ ਏਜੰਟ ਰਾਹੀਂ ਵੀ ਭੇਜ ਸਕਦੇ ਹੋ, ਜਾਂ ਕਿਸੇ ਆਪਣੇ ਪਰਸਨ ਨੂੰ ਅਥੋਰਾਈਜ਼ ਕਰਕੇ ਵੀ ਭੇਜ ਸਕਦੇ ਹੋ। ਇਹ ਆਫਿਸਰ ਨੇ ਦੇਖਣਾ ਹੈ ਕਿ ਉਹਨੂੰ ਪਰਸਨਲੀ ਬੁਲਾਉਣਾ ਹੈ ਜਾਂ ਉਹ ਏਜੰਟ ਵੀ ਭੇਜ ਸਕਦਾ ਆਪਣਾ, ਠੀਕ ਹੈ, ਕਿਸ ਟਾਈਮ ਤੇ ਕਿਸ ਜਗ੍ਹਾ ਤੇ ਉਹਨੇ ਪੇਸ਼ ਹੋਣਾ ਹੈ, ਤੇ ਇਹ ਸਾਰਾ ਸੰਬੰਧ ਦੇ ਵਿੱਚ ਜਿਹੜਾ ਹੈਗਾ ਸਪੈਸੀਫਾਈ ਕੀਤਾ ਜਾਏਗਾ ਸਬ ਰਜਿਸਟਰ ਆਫਿਸ ਵੱਲੋਂ ਜਾਂ ਰਜਿਸਟਰਿੰਗ ਆਫਿਸਰ ਜਿਹਨੂੰ ਆਪਾਂ ਗੱਲ ਕਹਿ ਲਈਏ। ਠੀਕ ਹੈ, 36 ਸੈਕਸ਼ਨ ਦੇ ਵਿੱਚ ਹੈਗਾ ਪ੍ਰੋਵੀਜ਼ਨ ਦਿੱਤੀ ਹੈ ਕਿ ਕੋਈ ਵੀ ਜਿਹੜਾ ਰਜਿਸਟਰਿੰਗ ਆਫਿਸਰ ਹੈ ਕਿਸੇ ਵੀ ਵਿਅਕਤੀ ਨੂੰ ਡਾਕੂਮੈਂਟ ਰਜਿਸਟਰ ਕਰਨ ਤੋਂ ਪਹਿਲਾਂ, ਠੀਕ ਹੈ, ਮੇਬੀ ਡਾਕੂਮੈਂਟ ਪੇਸ਼ ਹੋਇਆ ਸੀਗਾ, ਡਾਕੂਮੈਂਟ ਸਬ ਰਜਿਸਟਰਾਰ ਨੇ ਰਜਿਸਟਰ ਨਹੀਂ ਕੀਤਾ, ਇਨ ਦਾ ਮੀਨ ਟਾਈਮ ਉਸਨੇ ਆਪਣੀ ਸੈਟੀਸਫੈਕਸ਼ਨ ਦੇ ਲਈ ਕਿਸੇ ਵਿਅਕਤੀ ਨੂੰ ਬੁਲਾ ਕੇ ਪੁੱਛਿਸ਼ ਕਰਨ ਦੀ ਲੋੜ ਪੈਂਦੀ ਹੈਗੀ ਹੈ, ਤਾਂ ਇਹ ਉਹਦੇ ਰਿਗਾਰਡਿੰਗ ਹੈਗਾ ਵੀ ਸਮਨ ਭੇਜਿਆ ਜਾ ਸਕਦਾ ਹੈ। ਠੀਕ ਹੈ, ਨੈਕਸਟ ਹੈਗਾ ਜੀ ਸੈਕਸ਼ਨ 37 ਕੀ ਹੈ ਆਫਿਸਰਸ ਔਰ ਦਾ ਕੋਰਟ ਟੂ ਇਸ਼ੂ ਐਂਡ ਕਾਜ਼ ਸਰਵਿਸ ਆਫ ਦਾ ਸਮਨਸ ਦਾ ਆਫਿਸਰ ਔਰ ਦਾ ਕੋਰਟ। ਇਹਦੇ ਵਿੱਚ ਇਹੀ ਲਿਖਿਆ ਜਿਹੜਾ ਮੈਂ ਦੱਸ ਚੁੱਕਿਆ ਤੁਹਾਨੂੰ ਪਹਿਲਾਂ ਹੀ ਵੀ ਜਦੋਂ ਵੀ ਕੋਈ ਇਦਾਂ ਦਾ ਸਮਨ ਜਾਂਦਾ ਹੈਗਾ ਤਾਂ ਉਹ ਸਮਨ ਹੈਗਾ ਜੇ ਕੋਈ ਵਿਅਕਤੀ ਜਿਹੜਾ ਹੈਗਾ ਉਸ ਉਹਦੇ ਜੁਰਿਸਡਿਕਸ਼ਨ ਦੇ ਵਿੱਚ ਨਹੀਂ ਹੁੰਦਾ, ਉਸ ਤਹਿਸੀਲ ਦੇ ਅਧਿਕਾਰ ਖੇਤਰ 'ਚ ਨਹੀਂ ਹੈਗਾ, ਜ਼ਿਲ੍ਹੇ ਦੇ ਵਿੱਚ ਕਿਸੇ ਹੋਰ ਤਹਿਸੀਲ ਦੇ ਵਿੱਚ ਉਹਦੀ ਜਿਹੜਾ ਰੈਜ਼ੀਡੈਂਸ ਹੈਗਾ, ਤਾਂ ਉਸ ਜ਼ਿਲ੍ਹੇ ਦੇ ਵਿੱਚ ਉਸ ਕੰਸਰਨਡ ਤਹਿਸੀਲਦਾਰ ਨੂੰ ਜਿਹੜਾ ਸਮਨ ਹੈ ਭੇਜਿਆ ਜਾ ਸਕਦਾ ਹੈ। ਫਿਰ ਕੰਸਰਨਡ ਆਫਿਸਰ ਜਿਸ ਕੋਲ ਇਹ ਸਮਨ ਜਾਂਦਾ ਹੈ ਫਿਰ ਉਹਦੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਤੇ ਜਿਹੜੀ ਉਹਦੀ ਸਮਨਿੰਗ ਏਜੰਸੀ ਹੁੰਦੀ ਹੈ ਉਸ ਸਮਨਿੰਗ ਏਜੰਸੀ ਦੇ ਰਾਹੀਂ ਉਹਦੀ ਜਿਹੜੀ ਇਤਲਾਹ ਕਰਵਾ ਕੇ ਉਹਦਾ ਜਿਹੜਾ ਪ੍ਰੋਪਰ ਸਾਰਾ ਆਰਡਰ ਹੈਗਾ, ਜੋ ਵੀ ਇਤਲਾਹ ਦੀ ਜਿਹੜੀ ਕਾਰਵਾਈ ਹੈਗੀ ਹੈ, ਉਸ ਬੰਦੇ ਨੇ ਸਮਨ ਕਿਹਨੂੰ ਦਿੱਤਾ ਗਿਆ, ਠੀਕ ਹੈ, ਇਨ ਪਰਸਨ ਮਿਲਿਆ ਬੰਦਾ ਜਾਂ ਫੈਮਿਲੀ ਦਾ ਅਡਲਟ ਮੈਂਬਰ ਮਿਲਿਆ, ਠੀਕ ਹੈ, ਜਾਂ ਫਿਰ ਉਹ ਸਮਨ ਅਡਲਟ ਮੈਂਬਰ ਨਹੀਂ ਮਿਲਿਆ ਤਾਂ ਉਹਦੇ ਦਰਵਾਜ਼ੇ ਦੀ ਚਸਪਾ ਕੀਤਾ ਗਿਆ। ਉਹ ਵੀ ਜੋ ਵੀ ਆਪਾਂ ਸੈਕਸ਼ਨ ਲੈਂਡ ਰੈਵਨਿਊ ਐਕਟ ਦੀ ਸੈਕਸ਼ਨ 20 ਦੇ ਵਿੱਚ ਜੋ ਪ੍ਰੋਸੈਸ ਆਫ ਸਮਨਿੰਗ ਹੈਗਾ ਉਸ ਪ੍ਰੋਸੈਸ ਦੇ ਅਕੋਰਡਿੰਗ ਜਿਸ ਆਫਿਸਰ ਕੋਲੇ ਸਮਨ ਜਾਂਦਾ ਹੈਗਾ ਉਹਦੀ ਕਾਰਵਾਈ ਉਸ ਸੈਕਸ਼ਨ ਦੇ ਤਹਿਤ ਕਾਰਵਾਈ ਕਰਕੇ ਸਾਰਾ ਜਿਹੜਾ ਰਿਕਾਰਡ ਹੈਗਾ ਉਹ ਕੰਸਰਨਡ ਆਫਿਸਰ ਨੂੰ, ਜਿਹੜਾ ਰਜਿਸਟਰਿੰਗ ਆਫਿਸਰ ਹੈਗਾ, ਉੱਥੇ ਉਹ ਕਾਰਵਾਈ ਸਾਰੀ ਭੇਜੇਗਾ ਤੇ ਨਾਲ ਜੋ ਆਪਦੇ ਜਿਹੜੇ ਕਮੈਂਟਸ ਹੈਗੇ ਉਹ ਲਿਖ ਕੇ ਭੇਜੇਗਾ ਵੀ ਸਮਨਿੰਗ ਹੋ ਜੂਗੀ ਜਾਂ ਨਹੀਂ ਹੋ ਜੂਗੀ। ਠੀਕ ਹੈ, ਇਹਦੇ ਵਿੱਚ ਜਿਹੜੀ ਫੀਸ ਵਗੈਰਾ ਹੈਗੀ ਹੈ, ਪੀਐਨ ਦੀ ਜਿਹੜੀ ਫੀਸ ਵਗੈਰਾ ਹੈਗੀ ਹੈ ਉਹ ਜਿਹੜੀ ਹੈਗੀ ਹੈ ਕੰਸਰਨ ਪਾਰਟੀ ਵੱਲੋਂ ਦਿੱਤੀ ਜਾਏਗੀ। ਫਿਰ ਹੈ ਜੀ ਸੈਕਸ਼ਨ 38 ਪਰਸਨ ਐਗਜ਼ੀਕਿਊਟੈਂਟ ਫਰੋਮ ਦਾ ਅਪੀਅਰੈਂਸ ਜਿਹੜੇ ਪਰਸਨ ਨੇ ਕਿਹੜੇ ਵਿਅਕਤੀਆਂ ਨੂੰ ਐਗਜ਼ੈਂਪਟ ਕੀਤਾ ਜਾ ਸਕਦਾ ਹੈਗਾ ਇਨ ਪਰਸਨ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਹਾਜ਼ਰ ਹੋਣ ਦੇ ਲਈ। ਠੀਕ ਹੈ, ਕਿਹੜੇ ਵਿਅਕਤੀ ਨੇ ਜਿਨ੍ਹਾਂ ਨੂੰ ਅਸੀਂ ਖੁਦ ਬੁਲਾਉਣ ਤੋਂ ਜਿਹੜਾ ਹੈਗਾ ਐਗਜ਼ੈਂਪਸ਼ਨ ਦੇ ਸਕਦੇ ਹੈਗੇ ਆ। ਲਾਅ ਦੇ ਵਿੱਚ ਕੀ ਹੈ ਸੈਕਸ਼ਨ 38 ਹੈਗੀ ਹੈ। 38 ਸੈਕਸ਼ਨ ਦੇ ਵਿੱਚ ਸਬ ਸੈਕਸ਼ਨ 1 ਹੈ, 1 ਦੀ ਕਲੌਜ਼ A ਹੈ, ਇਹ ਪਰਸਨ ਬੋਡਲੀ ਇਨਫੋਰਮਿਟੀ, ਉਹ ਵਿਅਕਤੀ ਜਿਹਦੀ ਸਰੀਰ ਹੈ ਇਜਾਜ਼ਤ, ਬੋਡੀ ਇਜਾਜ਼ਤ ਨਾ ਦਿੰਦੀ ਹੋਵੇ। ਠੀਕ ਹੈ, ਜਿਹਨੂੰ ਕਿ ਜਿਵੇਂ ਆਪਾਂ ਕਹਿ ਦਈਏ ਲੱਕਵਾ ਮਾਰ ਗਿਆ ਹੋਵੇ, ਮਤਲਬ ਕਿ ਮੰਜੇ ਤੋਂ ਉੱਠ ਨਾ ਸਕਦਾ ਹੋਵੇ, ਵੀਕਨੈਸ ਇੰਨੀ ਹੋ ਗਈ ਹੋਵੇ ਕਿ ਜੇਕਰ ਉਸਨੂੰ ਲੈ ਕੇ ਜਾਇਆ ਜਾਂਦਾ ਹੈ ਦਫ਼ਤਰ ਦੇ ਵਿੱਚ ਤਾਂ ਉਹਨੂੰ ਨੁਕਸਾਨ, ਬੋਡਲੀ ਇੰਜਰੀ ਹੋ ਸਕਦੀ ਹੋਵੇ। ਠੀਕ ਹੈ, ਅਨਕੈਪੇਬਲ ਹੋਵੇ ਉਹ ਆਫਿਸ ਦੇ ਵਿੱਚ ਜਾਣ ਦੇ ਖਾਤਰ, ਤਾਂ ਅਜਿਹੇ ਵਿਅਕਤੀ ਨੂੰ ਜਿਹੜਾ ਹੈਗਾ ਉਹਨੂੰ ਐਗਜ਼ੈਂਪਟ ਕੀਤਾ ਜਾ ਸਕਦਾ ਹੈ ਇਸ ਸੈਕਸ਼ਨ 38 ਦੇ ਤਹਿਤ। ਸੈਕਸ਼ਨ 38 ਕਲੌਜ਼ ਸੈਕਸ਼ਨ ਸਬ ਸੈਕਸ਼ਨ 1 ਤੇ ਕਲੌਜ਼ A ਦੇ ਤਹਿਤ ਅਜਿਹੇ ਵਿਅਕਤੀਆਂ ਨੂੰ ਜਿਹੜਾ ਹੈਗਾ ਉਹਨੂੰ ਰਜਿਸਟਰੀ ਦੇ ਪਰਪਸ ਦੇ ਲਈ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਜਾਣ ਤੋਂ ਐਗਜ਼ੈਂਪਟ ਕੀਤਾ ਜਾ ਸਕਦਾ ਹੈਗਾ। ਦੂਸਰਾ ਕਾਰਨ ਹੈ B ਕਲੌਜ਼ B ਦੇ ਵਿੱਚ ਕੀ ਹੈਗਾ, ਜੇ ਕੋਈ ਵਿਅਕਤੀ ਜਿਹੜਾ ਡਾਕੂਮੈਂਟ ਰਜਿਸਟਰ ਕਰਵਾਉਣਾ ਚਾਹੁੰਦਾ ਹੈ ਉਹ ਜੇਲ੍ਹ ਦੇ ਵਿੱਚ ਬੰਦ ਹੈਗਾ, ਕਿਸੇ ਵੀ ਕੇਸ ਦੇ ਵਿੱਚ ਜੇਲ੍ਹ 'ਚ ਬੰਦ ਹੈਗਾ, ਉਹ ਫਾਰ ਦਾ ਟੈਂਪਰੇਰੀ, ਚਾਹੇ ਉਹ ਪੱਕੇ ਤੌਰ ਤੇ ਬੰਦ ਹੈ, ਚਾਹੇ ਉਹ ਕੱਚੇ ਤੌਰ ਤੇ ਬੰਦ ਹੈਗਾ। ਠੀਕ ਹੈ, ਪਰ ਜੇਲ੍ਹ ਦੇ ਵਿੱਚ ਹੈਗਾ
ਪਰ ਉਹ ਡਾਕੂਮੈਂਟ ਕੋਈ ਰਜਿਸਟਰ ਕਰਵਾਉਣਾ ਚਾਹੁੰਦਾ ਹੈ ਤੇ ਜਿਹੜੀ ਅਥਾਰਟੀਜ਼ ਹੈਗੀਆਂ ਨੇ, ਜੇਲ੍ਹ ਅਥਾਰਟੀਜ਼ ਹੈਗੀਆਂ ਨੇ, ਉਹਨੂੰ ਉੱਥੇ ਲੈ ਕੇ ਆਉਣ ਦੇ ਵਿੱਚ ਨਹੀਂ ਲਾਅ ਇਜਾਜ਼ਤ ਦਿੰਦਾ, ਉਹਨਾਂ ਨੂੰ ਸਬ ਰਜਿਸਟਰਾਰ ਦੇ ਆਫਿਸ 'ਚ ਲੈ ਕੇ ਆਉਣ ਦੇ ਲਈ ਲਾਅ ਇਜਾਜ਼ਤ ਨਹੀਂ ਦਿੰਦਾ। ਤੇ ਪਰ ਫਿਰ ਉਹਦੇ ਇਹੋ ਜਿਹੇ ਕੇਸਾਂ ਦੇ ਵਿੱਚ ਵੀ ਜਿਹੜਾ ਹੈਗਾ, ਜੇ ਕੋਈ ਵਿਅਕਤੀ ਆਪਣਾ ਡਾਕੂਮੈਂਟ ਰਜਿਸਟਰ ਕਰਵਾਉਣਾ ਚਾਹੁੰਦਾ ਹੈ ਤਾਂ ਜਿਹੜਾ ਕੰਸਰਨਿੰਗ ਆਫਿਸਰ ਹੈ, ਸਬ ਰਜਿਸਟਰਾਰ ਹੈਗਾ, ਉਹ ਜੇਲ੍ਹ ਦੇ ਵਿੱਚ ਜਾ ਕੇ ਵੀ ਉਹਦਾ ਜਿਹੜਾ ਡਾਕੂਮੈਂਟ ਹੈ ਉਹ ਫਰਦਰ ਆਪਾਂ ਦੇਖਾਂਗੇ। ਮਤਲਬ ਇੱਥੇ ਇਹ ਹੈਗਾ ਵੀ ਜੇਲ੍ਹ ਦੇ ਵਿੱਚ ਕੋਈ ਬੰਦਾ ਵਿਅਕਤੀ ਹੈਗਾ ਤਾਂ ਉਹਨੂੰ ਵੀ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਇਨ ਪਰਸਨ ਆ ਕੇ ਆਉਣ ਦੇ ਲਈ ਐਗਜ਼ੈਂਪਸ਼ਨ ਦਿੱਤੀ ਗਈ ਹੈਗੀ ਹੈ। ਫਿਰ ਹੈਗਾ ਜੀ ਐਗਜ਼ੈਂਪਟ ਬਾਈ ਲਾਅ ਦੇ ਵਿੱਚ ਇੱਕ ਲੰਮੀ ਚੌੜੀ ਲਿਸਟ ਹੈਗੀ ਹੈ। ਆਪਾਂ ਦੇਖਾਂਗੇ ਅੱਗੇ ਜਾ ਕੇ ਵੀ ਕਿਹੜੇ ਕਿਹੜੇ ਐਸੇ ਵਿਅਕਤੀ ਹੈਗੇ ਹੈ, ਜਿਵੇਂ ਕਿ ਮਤਲਬ ਕਿ ਮਿਨਿਸਟਰਸ, ਪ੍ਰੈਜ਼ੀਡੈਂਟ, ਗਵਰਨਰ ਆਫ ਇੰਡੀਆ, ਗਵਰਨਰ ਆਫ ਦਾ ਸਟੇਟ, ਪ੍ਰੈਜ਼ੀਡੈਂਟ ਆਫ ਇੰਡੀਆ, ਠੀਕ ਹੈ। ਇੱਦਾਂ ਦੇ ਬਹੁਤ ਸਾਰੇ ਜਿਹੜੇ ਆਫਿਸਰਸ ਹੈਗੇ ਆ ਜਿਨ੍ਹਾਂ ਨੂੰ ਲਾਅ ਦੇ ਵਿੱਚ ਪ੍ਰੋਵਾਈਡ ਕੀਤਾ ਗਿਆ ਹੈਗਾ ਵੀ ਉਹਨਾਂ ਨੂੰ ਜਿਹੜੀ ਹੈ ਸਬ ਰਜਿਸਟਰਾਰ ਦੇ ਆਫਿਸ 'ਚ ਇਨ ਪਰਸਨ ਜਾਣ ਦੇ ਵਿੱਚ ਐਗਜ਼ੈਂਪਸ਼ਨ ਦਿੱਤੀ ਗਈ ਹੈ। ਉਹਦੀ ਜਿਹੜੀ ਫਰਦਰ ਰਜਿਸਟ੍ਰੇਸ਼ਨ ਜੇਕਰ ਕੀਤੀ ਜਾਣੀ ਹੈ ਤਾਂ ਉਹ ਕਿਵੇਂ ਕੀਤੀ ਜਾਣੀ ਹੈ, ਉਹਦਾ ਜਿਹੜਾ ਪ੍ਰੋਸੈਸ ਹੈ ਵੱਖਰੇ ਤੌਰ 'ਤੇ ਦਰਸਾਇਆ ਜਾਏਗਾ। ਸ਼ੈਲ ਨਾਟ ਬੀ ਰਿਕੁਆਇਰਡ ਟੂ ਸੋ ਅਪੀਅਰ। ਇਹ ਜਿਹੜੇ 3 ਤਰ੍ਹਾਂ ਦੇ ਕੇਸ ਹੈਗੇ ਨੇ, ਠੀਕ ਹੈ। ਬੋਡਲੀ ਇੰਜਰੀ, ਜੇਲ੍ਹ ਦੇ ਵਿੱਚ ਬੰਦ ਵਿਅਕਤੀ, ਬੋਡਲੀ ਇੰਜਰੀ ਵਾਲਾ ਵਿਅਕਤੀ ਘਰ ਦੇ ਵਿੱਚ ਵੀ ਹੋ ਸਕਦਾ ਹੈ, ਆਪਣਾ ਕਿਸੇ ਹਸਪੀਟਲ ਦੇ ਵਿੱਚ ਵੀ ਹੋ ਸਕਦਾ ਹੈਗਾ, ਕਿਸੇ ਹੋਰ ਜਗ੍ਹਾ ਤੇ ਵੀ ਹੋ ਸਕਦਾ ਹੈਗਾ ਉਹ, ਠੀਕ ਹੈ। ਜਾਂ ਜੇਲ੍ਹ ਦੇ ਵਿੱਚ ਬੰਦ ਵਿਅਕਤੀ, ਜਾਂ ਜਿਹੜੇ ਲਾਅ ਦੇ ਵਿੱਚ ਪ੍ਰਸਕ੍ਰਾਈਬ ਕੀਤੇ ਗਏ ਹੈਗੇ ਆ ਵਿਅਕਤੀ ਜਿਨ੍ਹਾਂ ਨੂੰ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਜਾਣ ਦੇ ਵਿੱਚ ਐਗਜ਼ੈਂਪਸ਼ਨ ਦਿੱਤੀ ਗਈ ਹੈ, ਜਾਂ ਉਹ ਵਿਅਕਤੀ ਮਤਲਬ ਕਿ ਇਨ ਪਰਸਨ ਜਿਹੜੇ ਹੈਗੇ ਨੇ ਉਹਨਾਂ ਨੂੰ ਕੋਈ ਡਾਕੂਮੈਂਟ ਰਜਿਸਟਰ ਕਰਵਾਉਣਾ ਹੈ ਤਾਂ ਇਨ ਪਰਸਨ ਉਹਨਾਂ ਨੂੰ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ। ਦੈਨ 38 ਦਾ ਸਬਸੈਕਸ਼ਨ 2 ਕੀ ਕਹਿੰਦਾ ਹੈ, ਰਜਿਸਟਰਿੰਗ ਆਫਿਸਰ ਹਿਮਸੈਲਫ ਔਰ ਕਮਿਸ਼ਨ। ਇਹਨਾਂ ਕੇਸਾਂ ਦੇ ਵਿੱਚ ਕੀ ਹੋਏਗਾ ਕਿ ਜਿਹੜੇ 3 ਕੇਸ ਆਪਾਂ ਪੜ੍ਹੇ ਨੇ, 3 ਕੇਸਾਂ ਦੇ ਵਿੱਚ ਜਾਂ ਤਾਂ ਸਬ ਰਜਿਸਟਰਾਰ ਹੈ ਖੁਦ ਜਾ ਕੇ ਉੱਥੇ ਉਹਦੀ ਸਟੇਟਮੈਂਟ ਲਏਗਾ ਵਿਅਕਤੀ ਦੀ, ਠੀਕ ਹੈ। ਜੇ ਘਰ ਹੈ ਘਰ 'ਚ ਜਾ ਸਕਦਾ ਹੈ, ਹਸਪਤਾਲ ਹੈ ਹਸਪਤਾਲ 'ਚ ਜਾ ਸਕਦਾ ਹੈ, ਠੀਕ ਹੈ। ਜੇਲ੍ਹ ਵਿੱਚ ਬੰਦ ਵਿਅਕਤੀ ਹੈਗਾ ਤਾਂ ਜੇਲ੍ਹ ਦੇ ਵਿੱਚ ਜਾ ਸਕਦਾ ਹੈ, ਜਾਂ ਫਿਰ ਜਿਹੜਾ ਵਿਅਕਤੀ ਜਿਹਨੂੰ ਲਾਅ ਵੱਲੋਂ ਮਤਲਬ ਕਿ ਐਗਜ਼ੈਂਪਸ਼ਨ ਪ੍ਰੋਵਾਈਡ ਕੀਤੀ ਗਈ ਹੈ ਤਾਂ ਜਾਂ ਜਿੱਥੇ ਉਹ ਵਿਅਕਤੀ ਬੁਲਾਉਣਾ ਚਾਹੁੰਦਾ ਹੈਗਾ ਉਹਦੇ ਘਰ ਦੇ ਵਿੱਚ ਜਾ ਕੇ ਜਿਹੜਾ ਡਾਕੂਮੈਂਟ ਹੈਗਾ ਰਜਿਸਟਰਿੰਗ ਆਫਿਸਰ ਵੱਲੋਂ, ਜਾਣੀ ਕਿ ਮੇ ਬੀ ਸਬ ਰਜਿਸਟਰਾਰ, ਮੇ ਬੀ ਜੁਆਇੰਟ ਸਬ ਰਜਿਸਟਰਾਰ, ਉਹਦੇ ਵੱਲੋਂ ਉੱਥੇ ਜਾ ਕੇ ਉਸੇ ਜਗ੍ਹਾ ਦੇ ਉੱਪਰ ਜਾ ਕੇ ਜਿਹੜਾ ਡਾਕੂਮੈਂਟ ਹੈ ਰਜਿਸਟਰ ਕੀਤਾ ਜਾ ਸਕਦਾ ਹੈਗਾ। ਜਾਂ ਫਿਰ ਜੇਕਰ ਸਬ ਰਜਿਸਟਰਾਰ ਕੋਲ ਜਾਂ ਰਜਿਸਟਰਿੰਗ ਆਫਿਸਰ ਕੋਲੇ ਸਮੇਂ ਦੀ ਕੋਈ ਪ੍ਰੋਬਲਮ ਹੈਗੀ ਆ, ਆਪ ਜਾਣ ਦੇ ਵਿੱਚ ਅਸਮਰਥ ਹੈ ਜਾਂ ਡਿਊਟੀ ਕਿਤੇ ਹੋਰ ਲੱਗੀ ਵੀ ਹੈਗੀ ਹੈ, ਤਾਂ ਅਜਿਹੇ ਕੇਸਾਂ ਦੇ ਵਿੱਚ ਆਪਣੇ ਜਿਹੜਾ ਸਬੋਰਡੀਨੇਟ ਨੂੰ ਵੀ ਉੱਥੇ ਭੇਜਿਆ ਜਾ ਸਕਦਾ ਹੈ ਫਾਰ ਦਾ ਪਰਪਸ ਟੂ ਗੈਟ ਦਾ ਸਟੇਟਮੈਂਟ ਆਫ ਦਾ ਕੰਸਰਨ ਪਰਸਨ, ਠੀਕ ਹੈ। ਉੱਥੇ ਜਾ ਕੇ ਉਹਦੀ ਜਿਹੜਾ ਵਿਅਕਤੀ ਹੈਗਾ ਜਿਹੜਾ ਆਫਿਸ ਦੇ ਵਿੱਚ ਆਉਣ ਤੋਂ ਅਸਮਰਥ ਹੈ, ਮੇ ਬੀ ਉਹ ਬੋਡਲੀ ਇੰਜਰੀ ਕਰਕੇ, ਮੇ ਬੀ ਉਹ ਜੇਲ੍ਹ ਦੇ ਵਿੱਚ ਹੋਣ ਕਰਕੇ, ਮੇ ਬੀ ਉਹ ਜਿਹੜਾ ਲਾਅ 'ਚ ਪ੍ਰੋਵਾਈਡਡ ਵਿਅਕਤੀ ਹੈਗਾ, ਤਾਂ ਉਹਦੀ ਜਿਹੜੀ ਹੈਗੀ ਹੈ ਜਿਹੜੀ ਸਟੇਟਮੈਂਟ ਹੈਗੀ ਹੈ ਉਹ ਸਾਰੀ ਜਾ ਕੇ ਜਿਹੜੀ ਸਟੇਟਮੈਂਟ ਹੈ ਖੁਦ ਵੀ ਲੈ ਸਕਦਾ ਹੈ ਤੇ ਆਪਣੇ ਕਿਸੇ ਕਮਿਸ਼ਨ ਵੀ ਨਿਯੁਕਤ ਕੀਤਾ ਜਾ ਸਕਦਾ ਹੈਗਾ ਅਜਿਹੇ ਕੇਸਾਂ ਦੇ ਵਿੱਚ ਰਜਿਸਟਰਿੰਗ ਆਫਿਸਰ ਵੱਲੋਂ, ਠੀਕ ਹੈ। ਅੱਗੇ ਪੜ੍ਹਿਆ ਸੀ ਸੈਕਸ਼ਨ 39 'ਚ ਕੀ ਲਾਅ ਐਜ਼ ਟੂ ਸਮਨਸ ਕਮਿਸ਼ਨਸ ਐਂਡ ਵਿਟਨੈਸਸ ਸਿਵਲ ਕੋਰਟਸ। ਇਹ ਸੈਕਸ਼ਨ 39 'ਚ ਕੁਛ ਨਹੀਂ ਹੈਗਾ, ਇਹ 'ਚ ਦੱਸਿਆ ਗਿਆ ਵੀ ਜੋ ਵੀ ਕਮਿਸ਼ਨ ਜੋ ਨਿਯੁਕਤ ਕੀਤਾ ਜਾਂਦਾ ਹੈ ਉਹਦਾ ਜਿਹੜਾ ਲਾਅ ਹੈਗਾ ਉਹ CPC 'ਚ ਪ੍ਰੋਵਾਈਡਡ ਹੈਗਾ। ਤੁਸੀਂ ਕਿਵੇਂ ਕਿਸ ਵਿਅਕਤੀ ਨੂੰ ਤੁਸੀਂ ਕਮਿਸ਼ਨ ਨਿਯੁਕਤ ਕਰ ਸਕਦੇ ਹੋ। ਮਤਲਬ ਕਿ ਕਮਿਸ਼ਨ ਨਿਯੁਕਤ ਕਰਨ ਦਾ ਮਤਲਬ ਇਹ ਹੁੰਦਾ ਹੈਗਾ ਵੀ ਕਿਸੇ ਜਿਹੜਾ ਉਸ ਐਕਟ ਤੋਂ ਮਤਲਬ ਕਿ ਜਾਣੂ ਹੋਵੇ, ਠੀਕ ਹੈ, ਜਿਹੜਾ ਉਸ ਐਕਟ ਤੋਂ ਜਾਣੂ ਹੋਵੇ। ਜਿਵੇਂ ਕਿ ਹੁਣ ਕਮਿਸ਼ਨ ਨਿਯੁਕਤ ਕੀਤੇ ਜਾਂਦੇ ਆ ਸਿਵਲ ਕੋਰਟਾਂ ਵੱਲੋਂ ਜਾਂ ਕਿਸੇ ਰੈਵਨਿਊ ਕੋਰਟ, ਸੀਨੀਅਰ ਕੋਰਟਾਂ ਵੱਲੋਂ ਕਮਿਸ਼ਨ ਨਿਯੁਕਤ ਕੀਤੇ ਜਾਂਦੇ ਆ। ਜੇ ਲੈਂਡ ਦੇ ਰਿਗਾਰਡਿੰਗ ਕੋਈ ਕਮਿਸ਼ਨ ਨਿਯੁਕਤ ਕੀਤਾ ਜਾਂਦਾ ਹੈ ਤਾਂ ਉਹ ਲੈਂਡ ਦਾ ਕੋਈ ਆਫਿਸਰ ਜਾਂ ਕੋਈ ਕਾਨੂੰਗੋ ਹਲਕਾ ਜਾਂ ਕੋਈ ਪਟਵਾਰੀ ਹਲਕਾ ਜਾਂ ਕੋਈ ਰੈਵਨਿਊ ਅਧਿਕਾਰੀ ਕਮਿਸ਼ਨ ਨਿਯੁਕਤ ਕੀਤਾ ਜਾਂਦਾ ਹੈ। ਜਾਂ ਫਿਰ ਕੋਈ ਮੈਡੀਕਲ ਰਿਪੋਰਟ ਦੇ ਸੰਬੰਧ ਵਿੱਚ ਹੈ ਤਾਂ ਡਾਕਟਰ ਨਿਯੁਕਤ ਕੀਤਾ ਜਾਂਦਾ ਹੈ। ਕੋਈ ਅਕਾਊਂਟਸ ਚੈੱਕ ਕਰਨੇ ਨੇ ਐਜ਼ ਏ ਕਮਿਸ਼ਨ, ਠੀਕ ਹੈ, ਤਾਂ ਕੋਈ ਅਕਾਊਂਟਸ ਆਫਿਸਰ ਨੂੰ ਨਿਯੁਕਤ ਕੀਤਾ ਜਾਂਦਾ ਹੈ। ਜੇ ਕੋਈ ਟੈਕਨੀਕਲ ਕੋਈ ਜਗ੍ਹਾ ਹੈਗੀ ਹੈ, ਕੋਈ ਟੈਕਨੀਕਲੀ ਇੰਜੀਨੀਅਰਿੰਗ ਬੇਸਡ ਕੋਈ ਵਰਕ ਹੈਗਾ ਤਾਂ ਕਿਸੇ ਇੰਜੀਨੀਅਰ ਨੂੰ, ਸਿਵਲ ਇੰਜੀਨੀਅਰ ਜਾਂ ਕੋਈ ਫੈਕਟਰੀ ਚੈੱਕ ਕਰਨੀ ਹੈ ਤਾਂ ਮਕੈਨੀਕਲ ਇੰਜੀਨੀਅਰ, ਮਤਲਬ ਕਿ ਕੰਸਰਨਡ ਪਰਸਨ ਜਿਹੜਾ ਕਿ ਵਿਸ਼ੇ ਤੋਂ ਜਾਣੂ ਹੋਵੇ। ਅਜਿਹੇ ਵਿਅਕਤੀਆਂ ਨੂੰ CPC ਦੇ ਵਿੱਚ ਪ੍ਰੋਵਾਈਡ ਕੀਤਾ ਗਿਆ, ਪੂਰਾ ਡਿਟੇਲ ਦਿੱਤੀ ਗਿਆ ਵੀ ਕਮਿਸ਼ਨ ਜਿਹੜਾ ਨਿਯੁਕਤ ਕਰਨਾ ਤਾਂ ਕਮਿਸ਼ਨ ਕਿਹੋ ਜਿਹਾ ਵਿਅਕਤੀ ਹੋਣਾ ਚਾਹੀਦਾ, ਫਿਰ ਉਹਦੀ ਕੀ ਉਹਨੂੰ ਰਿਮੂਨਰੇਸ਼ਨਸ ਜਾਂ ਉਹਦੇ ਖਰਚੇ ਵਗੈਰਾ ਕੀ ਦਿੱਤੇ ਜਾ ਸਕਦੇ ਹੈਗੇ ਆ, ਠੀਕ ਹੈ। ਇਹ ਸਾਰੀਆਂ ਉੱਥੇ ਸਿਵਲ ਕੋਰਟ ਦੀ ਤਰ੍ਹਾਂ ਹੀ ਜਿਹੜਾ ਹੈਗਾ ਕਮਿਸ਼ਨ ਇੱਥੇ ਨਿਯੁਕਤ ਕੀਤਾ ਜਾ ਸਕਦਾ ਹੈਗਾ। ਨੈਕਸਟ ਹੈ ਪਾਰਟ, ਹਾਂਜੀ ਸਰ ਰਜਿਸਟ੍ਰੇਸ਼ਨ ਅਫਸਰ ਜਿਹੜਾ ਹੈਗਾ ਉਹ ਆਊਟ ਆਫ ਸਟੇਟ ਜਾ ਕੇ ਵੀ ਰਜਿਸਟ੍ਰੇਸ਼ਨ ਕਰ ਸਕਦੇ? ਆਊਟ ਆਫ ਸਟੇਟ ਦੀ ਗੱਲ ਤਾਂ ਨਹੀਂ ਚਾਹੀਦੀ ਦੱਸੀ ਕਿਤੇ, ਜਿਸ ਤਰ੍ਹਾਂ ਰਾਸ਼ਟਰਪਤੀ ਦੀ ਹੈ।
ਰਾਸ਼ਟਰਪਤੀ ਫਿਰ ਜਿੱਥੇ ਹੋਏਗਾ ਉੱਥੇ ਜਾਣਾ ਪਏਗਾ। ਇਹਦਾ ਮਤਲਬ ਕਰ ਸਕਦੇ ਆ। ਨੈਚੁਰਲੀ ਹੋ ਗਿਆ, ਪਰ ਲਾਅ ਤਾਂ ਇਹ ਲਾਅ ਦੇ ਵਿੱਚ ਬੰਦੇ ਦਾ ਨਾਂ ਤਾਂ ਦੱਸ ਦਿੱਤਾ ਨਾ। ਜੀ ਠੀਕ ਹੈ, ਉਹ ਬੰਦਾ ਜੇ ਤਾਂ ਉਹ ਦਫ਼ਤਰ ਆ ਸਕਦਾ ਸੀ ਫਿਰ ਤਾਂ ਆ ਹੀ ਜਾਂਦਾ। ਜੀ ਜਦੋਂ ਉਹਨੂੰ ਲਾਅ ਨੇ ਪ੍ਰੋਵਾਈਡ ਕੀਤਾ ਹੈ ਵੀ ਐਗਜ਼ੈਂਪਸ਼ਨ ਦਿੱਤੀ ਹੈ, ਠੀਕ ਹੈ, ਫਿਰ ਤਾਂ ਜਿੱਥੇ ਉਹਦੀ ਰੈਜ਼ੀਡੈਂਸ ਤੇ ਜਾ ਕੇ ਰਜਿਸਟਰ ਹੋਏਗਾ ਡਾਕੂਮੈਂਟ। ਮੇਬੀ ਐਨੀਵੇਅਰ। ਠੀਕ ਠੀਕ ਹੈ, ਰੈਜ਼ੀਡੈਂਸ ਦੀ ਗੱਲ ਕੀਤੀ ਗਈ ਹੈ, ਰੈਜ਼ੀਡੈਂਸ ਆਫ ਦਾ ਪਰਸਨ। ਜਦੋਂ ਰੈਜ਼ੀਡੈਂਸ ਕਹਿੰਦਾ ਫਿਰ ਰੈਜ਼ੀਡੈਂਸ ਤਾਂ ਬੰਦਾ ਕਿਤੇ ਵੀ ਹੋ ਸਕਦਾ ਹੈ। ਜੀ ਜੀ ਠੀਕ ਹੈ, ਰੈਜ਼ੀਡੈਂਸ ਆਫ ਦਾ ਪਰਸਨ who is provided exemption from the to appear in person in the office of the registering officer। ਇੱਥੇ ਆਪਾਂ ਵਾਰ-ਵਾਰ ਰਜਿਸਟਰਿੰਗ ਆਫੀਸਰ ਦੀ ਗੱਲ ਕਰਦੇ ਹਾਂ। ਰਜਿਸਟਰਿੰਗ ਆਫੀਸਰ ਦੇ ਵਿੱਚ ਜਿਹੜਾ ਵੀ ਆਫੀਸਰ ਡਾਕੂਮੈਂਟ ਰਜਿਸਟਰ ਕਰ ਰਿਹਾ ਹੈ ਉਹਨੂੰ ਆਪਾਂ ਰਜਿਸਟਰਿੰਗ ਆਫੀਸਰ ਕਹਿੰਦੇ ਹਾਂ। ਮੇਬੀ ਉਹ ਸਬ ਰਜਿਸਟਰਾਰ ਹੋ ਸਕਦਾ ਹੈ, ਮੇਬੀ ਉਹ ਜੁਆਇੰਟ ਸਬ ਰਜਿਸਟਰਾਰ ਹੋ ਸਕਦਾ ਹੈ। ਜੀ ਜੀ ਠੀਕ ਹੈ ਜੀ। ਨੈਕਸਟ ਅਸੀਂ ਪੜਾਂਗੇ ਪਾਰਟ 8। ਪਾਰਟ 8 ਡੀਲ ਕਰਦਾ ਜੀ ਵਿਲਸ ਨੂੰ ਤੇ ਅਡਾਪਸ਼ਨ ਡੀਡ ਨੂੰ। ਵਿਲਸ ਤੇ ਐਂਡ ਅਡਾਪਸ਼ਨ ਡੀਡਸ ਪਾਰਟ 8 ਡੀਲ ਕਰਦਾ ਹੈ। ਇਹ ਸੈਕਸ਼ਨ 40 ਸੀਗਾ। 40 ਸੈਕਸ਼ਨ ਕੀ ਹੈ? ਪਰਸਨਸ ਇੰਟਾਈਟਲਡ ਟੂ ਪ੍ਰੈਜ਼ੈਂਟ ਵਿਲਸ। ਜੇ ਕੋਈ ਵਿਅਕਤੀ ਵਿਲ ਪੇਸ਼ ਕਰਨੀ ਚਾਹੁੰਦਾ ਹੈ, ਠੀਕ ਹੈ, ਤਾਂ ਉਹ ਕੀ ਹੋਏਗਾ? ਉਹ ਖੁਦ ਆਫਿਸ ਚ ਆਏਗਾ ਵਿਲ ਰਜਿਸਟਰ ਕਰਵਾਉਣ ਦੀ ਖਾਤਰ, ਜਾਂ ਫਿਰ ਕਿਸੇ ਵਿਅਕਤੀ ਨੂੰ ਉਹ ਵਿਲਸ ਕਰਨ ਵਾਲਾ ਵਿਅਕਤੀ ਖੁਦ ਆਏਗਾ। ਦੈਨ ਜੇ ਕੋਈ ਅਡਾਪਸ਼ਨ ਨੀਡ ਹੈਗੀ ਹੈ, ਜਿਹੜਾ ਬੰਦਾ ਅਡਾਪਸ਼ਨ ਨੀਡ ਕਰਵਾ ਰਿਹਾ ਹੈ, ਇਹ ਸੈਕਸ਼ਨ 40 ਚ ਦੋਨੋਂ ਚੀਜ਼ਾਂ ਕਵਰ ਕੀਤੀਆਂ ਨੇ, ਵਿਲਸ ਵੀ ਤੇ ਅਡਾਪਸ਼ਨ ਡੀਡ ਵੀ, ਯਾਨੀ ਕਿ ਗੋਦਨਾਮਾ ਤੇ ਵਿਲ ਦੋਨੋਂ ਕਵਰ ਕੀਤੀਆਂ ਨੇ। ਜਿਹੜਾ ਗੋਦਨਾਮਾ ਦੇਣ ਵਾਲਾ ਵਿਅਕਤੀ ਹੈ, ਠੀਕ ਹੈ, ਪਰਸਨਸ ਇੰਟਾਈਟਲਡ ਟੂ ਪ੍ਰੈਜ਼ੈਂਟ ਵਿਲਸ ਐਂਡ ਅਥਾਰਟੀਜ਼ ਟੂ ਅਡਾਪਟ, ਕੌਣ ਹੋ ਸਕਦੇ ਨੇ? ਠੀਕ ਹੈ, ਕਿਹੜੇ ਵਿਅਕਤੀ ਜਿਹੜੇ ਬਿੱਲ ਪੇਸ਼ ਕਰ ਸਕਦੇ ਨੇ ਤੇ ਕਿਹੜੇ ਵਿਅਕਤੀ ਜਿਹੜੇ ਹੈਗੇ ਨੇ ਅਡਾਪਸ਼ਨ ਡੀਡ ਪੇਸ਼ ਕਰ ਸਕਦੇ ਨੇ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਫਾਰ ਦਾ ਪਰਪਸ ਆਫ ਰਜਿਸਟ੍ਰੇਸ਼ਨ। ਟੈਸਟੇਟਰ ਮਤਲਬ ਜਿਹੜਾ ਵਿਅਕਤੀ ਬਿੱਲ ਕਰ ਰਿਹਾ ਹੈ, ਜਿਹਦੋਂ ਵੱਲੋਂ ਬਿੱਲ ਕੀਤੀ ਜਾ ਰਹੀ ਹੈ, ਉਹ ਵਿਅਕਤੀ ਖੁਦ ਜਾਏਗਾ, ਉਹ ਬਿੱਲ ਪੇਸ਼ ਕਰੇਗਾ। ਠੀਕ ਹੈ, ਜੇ ਉਹਦੀ ਡੈਥ ਹੋ ਜਾਂਦੀ ਹੈ, ਆਫਟਰ ਡੈਥ ਜਿਹੜਾ ਪਰਸਨ ਉਹਦੇ ਬਿੱਲ ਦੇ ਅਧੀਨ ਕਲੇਮ ਕਰ ਰਿਹਾ ਹੈ, ਜਿਹਨੇ ਕਿ ਜਿਹਦੇ ਹੱਕ ਦੇ ਵਿੱਚ ਬਿੱਲ ਕੀਤੀ ਗਈ ਹੈ, ਤਾਂ ਉਹ ਵਿਅਕਤੀ ਜਾ ਕੇ ਰਜਿਸਟਰਿੰਗ ਆਫਿਸ ਦੇ ਵਿੱਚ ਜਾ ਕੇ ਬਿੱਲ ਰਜਿਸਟਰ ਕਰਨ ਦੇ ਲਈ ਅਰਜ਼ੀ ਦੇ ਸਕਦਾ ਹੈ। ਠੀਕ ਹੈ, ਫਿਰ ਹੈਗਾ ਜਿਹੜਾ ਅਡਾਪਸ਼ਨ ਡੀਡ ਹੈਗੀ ਹੈ। ਅਡਾਪਸ਼ਨ ਡੀਡ ਨੂੰ ਕੌਣ ਪੇਸ਼ ਕਰੇਗਾ? ਜਿਹੜਾ ਅਡਾਪਸ਼ਨ ਦੇਣ ਵਾਲਾ ਵਿਅਕਤੀ ਹੈ, ਡੋਨਰ, ਯਾਨੀ ਕਿ ਜਿਹੜਾ ਬੱਚੇ ਨੂੰ ਗੋਦ ਦੇ ਰਿਹਾ ਹੈ, ਜਾਂ ਡੋਨੀ, ਦੋਨੋਂ ਨੂੰ ਜਾਣਾ ਪਏਗਾ। ਡੋਨਰ ਨੂੰ ਵੀ ਜਾਣਾ ਪਏਗਾ, ਡੋਨੀ ਨੂੰ ਵੀ ਜਾਣਾ ਪਏਗਾ। ਯਾਨੀ ਕਿ ਮੈਂ ਮਤਲਬ ਕਿ ਥੋੜਾ ਅਡਾਪਸ਼ਨ ਦੇ ਬਾਰੇ 'ਚ ਹੈਗਾ, ਮੈਂ ਪਹਿਲਾਂ ਵੀ ਗੱਲ ਕਰੀ ਸੀਗੀ। ਉਹ ਜਿਹੜੀ ਗ੍ਰੀਨ ਵਾਲੀ ਬੁੱਕ ਹੈਗੀ ਹੈ, ਉਹਦੇ 'ਚ ਡਿਟੇਲ 'ਚ ਦਿੱਤਾ ਹੈਗਾ ਕੌਣ ਗੋਦ ਦੇ ਸਕਦਾ ਹੈ, ਕੌਣ ਗੋਦ ਲੈ ਸਕਦਾ ਹੈ। ਠੀਕ ਹੈ, ਕਿਹਦੀ ਕੰਸੈਂਟ ਲੋੜ ਹੈਗੀ ਹੈ, ਕਿਹਦੀ ਕੰਸੈਂਟ ਦੀ ਜ਼ਰੂਰਤ ਨਹੀਂ ਹੈਗੀ। ਜੇ ਕੋਈ ਹਸਬੈਂਡ ਵਾਈਫ ਕਿਸੇ ਬੱਚੇ ਨੂੰ ਗੋਦ ਦੇਣਾ ਚਾਹੁੰਦੇ ਨੇ, ਤਾਂ ਜੇ ਹਸਬੈਂਡ ਦੇਣਾ ਚਾਹੁੰਦਾ ਹੈ ਤਾਂ ਵਾਈਫ ਦੀ ਕੰਸੈਂਟ ਜ਼ਰੂਰੀ ਹੈ। ਜੇ ਵਾਈਫ ਗੋਦ ਦੇਣਾ ਚਾਹੁੰਦੀ ਹੈ ਤਾਂ ਹਸਬੈਂਡ ਦੀ ਕੰਸੈਂਟ ਜ਼ਰੂਰੀ ਹੈ। ਠੀਕ ਹੈ, ਇਸੇ ਤਰੀਕੇ ਜਦੋਂ ਗੋਦ ਲੈਣ ਵਾਲੇ ਵਿਅਕਤੀ ਨੇ, ਹਸਬੈਂਡ ਵਾਈਫ, ਮਤਲਬ ਕੱਲਾ ਮਰਜ਼ੀ ਨਾਲ ਹਸਬੈਂਡ ਗੋਦ ਲੈ ਨਹੀਂ ਸਕਦਾ ਕਿਸੇ ਬੱਚੇ ਨੂੰ। ਠੀਕ ਹੈ, ਜੇ ਹਸਬੈਂਡ ਗੋਦ ਲੈਣਾ ਚਾਹੁੰਦਾ ਹੈ ਤਾਂ ਵਾਈਫ ਦੀ ਕੰਸੈਂਟ ਜ਼ਰੂਰੀ ਹੈ। ਜੇ ਵਾਈਫ ਗੋਦ ਲੈਣਾ ਚਾਹੁੰਦੀ ਹੈ ਤਾਂ ਹਸਬੈਂਡ ਦੀ ਕੰਸੈਂਟ ਜ਼ਰੂਰੀ ਹੈ। ਇਸੇ ਤਰੀਕੇ ਜੇ ਕੋਈ ਜਿਹੜਾ ਵਿਅਕਤੀ ਹੈ, ਬੱਚਾ ਗੋਦ ਦੇਣ ਵਾਲਾ, ਜਿਸ ਬੱਚੇ ਦੀ ਗੋਦਨਾਮਾ ਹੋ ਰਿਹਾ ਹੈ, ਉਹ ਜੇ ਉਹਦੀ ਉਮਰ 14 ਸਾਲ ਤੋਂ ਉੱਪਰ ਟੱਪ ਜਾਵੇ ਤਾਂ ਉਹਦੀ ਗੋਦਨਾਮਾ ਨਹੀਂ ਹੋ ਸਕਦਾ। ਠੀਕ ਹੈ, ਇਸੇ ਤਰੀਕੇ ਕੁਝ ਕੰਡੀਸ਼ਨਸ ਹੈਗੀਆਂ ਨੇ। ਜੇ ਕੋਈ ਆਦਮੀ ਕਿਸੇ ਲੜਕੀ ਨੂੰ ਗੋਦ ਲੈ ਰਿਹਾ ਹੈ, ਵਿਅਕਤੀ ਮੇਲ ਕਿਸੇ ਲੜਕੀ ਨੂੰ ਗੋਦ ਲੈ ਰਿਹਾ ਹੈ, ਤਾਂ ਉਹਦੀ ਜਿਹੜੀ ਏਜ ਹੈਗੀ ਹੈ, ਜਿਹੜਾ ਏਜ ਦਾ ਡਿਫਰੈਂਸ ਹੈਗਾ, ਠੀਕ ਹੈ, ਉਹ ਦੇਖਿਆ ਜਾਂਦਾ ਹੈ। ਇਸੇ ਤਰੀਕੇ ਜੇ ਕੋਈ ਫੀਮੇਲ ਕਿਸੇ ਲੜਕੇ ਨੂੰ ਗੋਦ ਲੈ ਰਹੀ ਹੈ, ਠੀਕ ਹੈ, ਤਾਂ ਉਹਨਾਂ ਦੀ ਏਜ ਦਾ ਜਿਹੜਾ ਡਿਫਰੈਂਸ ਹੈ ਕਿੰਨਾ ਹੋਣਾ ਚਾਹੀਦਾ ਹੈ। ਮਤਲਬ ਇਹ ਨਾ ਹੋਵੇ ਵੀ ਦੋਵੇਂ ਬਰਾਬਰ ਏਜ ਦੇ ਹੋ ਜਾਣ। ਕਹਿਣ ਦਾ ਮਤਲਬ ਇਹ ਹੈ ਵੀ ਉਹ ਮਿਸਯੂਟੀਲਾਈਜ਼ ਨਾ ਹੋਵੇ। ਇਹ ਗੋਦਨਾਮੇ ਦੀ ਜਿਹੜੀ ਪਰਿਭਾਸ਼ਾ ਹੈਗੀ ਹੈ, ਮਿਸਯੂਟੀਲਾਈਜ਼ ਨਾ ਹੋਵੇ। ਕੋਈ ਲੇਡੀ ਕਿਸੇ ਜੈਂਟਸ ਨੂੰ ਜੇ ਗੋਦ ਲੈਣਾ ਚਾਹੁੰਦੀ ਹੈ, ਤਾਂ ਦੇਖੋ ਬੱਚੇ ਦੀ ਉਮਰ ਹੈ 14 ਸਾਲ ਤੋਂ ਵੱਧ ਦਾ ਬੱਚਾ ਜਿਹੜਾ ਹੈ ਗੋਦ ਨਹੀਂ ਹੋ ਸਕਦਾ। ਫਿਰ ਦੋਹਾਂ ਦੀ ਜਿਹੜਾ ਏਜ ਦਾ ਡਿਫਰੈਂਸ ਵੀ ਹੋਣਾ ਚਾਹੀਦਾ ਹੈਗਾ, ਘੱਟੋ ਘੱਟ ਮੇਰੇ ਖਿਆਲ 21 ਸਾਲ ਦੀ। ਉਹ ਬੁੱਕਸ ਮੇਰੇ ਹੁਣ ਜਵਾਨੀ ਯਾਦ ਨਹੀਂ ਹੈਗਾ। ਏਜ ਦਾ ਡਿਫਰੈਂਸ ਵੀ ਹੋਣਾ ਚਾਹੀਦਾ ਹੈ ਆਪੋਜ਼ਿਟ ਪਾਰਟੀ ਦਾ ਆਪਸ ਦੇ ਵਿੱਚ। ਜੇ ਤਾਂ ਮੇਲ ਤੇ ਮੇਲ ਹੀ ਗੋਦਨਾਮਾ ਲੈ ਰਹੇ ਨੇ, ਫਿਰ ਤਾਂ ਏਜ ਦਾ ਡਿਫਰੈਂਸ ਦੀ ਕੋਈ ਗੱਲ ਨਹੀਂ ਕੀਤੀ ਗਈ। ਪਰ ਜੇਕਰ ਆਪੋਜ਼ਿਟ ਪਾਰਟੀ ਨੂੰ ਗੋਦ ਲਿਆ ਜਾ ਰਿਹਾ ਹੈ, ਮੇਲ ਵੱਲੋਂ ਫੀਮੇਲ ਨੂੰ ਗੋਦ ਲਿਆ ਜਾ ਰਿਹਾ ਹੈ, ਜਾਂ ਫੀਮੇਲ ਵੱਲੋਂ ਮੇਲ ਨੂੰ ਗੋਦ ਲਿਆ ਜਾ ਰਿਹਾ ਹੈ,
ਦੈਨ ਜਿਹੜੀ ਉਹਨਾਂ ਦੀ ਏਜ ਡਿਫਰੈਂਸ ਹੈਗੀ ਹੈ ਉਹ ਇੱਕ ਫਿਕਸ ਕੀਤੀ ਗਈ ਹੈ ਵੀ ਇਦੋਂ ਜਿਹੜੀ ਏਜ ਜਿਹੜਾ ਡਿਫਰੈਂਸ ਹੈ ਉਹ ਘੱਟ ਨਹੀਂ ਹੋਣਾ ਚਾਹੀਦਾ। ਠੀਕ ਹੈ। ਇਹ ਤਾਂ ਅਸੀਂ ਜਿਹੜਾ ਅਸੀਂ ਪਹਿਲਾਂ ਪੜ੍ਹਿਆ ਸੀਗਾ, ਪਿਛਲਾ ਸਾਡਾ ਲੈਕਚਰ ਸੀਗਾ ਡਿਪੋਜ਼ਿਟ ਆਫ ਬਿਲਸ। ਅੱਗੇ ਅਸੀਂ ਬਿਲਸ ਡਿਪੋਜ਼ਿਟ ਕੀਤੀ ਹੁੰਦੀ ਹੈ, ਰਜਿਸਟਰਾਰ ਦੇ ਆਫਿਸ 'ਚ ਹੁੰਦੀ ਹੈ। ਵਿਦਡਰਾਅਲ ਆਫ ਦਾ ਜੇ ਕੋਈ ਡਿਪੋਜ਼ਿਟ ਬਿਲ ਕਰਾਉਂਦਾ ਆਪਣੀ ਰਜਿਸਟਰਾਰ ਦੇ ਆਫਿਸ ਦੇ ਵਿੱਚ ਉਹ ਵਾਪਸ ਲੈ ਵੀ ਸਕਦਾ ਹੈ। ਠੀਕ ਹੈ। ਤੇ ਅੱਜ ਅਸੀਂ ਡਿਸਕਸ ਕਰਾਂਗੇ ਸੈਕਸ਼ਨ 47 ਤੋਂ ਇਫੈਕਟਸ ਆਫ ਦਾ ਰਜਿਸਟ੍ਰੇਸ਼ਨ ਐਂਡ ਨॉन ਰਜਿਸਟ੍ਰੇਸ਼ਨ। ਜੇ ਕੋਈ ਡਾਕੂਮੈਂਟ ਰਜਿਸਟਰਡ ਹੁੰਦਾ ਹੈ ਜਾਂ ਨॉन ਰਜਿਸਟਰਡ ਹੁੰਦਾ ਹੈ, ਇਫੈਕਟਸ ਆਫ ਰਜਿਸਟ੍ਰੇਸ਼ਨ ਐਂਡ ਨॉन ਰਜਿਸਟ੍ਰੇਸ਼ਨ ਦੋਨੋਂ ਡਾਕੂਮੈਂਟਾਂ ਦਾ ਕੀ ਇਫੈਕਟ ਹੈਗਾ ਆਪਸ ਦੇ ਵਿੱਚ, ਕਿਹੜਾ ਡਾਕੂਮੈਂਟ ਇਨਫੋਰਸੇਬਲ ਹੋਏਗਾ, ਕਿਹੜਾ ਡਾਕੂਮੈਂਟ ਇਨਫੋਰਸੇਬਲ ਨਹੀਂ ਹੋਏਗਾ। ਠੀਕ ਹੈ। ਰਜਿਸਟਰਡ ਡਾਕੂਮੈਂਟ, ਅਨਰਜਿਸਟਰਡ ਡਾਕੂਮੈਂਟ ਦਾ ਕੀ ਇਫੈਕਟ ਹੈਗਾ। ਇਹ ਹੈਗਾ ਪਾਰਟ 10 of the effects of the rescission and non-rescission, section 47, time from which registered document operates। ਸਭ ਤੋਂ ਪਹਿਲਾਂ section 47 ਦੇ ਵਿੱਚ ਹੈਗਾ ਵੀ ਕਿਸ ਟਾਈਮ ਤੋਂ ਕਿਹੜਾ ਡਾਕੂਮੈਂਟ ਆਪਰੇਟ ਹੁੰਦਾ ਹੈ। ਕਿ ਜਿਹੜਾ ਡਾਕੂਮੈਂਟ ਹੈ ਉਹ ਰਜਿਸਟਰ ਹੋਣ ਤੋਂ ਬਾਅਦ ਆਪਰੇਟ ਹੁੰਦਾ ਹੈ ਜਾਂ ਪਹਿਲਾਂ ਪਿੱਛੋਂ ਵੀ ਹੋ ਸਕਦਾ ਹੈ। ਕਦੋਂ ਕੋਈ ਡਾਕੂਮੈਂਟ ਆਪਰੇਟ ਹੁੰਦਾ ਹੈ, ਮਤਲਬ ਸਟਾਰਟ ਕਦੋਂ ਹੁੰਦਾ ਹੈ। ਕੀ ਡਾਕੂਮੈਂਟ, ਮੰਨ ਲਓ ਕੋਈ ਰਜਿਸਟਰੀ ਹੈ, ਰਜਿਸਟਰੀ ਲਿਖੀ ਗਈ 5 ਤਰੀਕ ਨੂੰ, ਰਜਿਸਟਰੀ 5 ਦਸੰਬਰ ਨੂੰ ਲਿਖੀ ਗਈ। ਠੀਕ ਹੈ। ਜਾ ਕੇ ਰਜਿਸਟਰੀ 20 ਦਸੰਬਰ ਨੂੰ ਰਜਿਸਟਰਡ ਹੁੰਦੀ ਹੈ। ਕੀ ਟਾਈਮਿੰਗ ਹੋਏਗਾ ਇਹਦਾ ਆਪਰੇਟ ਹੁੰਦਾ, ਕੀ ਟਾਈਮ ਹੋਏਗਾ ਰਜਿਸਟਰੀ ਆਪਰੇਟ ਹੁੰਦਾ, ਟਾਈਮ ਕੀ ਹੋਏਗਾ। ਆਪਾਂ 5 ਦਸੰਬਰ ਲਾਵਾਂਗੇ ਜਾਂ ਇਸ ਨੂੰ 20 ਦਸੰਬਰ ਲਾਵਾਂਗੇ। ਦੇਖੋ ਇਹਦੇ ਵਿੱਚ ਕੀ ਹੈ, ਕਈ ਡਾਕੂਮੈਂਟ ਇਦਾਂ ਦੇ ਹੁੰਦੇ ਆ, ਜਿਵੇਂ ਹੁਣ ਕੋਈ ਡਾਕੂਮੈਂਟ ਹੈ ਜਦੋਂ ਐਗਜ਼ੀਕਿਊਸ਼ਨ ਹੋ ਗਈ, ਮੰਨ ਲਓ ਸੇਲ ਡੀਡ ਹੈ, ਸੇਲ ਡੀਡ ਦੇ ਉੱਪਰ ਜਦੋਂ ਦੋਨੋਂ ਪਾਰਟੀਆਂ ਦੇ ਸਾਈਨ ਹੋ ਗਏ ਇਨ ਦਾ ਪ੍ਰੈਜ਼ੈਂਸ ਆਫ ਦਾ ਵਿਟਨੈਸਸ। ਠੀਕ ਹੈ। ਉਹ ਡਾਕੂਮੈਂਟ ਨੂੰ ਅਸੀਂ ਕਹਾਂਗੇ ਵੀ ਇਹ ਡਾਕੂਮੈਂਟ ਐਗਜ਼ੀਕਿਊਟ ਹੋ ਚੁੱਕਿਆ, ਡਾਕੂਮੈਂਟ ਐਗਜ਼ੀਕਿਊਟ ਹੋ ਚੁੱਕਿਆ। ਡਾਕੂਮੈਂਟ ਦੀ ਜਿਹੜੀ ਇਨਫੋਰਸਮੈਂਟ ਹੈ ਉਹ ਡੇਟ ਆਫ ਐਗਜ਼ੀਕਿਊਸ਼ਨ ਤੋਂ ਸਟਾਰਟ ਹੋ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਤੁਹਾਡੇ ਬਹੁਤ ਸਾਰੇ ਜਿਹੜੀਆਂ ਸਟੈਂਪ ਡਿਊਟੀਆਂ ਪਈਆਂ ਨੇ, ਸਟੈਂਪ ਡਿਊਟੀਆਂ ਦੀ ਜਿਹੜੀ ਏਰੀਅਰਸ ਪਏ ਨੇ ਆਪਣੇ ਦਫ਼ਤਰਾਂ ਦੇ ਰਜਿਸਟਰਿੰਗ ਆਫਿਸਰ ਦੇ ਵਿੱਚ, ਬਹੁਤ ਸਾਰੇ ਡਾਕੂਮੈਂਟ ਇਦਾਂ ਦੇ ਹੈਗੇ ਨੇ ਜਿਹੜੇ ਤੁਹਾਡੇ ਆਡਿਟ ਪਹਿਲੇ ਨਿਕਲੇ ਹੋਏ ਨੇ, ਉਹ ਇਸ ਦੇ ਉੱਪਰ ਕੰਸਰਨਡ ਨੇ। ਬਹੁਤ ਸਾਰੇ ਡਾਕੂਮੈਂਟ, ਬਹੁਤ ਸਾਰੇ ਤੁਹਾਡੇ ਪਹਿਰੇ ਨੇ, ਲੱਖਾਂ ਕਰੋੜਾਂ ਰੁਪਈਆ ਤੁਹਾਡਾ ਇਸ ਇੱਕ ਟੈਕਨੀਕਲ ਪੁਆਇੰਟ ਨੂੰ ਲੈ ਕੇ ਬਕਾਇਆ ਖੜਾ ਹੈਗਾ। ਕਾਰਨ ਕੀ ਹੁੰਦਾ ਹੈ, ਡਾਕੂਮੈਂਟ ਰਜਿਸਟਰ ਹੋ ਗਿਆ, ਡਾਕੂਮੈਂਟ ਰਜਿਸਟਰ ਹੋ ਗਿਆ, ਸੌਰੀ ਰਜਿਸਟਰ ਨਹੀਂ ਹੋਇਆ, ਡਾਕੂਮੈਂਟ ਲਿਖਿਆ ਗਿਆ, ਪਾਰਟੀਆਂ ਦੇ ਸਾਈਨ ਹੋ ਗਏ, ਪਾਰਟੀਆਂ ਮੁੱਕਰ ਗਈਆਂ ਕਿਸੇ ਕਾਰਨ, ਜਾਂ ਉਹਨਾਂ ਦੀ ਆਪਸ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਜਿਹੜਾ ਡਾਕੂਮੈਂਟ ਹੈ ਰਜਿਸਟਰਿੰਗ ਆਫਿਸਰ ਦੇ ਵਿੱਚ ਪੇਸ਼ ਹੀ ਨਹੀਂ ਹੋਇਆ, ਡਾਕੂਮੈਂਟ ਰਜਿਸਟਰਡ ਨਹੀਂ ਹੋਇਆ। ਠੀਕ ਹੈ। ਫਿਰ ਕੀ ਹੋਏਗਾ, ਉਹ ਪਾਰਟੀਆਂ ਪੈਸੇ ਵਾਪਸ ਲੈਂਦੀਆਂ ਨੇ, ਸਬ ਐਸਡੀਐਮ ਆਫਿਸ ਦੇ ਵਿੱਚ ਐਪਲੀਕੇਸ਼ਨ ਦਿੰਦੀਆਂ ਨੇ ਵੀ ਸਾਡਾ ਜਿਹੜਾ ਬੇਸਿਕਾ ਸੀਗਾ, ਅਸੀਂ ਆ ਜਿਹੜੇ 1 ਲੱਖ ਰੁਪਏ ਦੇ ਸਟਾਮ ਲਗਾਏ ਸੀਗੇ, ਇਹ ਜਿਹੜੇ ਸਟਾਮ ਨੇ ਹੁਣ ਅਸੀਂ ਇਹ ਵਾਪਸ ਲੈਣਾ ਚਾਹੁੰਦੇ ਹਾਂ, ਕਿਉਂਕਿ ਇਹ ਜਿਹੜਾ ਡਾਕੂਮੈਂਟ ਹੈ ਅਸੀਂ ਰਜਿਸਟਰੀ ਨਹੀਂ ਕਰਵਾਉਣਾ ਚਾਹੁੰਦੇ। ਉਹਦੇ ਲਈ ਦੇਖੋ ਸੈਪਰੇਟ ਪ੍ਰੋਵੀਜ਼ਨ ਹੈਗਾ ਵੀ ਕਿੰਨੇ ਸਮੇਂ ਦੇ ਅੰਦਰ ਅੰਦਰ ਤੁਸੀਂ ਐਪਲੀਕੇਸ਼ਨ ਦੇਣੀ ਹੁੰਦੀ ਹੈ। ਠੀਕ ਹੈ। 6 ਮੰਥ ਦਾ ਟਾਈਮ ਦਿੱਤਾ ਗਿਆ। ਆਪਾਂ ਜਦੋਂ ਸਟੈਂਪ ਐਕਟ ਪੜਾਂਗੇ ਉਹਦੇ ਵਿੱਚ ਤੁਹਾਨੂੰ ਪ੍ਰੋਵਾਈਡ ਹੋਏਗਾ, ਸੈਕਸ਼ਨ 50 ਦੇ ਵਿੱਚ ਹੋਏਗਾ, ਸੈਕਸ਼ਨ 50 ਦੇ ਵਿੱਚ ਟਾਈਮ ਲਿਮਿਟ ਦਿੱਤੀ ਗਈ ਹੈਗੀ ਵੀ ਕਿਹੜੇ ਕਿਹੜੇ ਸਮੇਂ ਦੇ ਵਿੱਚ ਕਦੋਂ ਕੋਈ ਡਾਕੂਮੈਂਟ ਜਿਹੜਾ ਸਟੈਂਪ ਹੈਗੇ ਵਾਪਸ ਅਸੀਂ ਲੈ ਸਕਦੇ ਹੁੰਦੇ ਹਾਂ। ਠੀਕ ਹੈ। ਕਿਉਂਕਿ ਸੈਪਰੇਟ ਇਸ਼ੂ ਹੈਗਾ, ਪਰ ਮੈਂ ਇੱਥੇ ਜਿਹੜੀ ਗੱਲ ਕਰ ਰਿਹਾ ਤੁਹਾਨੂੰ ਸਾਰਾ ਸਿੰਪਲ ਜੀ ਗੱਲ ਦੱਸ ਰਿਹਾ ਹੈਗਾ ਵੀ ਇਹ ਹੁੰਦਾ ਕੀ ਹੈ। ਇਨਫੋਰਸਮੈਂਟ ਰਜਿਸਟ੍ਰੇਸ਼ਨ ਦੀ ਤੇ ਨॉन ਰਜਿਸਟ੍ਰੇਸ਼ਨ ਦਾ ਫਰਕ ਕੀ ਹੈ। ਠੀਕ ਹੈ। ਪਾਰਟੀ ਐਪਲੀਕੇਸ਼ਨ ਹੁੰਦੀ ਹੈ ਐਸਡੀਐਮ ਆਫਿਸ ਦੇ ਵਿੱਚ ਵੀ ਇਹ ਜਿਹੜੇ ਸਾਡੇ ਸਟਾਮ ਨੇ ਇਹ ਵਾਪਸ ਕੀਤੇ ਜਾਣ, ਉਹ ਜੋ ਵੀ ਪ੍ਰੋਸੀਜਰ ਹੈਗਾ 10% ਕੱਟ ਕੇ ਜੋ ਵੀ ਹੈਗਾ ਉਹ ਵਾਪਸ ਕਰ ਦਿੰਦੇ ਆ, ਪਰ ਉਹ ਜਿਹੜਾ ਡਾਕੂਮੈਂਟ ਹੁੰਦਾ ਹੈ ਉਹ ਤੁਸੀਂ ਐਸਡੀਐਮ ਆਫਿਸ ਜਮ੍ਹਾਂ ਹੋ ਜਾਂਦਾ ਹੈ। ਠੀਕ ਹੈ। ਹੁਣ ਆਡਿਟ ਪਾਰਟੀ ਆਉਂਦੀ ਹੈ, ਆਡਿਟ ਪਾਰਟੀ ਐਸਡੀਐਮ ਆਫਿਸ ਦੀ ਵੀ ਚੈਕਿੰਗ ਕਰਦੀ ਹੈ ਸਟੈਂਪ ਡਿਊਟੀ ਦੇ ਰਿਗਾਰਡਿੰਗ, ਆਡਿਟ ਪਾਰਟੀ ਸਬ ਰਜਿਸਟਰਾਰ ਦੇ ਆਫਿਸ 'ਚ ਵੀ ਚੈਕਿੰਗ ਕਰਦੀ ਹੈ। ਐਸਡੀਐਮ ਦੇ ਆਫਿਸ ਦੇ ਵਿੱਚ ਆਡਿਟ ਪਾਰਟੀ ਵੱਲੋਂ ਕੀ ਚੈੱਕ ਕੀਤਾ ਜਾਂਦਾ ਹੈ, ਐਸਡੀਐਮ ਆਫਿਸ ਦੇ ਵਿੱਚ ਆਡਿਟ ਪਾਰਟੀ ਇਹ ਦੇਖਦੀ ਹੈ ਵੀ ਕਿਹੜੇ ਸਟੈਂਪ ਜਿਹੜੇ ਹੈਗੇ ਨੇ ਵਾਪਸ ਕੀਤੇ ਗਏ ਹੈ, ਕਿਹੜੇ ਸਟੈਂਪਾਂ ਦੇ ਵਿੱਚ ਪਾਰਟੀਆਂ ਨੇ ਅਰਜ਼ੀਆਂ ਦਿੱਤੀਆਂ, ਕਿਹੜੇ ਸਟੈਂਪ ਜਿਹੜੇ ਹੈਗੇ ਵਾਪਸ ਦਿੱਤੇ ਗਏ, ਕਿੰਨੇ ਪੈਸੇ ਦੇ ਸਟੈਂਪ ਸੀ, ਕਿੰਨੇ ਪੈਸੇ ਪਾਰਟੀ ਨੂੰ ਵਾਪਸ ਦਿੱਤੇ ਗਏ, ਕੀ ਇਹਦੇ ਵਿੱਚ ਕੋਈ ਅਨੋਮਲੀ ਤਾਂ ਨਹੀਂ ਹੋਈ ਕਿ ਬਾਕੀ ਪ੍ਰੋਪਰ ਜਿੰਨੇ ਸਟੈਂਪ ਆਏ ਸੀਗੇ ਲਾਅ ਦੇ ਮੁਤਾਬਕ ਹੀ ਉਹਦਾ ਜਿਹੜਾ ਹੈਗਾ ਕਮਿਸ਼ਨ ਕੱਟ ਕੇ
ਲਾਅ ਦੇ ਮੁਤਾਬਿਕ ਪੈਸੇ ਦਿੱਤੇ ਗਏ ਨੇ। ਠੀਕ ਹੈ, ਇਹ ਸਾਰਾ ਕੁਝ ਜਿਹੜਾ ਪਾਰਟੀ ਹੈਗੀ ਜਿੰਨਾ ਟਾਈਮ ਪੀਰੀਅਡ ਪਾਰਟੀ ਕੋਲ ਹੁੰਦਾ 2 ਸਾਲ ਦਾ ਜਾਂ 1 ਸਾਲ ਦੀ ਜਿਹਦੀ ਆਡਿਟ ਕਰਨੀ ਹੁੰਦੀ ਹੈ, ਉਹਨਾਂ ਨੇ ਉਹ ਆਡਿਟ ਨੂੰ ਉਹਨਾਂ ਕੀਤੀ ਜਾਂਦੀ ਹੈ। ਇਸ ਕੇਸ ਦੇ ਵਿੱਚ ਆ ਕੇ ਕੀ ਹੁੰਦਾ ਹੈ, ਇਸ ਕੇਸ ਦੇ ਵਿੱਚ ਜਦੋਂ ਪਾਰਟੀਆਂ ਆਡਿਟ ਕਰਦੀਆਂ ਨੇ, ਜੇ ਕੋਈ ਡਾਕੂਮੈਂਟ ਦੋਨੇ ਪਾਰਟੀਆਂ ਵੱਲੋਂ ਰਜਿਸਟਰ ਹੋਇਆ ਹੁੰਦਾ ਹੈ, ਰਜਿਸਟਰ ਸੌਰੀ ਮੈਂ ਫਿਰ ਦੁਬਾਰਾ ਗਲਤ ਕਹਿ ਗਿਆ, ਜਦੋਂ ਕੋਈ ਦੋਨੋਂ ਪਾਰਟੀਆਂ ਵੱਲੋਂ ਐਗਜ਼ੀਕਿਊਟ ਹੋਇਆ ਹੁੰਦਾ, ਸਾਈਨ ਹੋ ਚੁੱਕੇ ਹੁੰਦੇ ਨੇ, ਤਾਂ ਆਡਿਟ ਪਾਰਟੀ ਇਸ ਨੂੰ ਡਾਕੂਮੈਂਟ ਮੰਨਦੀ ਹੈ ਵੀ ਇਹ ਡਾਕੂਮੈਂਟ ਇਨਫੋਰਸ ਹੋ ਚੁੱਕਿਆ। ਠੀਕ ਹੈ, ਤਾਂ ਆਡਿਟ ਪਾਰਟੀ ਕੀ ਕਹਿੰਦੀ ਹੈ ਵੀ ਇਹ ਜਿਹੜੇ ਸਟੈਪ ਸੀਗੇ ਇਹ ਤਾਂ ਰਜਿਸਟਰੀ ਹੋ ਚੁੱਕੀ, ਬੇਸ਼ੱਕ ਇਹ ਰਜਿਸਟਰ ਹੋਈ ਚਾਹੇ ਨਾ ਹੋਈ, ਪਰ ਇਹ ਰਜਿਸਟਰੀ ਹੋ ਚੁੱਕੀ, ਪਾਰਟੀਆਂ ਦੇ ਸਾਈਨ ਹੋ ਗਏ, ਡਾਕੂਮੈਂਟ ਜਿਹੜਾ ਹੈਗਾ ਐਗਜ਼ੀਕਿਊਸ਼ਨ ਮੁਕੰਮਲ ਹੋ ਗਈ। ਜਦੋਂ ਜਿੱਥੇ ਕਿਤੇ ਐਗਜ਼ੀਕਿਊਸ਼ਨ ਮੁਕੰਮਲ ਹੋ ਗਈ ਤਾਂ ਉੱਥੇ ਆਡਿਟ ਪਾਰਟੀ ਕਹਿੰਦੀ ਵੀ ਇਹ ਸਟੈਂਪ ਡਿਊਟੀ ਵਾਪਸ ਨਹੀਂ ਸੀ ਹੋਣੀ ਬਣਦੀ। ਠੀਕ ਹੈ, ਇਹ ਸਟੈਂਪ ਡਿਊਟੀ ਵਾਪਸ ਹੋਣੀ ਨਹੀਂ ਸੀ ਬਣਦੀ, ਇਹ ਪਰਸਨਲ ਡਾਕੂਮੈਂਟ ਬਣ ਗਿਆ ਪਾਰਟੀਆਂ ਦਾ। ਪਰ ਹੁਣ ਇਨ ਪ੍ਰੈਕਟੀਕਲ ਜੇ ਅਸੀਂ ਦੇਖੀਏ ਇਹ ਸੰਭਵ ਨਹੀਂ ਹੈ, ਕਿਉਂਕਿ ਅਸੀਂ ਜਦੋਂ ਹਾਇਰ ਲੈਵਲ ਦੀਆਂ ਮੀਟਿੰਗਸ ਕਈ ਵਾਰੀ ਅਟੈਂਡ ਕੀਤੀਆਂ ਹੈਗੀਆਂ ਨੇ, FCR ਲੈਵਲ ਤੇ ਮੀਟਿੰਗ ਅਟੈਂਡ ਕੀਤੀਆਂ ਹੈਗੀਆਂ ਨੇ, ਉੱਥੇ ਇਹ ਜਿਹੜਾ ਹੈਗਾ ਆਬਜੈਕਸ਼ਨ ਹੈ ਸਾਡੇ ਵੱਲੋਂ, ਮੇਰੇ ਵੱਲੋਂ ਖੁਦ ਵੀ ਉਠਾਇਆ ਗਿਆ ਹੈਗਾ ਵੀ ਦੱਸੋ ਜੀ ਹੁਣ ਇੱਕ ਪਾਰਟੀ ਨੇ ਜਦੋਂ ਰਜਿਸਟਰੀ ਹੋਈ ਹੀ ਨਹੀਂ ਤਾਂ ਫਿਰ ਉਹ ਕਿੱਥੇ ਜਾਵੇ, ਉਹਦੇ 5 ਲੱਖ ਰੁਪਏ ਦੀ ਸਟੈਂਪ ਡਿਊਟੀ ਲੱਗੀ ਵੀ ਹੈ, ਰਜਿਸਟਰੀ ਵਾਲੀ ਦੀ ਹੋਈ ਨਹੀਂ ਹੈਗੀ, ਤੇ ਹੁਣ ਆਡਿਟ ਪਾਰਟੀ ਕਹਿੰਦੀ ਵੀ 5 ਲੱਖ ਰੁਪਏ ਦੀ ਜਿਹੜੀ ਹੈਗੀ ਗਲਤ ਤੁਸੀਂ ਪੇਮੈਂਟ ਕਰ ਦਿੱਤੀ। ਆਡਿਟ ਪਾਰਟੀ ਨੇ ਪਹਿਰਾ ਬਣਾ ਦਿੱਤਾ, ਇਹਦੇ ਵਿੱਚ ਕੋਈ ਨਾ ਕੋਈ ਅਮੈਂਡਮੈਂਟ ਹੋਣੀ ਚਾਹੀਦੀ ਹੈਗੀ ਹੈ। ਪਰ ਆਡਿਟ ਪਾਰਟੀ ਕੀ ਕਹਿੰਦੀ ਹੈ, ਆਡਿਟ ਪਾਰਟੀ ਜਿਵੇਂ ਲਾਅ ਕਹਿੰਦਾ ਹੈ, ਲਾਅ ਕੀ ਕਹਿੰਦਾ ਹੈ ਵੀ ਜਦੋਂ ਪਾਰਟੀਆਂ ਦੇ ਸਾਈਨ ਹੋ ਗਏ, ਡਾਕੂਮੈਂਟ ਐਗਜ਼ੀਕਿਊਟ ਹੋ ਗਿਆ, ਜਿਵੇਂ ਕਿ ਹੁਣ ਆਪਾਂ ਇਹ ਸੈਕਸ਼ਨ ਪੜ੍ਹ ਰਹੇ ਹਾਂ, ਸੈਕਸ਼ਨ 47, ਇਨਫੋਰਸਮੈਂਟ ਕਦੋਂ ਹੋਏਗੀ? ਫਰੋਮ ਦਾ ਡੇਟ ਆਫ ਦਾ ਐਗਜ਼ੀਕਿਊਸ਼ਨ, ਨਾਟ ਫਰੋਮ ਦਾ ਡੇਟ ਆਫ ਦਾ ਰਜਿਸਟ੍ਰੇਸ਼ਨ। ਡਾਕੂਮੈਂਟ ਦੀ ਜਿਹੜੀ ਇਨਫੋਰਸਮੈਂਟ ਹੈ, ਸੈਕਸ਼ਨ 47 ਕੀ ਕਹਿੰਦਾ ਹੈ? ਫਰੋਮ ਦਾ ਡੇਟ ਆਫ ਦਾ ਐਗਜ਼ੀਕਿਊਸ਼ਨ ਬਾਈ ਦਾ ਪਾਰਟੀਜ਼, ਨਾਟ ਫਰੋਮ ਦਾ ਡੇਟ ਆਫ ਦਾ ਰਜਿਸਟ੍ਰੇਸ਼ਨ। ਚਾਹੇ ਰਜਿਸਟ੍ਰੇਸ਼ਨ ਜਿਹੜੀ ਰਜਿਸਟਰੀ ਹੈ ਉਹ 4 ਦਿਨ 5 ਦਿਨ 10 ਦਿਨ 20 ਦਿਨ ਬਾਅਦ ਜਾ ਕੇ ਹੁੰਦੀ ਹੈ, ਪਰ ਜਿਹੜੀ ਇਨਫੋਰਸਮੈਂਟ ਹੈ, ਡਾਕੂਮੈਂਟ ਇਨਫੋਰਸ ਹੋ ਗਿਆ, ਉਹ ਉਸੇ ਡੇਟ ਤੋਂ ਹੋ ਗਿਆ ਜਦੋਂ ਪਾਰਟੀਆਂ ਨੇ ਡਾਕੂਮੈਂਟ ਨੂੰ ਐਗਜ਼ੀਕਿਊਟ ਕਰ ਦਿੱਤਾ। ਠੀਕ ਹੈ ਜੀ, ਇਹ ਤਾਂ ਆਪਾਂ ਪੜ੍ਹ ਰਹੇ ਸੀ ਡੇਟ ਆਫ ਐਗਜ਼ੀਕਿਊਸ਼ਨ, ਨਾ ਡੇਟ ਆਫ ਇਨਫੋਰਸਮੈਂਟ ਆਫ ਦਾ ਡਾਕੂਮੈਂਟ। ਜੇ ਹੁਣ ਤੁਹਾਨੂੰ ਕੋਈ ਆ ਜਾਂਦਾ ਕੁਐਸਚਨ ਤਾਂ 47 ਦੇ ਵਿੱਚ ਤੁਸੀਂ ਕਲੀਅਰ ਸਮਝ ਗਏ ਵੀ ਜਦੋਂ ਰਜਿਸਟਰੀ ਹੁੰਦੀ ਹੈ ਨਹੀਂ ਇਨ ਪ੍ਰੈਕਟੀਕਲ ਆਪਾਂ ਇਹ ਸਮਝਦੇ ਹਾਂ ਵੀ ਡਾਕੂਮੈਂਟ ਇਨਫੋਰਸ ਉਦੋਂ ਹੋਏਗਾ ਜਦੋਂ ਅਸੀਂ ਉਹ ਡਾਕੂਮੈਂਟ ਰਜਿਸਟਰ ਹੋ ਗਿਆ। ਹਰ ਕਿਸੇ ਦੇ ਦਿਮਾਗ ਦੇ ਵਿੱਚ ਦੇਖੋ, ਸਾਡੇ ਹਰ ਕਿਸੇ ਦੇ ਦਿਮਾਗ ਦੇ ਵਿੱਚ ਇਹੀ ਗੱਲ ਹੁੰਦੀ ਹੈ ਵੀ ਡਾਕੂਮੈਂਟ ਜਦੋਂ ਰਜਿਸਟਰ ਹੋ ਗਿਆ ਉਦੋਂ ਇਹ ਡਾਕੂਮੈਂਟ ਲਾਗੂ ਹੋਏਗਾ, ਪਰ ਨਹੀਂ। ਸੈਕਸ਼ਨ 47 ਕਹਿੰਦਾ ਹੈ ਵੀ ਡਾਕੂਮੈਂਟ ਲਾਗੂ ਉਦੋਂ ਹੋ ਗਿਆ ਜਦੋਂ ਡਾਕੂਮੈਂਟ ਐਗਜ਼ੀਕਿਊਟ ਹੋ ਗਿਆ। ਐਗਜ਼ੀਕਿਊਟ ਮਤਲਬ ਪਾਰਟੀਆਂ ਦੇ ਸਾਈਨ। ਨੈਕਸਟ ਪੜਾਂਗੇ ਸੈਕਸ਼ਨ 48। 48 ਸੈਕਸ਼ਨ ਕੀ ਕਹਿੰਦਾ? ਰਜਿਸਟਰਡ ਡਾਕੂਮੈਂਟ when to take effect against oral agreement। ਇੱਕ ਪਾਸੇ ਇੱਕ oral agreement ਕੀਤਾ ਪਾਰਟੀਆਂ ਨੇ, ਇੱਕ ਪਾਸੇ ਉਹਨਾਂ ਪਾਰਟੀਆਂ ਨੇ ਹੀ ਡਾਕੂਮੈਂਟ ਰਜਿਸਟਰ ਕਰ ਲਿਆ। ਠੀਕ ਹੈ, ਇੱਥੇ ਕਹਿੰਦੇ ਵੀ ਕਿਹੜੀ ਚੀਜ਼ ਅਫੈਕਟ ਕਰੇਗੀ, ਕਿਹੜਾ ਡਾਕੂਮੈਂਟ ਅਫੈਕਟ ਕਰੇਗਾ। ਇੱਥੇ ਆ ਕੇ ਨਹੀਂ ਗੱਲ ਕਰਦੀ ਵੀ ਜਿਹੜਾ ਰਜਿਸਟਰਡ ਡਾਕੂਮੈਂਟ ਹੈ ਚਾਹੇ ਉਹ ਮੂਲ ਪ੍ਰਾਪਰਟੀ ਹੈ ਚਾਹੇ ਉਹ ਇਮੂਲ ਪ੍ਰਾਪਰਟੀ ਹੈ, that will take effect from the oral agreement। ਜੇ ਕੋਈ oral agreement ਕੀਤਾ ਪਾਰਟੀਆਂ ਨੇ ਤਾਂ ਉਹ ਇਫੈਕਟ ਨਹੀਂ ਕਰੇਗਾ, ਜੇ ਕੋਈ ਰਜਿਸਟਰਡ ਡਾਕੂਮੈਂਟ ਕੀਤਾ ਹੈਗਾ ਉਹ ਇਫੈਕਟ ਕਰੇਗਾ। ਪਰ ਇੱਥੇ ਆ ਕੇ ਉਹਨਾਂ ਨੇ ਇੱਕ ਗੱਲ ਫਿਰ ਪ੍ਰੋਵਾਈਡ ਕਰ ਦਿੱਤੀ, ਪ੍ਰੋਵੀਜ਼ੋ ਦੇ ਦਿੱਤੀ ਫਿਰ ਵੀ ਜੇਕਰ ਪਾਰਟੀਆਂ ਨੇ ਕੋਈ ਐਗਰੀਮੈਂਟ ਟੂ ਸੈਲ ਕੀਤਾ ਹੋਇਆ ਹੈਗਾ, ਜਿੱਥੇ ਪ੍ਰੋਪਰਟੀ ਦਾ ਪੋਜੈਸ਼ਨ ਅੱਗੇ ਡਿਲੀਵਰ ਹੋਣਾ ਹੈ, ਐਗਰੀਮੈਂਟ ਟੂ ਸੈਲ ਕੀਤਾ ਹੋਇਆ ਹੈ, ਐਗਰੀਮੈਂਟ ਟੂ ਸੈਲ ਕੀਤਾ ਹੋਇਆ ਹੈ, ਉੱਥੇ ਕੀ ਹੈਗਾ? ਉੱਥੇ ਕੀ ਹੈ ਵੀ ਜਿਹੜਾ ਇਹਨੂੰ ਓਰਲ ਐਗਰੀਮੈਂਟ ਕਹਿ ਰਹੇ ਆਪਾਂ, ਇਹ ਐਗਰੀਮੈਂਟ ਜਿਹੜਾ ਸੈਲ ਹੈਗਾ that will take effect from the registered document। ਮੰਨ ਲਓ ਇੱਕ ਪਾਰਟੀ ਨੇ ਪਹਿਲਾਂ ਤਾਂ ਐਗਰੀਮੈਂਟ ਕਰ ਲਿਆ, ਫਿਰ ਉਸ ਪਾਰਟੀ ਨੇ ਕੁਝ ਡਾਕੂਮੈਂਟ ਰਜਿਸਟਰ ਕਰ ਲਿਆ ਉਸੇ ਪ੍ਰੋਪਰਟੀ ਨੂੰ ਲੈ ਕੇ। ਠੀਕ ਹੈ, ਹੁਣ ਇੱਥੇ ਕੀ ਕਹਿੰਦੇ ਵੀ ਕਿਹੜਾ ਡਾਕੂਮੈਂਟ ਪਹਿਲਾਂ ਅਫੈਕਟ ਕਰੇਗਾ, ਕਿ ਰਜਿਸਟਰਡ ਡਾਕੂਮੈਂਟ ਅਫੈਕਟ ਕਰੇਗਾ ਜਾਂ ਓਰਲ ਡਾਕੂਮੈਂਟ ਓਰਲ ਐਗਰੀਮੈਂਟ ਅਫੈਕਟ ਕਰੇਗਾ। ਬਾਕੀ ਤਾਂ ਉਹਨੇ ਕਿਹਾ ਵੀ ਸਾਰੇ ਕੇਸਾਂ ਦੇ ਵਿੱਚ ਜਿਹੜਾ ਹੈਗਾ ਰਜਿਸਟਰਡ ਡਾਕੂਮੈਂਟ ਅਫੈਕਟ ਕਰੇਗਾ ਓਰਲ ਐਗਰੀਮੈਂਟ ਦੀ ਥਾਂ ਤੇ। ਪਰ ਇਸ ਕੇਸ ਦੇ ਵਿੱਚ ਜਿੱਥੇ ਇਮੂਲ ਪ੍ਰਾਪਰਟੀ ਜਾਂ ਮੂਲ ਪ੍ਰਾਪਰਟੀ ਦਾ ਕਿਤੇ ਕਬਜ਼ਾ ਦਿੱਤਾ ਜਾਣਾ ਹੈਗਾ, ਇੱਥੇ ਆ ਕੇ ਇੱਕ ਪ੍ਰੋਵੀਜ਼ਨ ਦੇ ਦਿੱਤੀ ਵੀ ਜਿਹੜਾ ਓਰਲ ਐਗਰੀਮੈਂਟ ਪਟਵਾਰੀਆਂ ਪਾਰਟੀਆਂ ਦੇ ਵਿਚਕਾਰ ਹੋਇਆ ਹੈਗਾ ਤੇ ਉਸ ਓਰਲ ਐਗਰੀਮੈਂਟ ਨੂੰ ਐਗਜ਼ੀਕਿਊਟ ਕਰਨ ਦੀ ਖਾਤਰ ਸਪੈਸੀਫਿਕ ਪਰਫਾਰਮੈਂਸ ਆਫ ਐਗਰੀਮੈਂਟ ਦਾ ਜਿਹੜਾ ਦਾਅਵਾ ਹੈਗਾ ਉਹ ਕੋਰਟ ਦੇ ਵਿੱਚ ਕੰਸਰਨ ਪਾਰਟੀ ਵੱਲੋਂ ਪਾਇਆ ਜਾ ਸਕਦਾ ਹੈ। ਠੀਕ ਹੈ, ਇੱਥੇ ਆ ਕੇ ਜੇ ਉਹ ਐਗਰੀਮੈਂਟ ਸਾਬਤ ਹੁੰਦਾ ਹੈ ਤਾਂ ਬੇਸ਼ੱਕ ਉਸ ਪਾਰਟੀ ਨੇ ਦੁਬਾਰਾ ਕਿਸੇ ਹੋਰ ਪਾਰਟੀ ਨੂੰ ਰਜਿਸਟਰੀ ਵੀ ਕਰਵਾ ਦਿੱਤੀ ਹੋਵੇ ਕਿਸੇ ਪ੍ਰਾਪਰਟੀ ਦੀ, ਪਰ ਜਿਹੜਾ ਐਗਰੀਮੈਂਟ ਪਹਿਲਾਂ ਹੋਇਆ ਪਿਆ ਹੈਗਾ ਜਿਹੜਾ ਹੈਗਾ ਉਹ ਅਫੈਕਟ ਪਹਿਲਾਂ ਕਰੇਗਾ
ਉਹਦੇ ਬੇਸਿਸ ਤੇ ਜਿਹੜੀ ਰਜਿਸਟਰੀ ਹੈਗੀ ਹੈ ਕੋਰਟ ਵੱਲੋਂ ਕਰਾਈ ਜਾਂਦੀ ਹੈ। ਫਿਰ ਜਿਹੜੀ ਸੈਕੰਡ ਰਜਿਸਟਰੀ ਵਾਲੀ ਹੈਗੀ ਹੈ ਉਹ ਰਜਿਸਟਰੀ ਆਟੋਮੈਟਿਕਲੀ ਜਾਂ ਕੋਰਟ ਵੱਲੋਂ ਰੱਦ ਕੀਤੀ ਜਾਂਦੀ ਹੈਗੀ ਹੈ। ਠੀਕ ਹੈ ਜੀ। ਨੈਕਸਟ ਅਸੀਂ ਪੜਾਂਗੇ ਸੈਕਸ਼ਨ 49 ਇਫੈਕਟ ਆਫ ਨॉन ਡਿਸੀਜਨ ਆਫ ਡਾਕੂਮੈਂਟਸ ਰਿਕੁਆਇਰਡ ਟੂ ਬੀ ਰਜਿਸਟਰਡ। ਜੋ ਕੋਈ ਡਾਕੂਮੈਂਟ ਹੈ ਉਹਦੀ ਰਜਿਸਟ੍ਰੇਸ਼ਨ ਰਿਕੁਆਇਰਡ ਹੈਗੀ ਹੈ, ਜ਼ਰੂਰੀ ਹੈਗੀ ਹੈ ਅੰਡਰ ਸੈਕਸ਼ਨ 17 ਔਰ ਅੰਡਰ ਸੈਕਸ਼ਨ 18। ਦੇਖੋ ਸੈਕਸ਼ਨ 17 ਕੀ ਹੈ? ਸੈਕਸ਼ਨ 17 ਉਹ ਹੈਗਾ ਜਿਹਦੇ ਵਿੱਚ ਜਿਹੜੇ ਵਸੀਕੇ ਹੈਗੇ ਨੇ, ਜਿਹੜੇ ਡਾਕੂਮੈਂਟ ਨੇ ਉਹ ਕੰਪਲਸਰੀ ਰਜਿਸਟਰ ਕਰਨੇ ਜ਼ਰੂਰੀ ਹੁੰਦੇ ਆ। ਉਹ ਹੈਗਾ ਸੈਕਸ਼ਨ 17। ਜੇ ਤੁਹਾਨੂੰ ਕੋਈ ਕੁਐਸਚਨ ਆ ਜਾਂਦਾ ਹੈ ਵੀ ਕਿਹੜੇ ਕਿਹੜੇ ਡਾਕੂਮੈਂਟ ਰਜਿਸਟਰ ਕਰਨੇ ਜ਼ਰੂਰੀ ਨੇ, ਤਾਂ ਸੈਕਸ਼ਨ 17 ਦੀ ਜਿਹੜੀ ਲਿਸਟ ਬਣੀ ਹੋਈ ਹੈ ਉਹ ਸਾਰੀ ਡਾਕੂਮੈਂਟ ਜਿਹੜੇ ਕਵਰ ਹੁੰਦੇ ਆ ਸੈਕਸ਼ਨ 17 ਚ ਹੁੰਦੇ ਨੇ। ਪਰ ਜੇ ਕੋਈ ਕੁਐਸਚਨ ਤੁਹਾਨੂੰ ਆ ਜਾਂਦਾ ਵੀ ਆਪਸ਼ਨਲ ਕਿਹੜੇ ਕਿਹੜੇ ਡਾਕੂਮੈਂਟ ਨੇ ਜਿਹੜੇ ਆਪਸ਼ਨਲ ਨੇ, ਪਾਰਟੀ ਰਜਿਸਟਰ ਕਰਵਾਵੇ ਚਾਹੇ ਨਾ ਕਰਵਾਵੇ, ਦੈਟ ਇਜ਼ ਸੈਕਸ਼ਨ 18। ਸੈਕਸ਼ਨ 18 ਦੱਸਦਾ ਹੈ ਵੀ ਆਹ ਡਾਕੂਮੈਂਟ ਹੈ ਚਾਹੇ ਤੁਸੀਂ ਰਜਿਸਟਰ ਕਰਵਾ ਲਓ ਚਾਹੇ ਨਾ ਕਰਵਾਓ, ਇਹ ਤੁਹਾਡੀ ਮਰਜ਼ੀ ਹੈਗੀ ਹੈ। ਠੀਕ ਹੈ ਸਰ। ਹਾਂਜੀ, ਐਗਜ਼ੀਕਿਊਸ਼ਨ ਹੋ ਗਈ, ਰਜਿਸਟਰਡ ਡਾਕੂਮੈਂਟ ਨਹੀਂ ਹੋਇਆ, ਰੈਵਨਿਊ ਰਿਕਾਰਡ ਦੇ ਵਿੱਚ ਤਾਂ ਐਜ਼ ਇਟ ਇਜ਼ ਰਹੇਗਾ ਨਾ। ਫਿਰ ਰੈਵਨਿਊ ਰਿਕਾਰਡ ਤਾਂ ਇਹ ਰਹੇਗਾ, ਉਹ ਤਾਂ ਲੀਗਲਿਟੀ ਦੀ ਗੱਲ ਕਰ ਰਹੇ ਆਪਾਂ। ਲੀਗਲਿਟੀ ਕੀ ਹੈ ਉਹਦੀ? ਫਿਰ ਉਹ ਦਿੱਕਤ ਨਹੀਂ ਰਹੇਗੀ, ਉਹ ਹਰ ਵੇਲੇ ਜਿਹੜਾ ਹੈਗਾ ਪਤਾ ਹੀ ਨਹੀਂ ਰਹੇਗਾ ਕਿ ਰੈਵਨਿਊ ਐਕਚੁਅਲ ਪੋਜੀਸ਼ਨ ਰੈਵਨਿਊ ਲਾਅ ਦੇ ਵਿੱਚ ਤਾਂ ਅਸੀਂ ਉਦੋਂ ਉਹਨੂੰ ਇਨਫੋਰਸ ਉਹਦੀ ਕਰਦੇ ਆ ਜਦੋਂ ਸਾਡੇ ਕੋਲ ਰਜਿਸਟਰ ਹੋ ਕੇ ਆ ਜਾਂਦਾ ਹੈ। ਬਟ ਇਟ ਇਜ਼ ਦੀ ਲੀਗਲਿਟੀ। ਹੁਣ ਆਪਾਂ ਜਿਵੇਂ ਡਾਕੂਮੈਂਟ ਸਾਡੇ ਕੋਲੇ ਇਕਰਾਰਨਾਮੇ ਹੁੰਦੇ ਆ, ਉਹ ਕਿਹੜੇ ਸਾਡੇ ਕੋਲ ਰਜਿਸਟਰ ਹੋਏ ਹੁੰਦੇ ਆ। ਤਕਸੀਮਨਾਮੇ ਆਪਾਂ ਇੰਤਕਾਲ ਕਰਦੇ ਆ ਨਾ ਜੀ, ਉਹ ਕਿਹੜਾ ਰਜਿਸਟਰ ਹੋਏ ਹੁੰਦੇ ਆ। ਤਵਾਲੇ ਕਰਦੇ ਆ, ਉਹ ਕਿਹੜਾ ਰਜਿਸਟਰ ਹੋਏ ਹੁੰਦੇ ਆ। ਆਪਾਂ ਲੀਗਲਿਟੀ ਦੀ ਗੱਲ ਕਰਦੇ ਆ। ਜਿਹੜਾ ਡਾਕੂਮੈਂਟ ਹੈ ਜਦੋਂ ਐਗਜ਼ੀਕਿਊਟ ਹੋ ਗਿਆ ਉਹ ਲੀਗਲੀ ਤੌਰ ਤੇ, ਜੇ ਕੋਈ ਪਾਰਟੀਆਂ ਦੇਖੋ ਮੰਨ ਲਓ ਦੋ ਪਾਰਟੀਆਂ ਨੇ ਕੋਈ ਸੇਲ ਪਰਚੇਜ ਦਾ ਸੌਦਾ ਕੀਤਾ, ਠੀਕ ਹੈ, ਪਾਰਟੀਆਂ ਨੇ ਰਜਿਸਟਰੀ ਲਿਖ ਲਈ। ਰਜਿਸਟਰੀ ਲਿਖਣ ਤੋਂ ਬਾਅਦ ਕਿਸੇ ਕਾਰਨ ਰਜਿਸਟਰ ਨਹੀਂ ਹੋ ਪਾਈ, ਠੀਕ ਹੈ, ਜਦੋਂ ਉਹ ਪਾਰਟੀਆਂ ਕੋਰਟ ਦੇ ਵਿੱਚ ਜਾਂਦੀਆਂ ਨੇ ਕਿਸੇ ਤਰੀਕੇ ਨਾਲ, ਜਦੋਂ ਸਿਵਲ ਕੋਰਟ ਪਹੁੰਚ ਜਾਂਦੇ ਮੰਨ ਲਓ, ਤਾਂ ਉੱਥੇ ਲੀਗਲਿਟੀ ਉਹਨੂੰ ਮੰਨੀ ਜਾਏਗੀ ਵੀ ਇਹ ਡਾਕੂਮੈਂਟ ਥੋੜਾ ਹੈਗਾ, ਤੁਸੀਂ ਜਿਹੜੀ ਸੇਲ ਹੈ ਉਹ ਕਨਫਰਮ ਹੋ ਚੁੱਕੀ ਹੈ, ਸੇਲ ਕਨਫਰਮ ਹੋ ਚੁੱਕੀ ਹੈ, ਇਹ ਮੰਨਿਆ ਜਾਏਗਾ। ਜੇ ਉਸ ਤੋਂ ਬਾਅਦ ਕੋਈ ਡਾਕੂਮੈਂਟ ਕੋਈ ਫਰਦਰ ਉਹੀ ਵਿਅਕਤੀ ਕਿਸੇ ਹੋਰ ਨੂੰ ਰਜਿਸਟਰੀ ਕਰਵਾਉਂਦਾ ਹੈ, ਦੈਟ ਇਜ਼ ਇਨਵੈਲਿਡ। ਹਾਂ, ਇਹ ਤਾਂ ਕੋਰਟ ਤੋਂ ਆ ਰਹੀ ਹੈ, ਠੀਕ ਹੈ ਨਾ, ਦੈਟ ਇਜ਼ ਇਨਵੈਲਿਡ। ਜਿਹੜਾ ਇਕਰਾਰਨਾਮਾ ਪਹਿਲਾਂ ਹੋਇਆ ਕੋਰਟ ਉਹਨੂੰ ਮੰਨਦੀ। ਮੈਂ ਉਹੀ ਗੱਲ ਕਰਕੇ ਹਟਿਆ ਆਪਾਂ, ਜਿਹੜੀ ਸੈਕਸ਼ਨ ਜਿਹੜਾ ਹੈਗਾ ਆਪਾਂ ਪੜਿਆ 48, ਸੈਕਸ਼ਨ 48 ਚ ਪ੍ਰਸਕ੍ਰਾਈਬ ਕੀਤਾ ਗਿਆ ਵੀ ਸਾਰੇ ਡਾਕੂਮੈਂਟ ਰਜਿਸਟਰਡ ਡਾਕੂਮੈਂਟ ਇਨਫੋਰਸੇਬਲ ਹੋਣਗੇ। ਬਟ ਪ੍ਰੋਵਾਈਡਡ ਕੀਤਾ ਹੈ, ਇੱਕ ਪ੍ਰੋਵੀਜ਼ਨ ਦਿੱਤੀ ਹੈ। ਪ੍ਰੋਵੀਜ਼ਨ ਦੇ ਵਿੱਚ ਕੀ ਕਿਹਾ ਹੈ, ਜਿਹੜਾ ਓਰਲ ਡਾਕੂਮੈਂਟ ਹੈ ਕੰਸਰਨਿੰਗ ਵਿਦ ਦਾ ਪੋਜੈਸ਼ਨ ਆਫ ਦਾ ਇਮੂਵੇਬਲ ਪ੍ਰਾਪਰਟੀ ਜਾਂ ਮੂਵੇਬਲ ਪ੍ਰਾਪਰਟੀ ਦੇ ਨਾਲ ਜਿਹੜਾ ਸੰਬੰਧਿਤ ਹੈਗਾ, ਠੀਕ ਹੈ, ਦੈਟ ਓਰਲ ਡਾਕੂਮੈਂਟ ਹੈ, ਉਹਨੂੰ ਇਨਫੋਰਸ ਪਹਿਲਾਂ ਕੀਤਾ ਗਿਆ ਰਜਿਸਟਰਡ ਡਾਕੂਮੈਂਟ ਤੋਂ ਵੀ। ਠੀਕ ਹੈ। ਹੈਲੋ, ਹਾਂਜੀ ਅੰਦਰ ਰਜਿਸਟਰਾਰ ਤੇ ਸਬ ਫਰਕ ਹੈਗਾ ਕਿ ਜਾਂ ਇੱਕੋ ਚੀਜ਼ ਹੈ? ਹਾਂਜੀ, ਸਬ ਰਜਿਸਟਰਾਰ ਔਰ ਰਜਿਸਟਰਾਰ ਦੇ ਫਰਕ ਹੈ ਜਾਂ ਇੱਕੋ? ਨਹੀਂ, ਫਰਕ ਹੈ ਜੀ, ਬਹੁਤ ਵੱਡਾ ਫਰਕ ਹੈ। ਰਜਿਸਟਰਾਰ ਤੱਕ ਜਿਹੜਾ ਡਿਸਟ੍ਰਿਕਟ ਦਾ ਜਿਹੜਾ ਕਲੈਕਟਰ ਹੁੰਦਾ, ਡੀਸੀ ਹੁੰਦਾ, ਉਹ ਦੈਟ ਇਜ਼ ਰਜਿਸਟਰਾਰ। ਜਿਹੜਾ ਸਬ ਰਜਿਸਟਰਾਰ ਹੈ ਉਹ ਤਹਿਸੀਲਦਾਰ ਹੁੰਦਾ ਹੈ, ਜਿਹੜਾ ਨਾਇਬ ਤਹਿਸੀਲਦਾਰ ਹੈ ਉਹ ਜੁਆਇੰਟ ਸਬ ਰਜਿਸਟਰਾਰ ਹੁੰਦਾ ਹੈ। ਪਰ ਦੋਨਾਂ ਨੂੰ ਅਸੀਂ ਰਜਿਸਟਰਿੰਗ ਆਫੀਸਰ ਕਹਿ ਸਕਦੇ ਹਾਂ। ਰਜਿਸਟਰਿੰਗ ਆਫੀਸਰ, ਰਜਿਸਟਰਾਰ ਨਹੀਂ, ਰਜਿਸਟਰਿੰਗ ਆਫੀਸਰ, ਰਜਿਸਟਰੀ ਕਰਨ ਵਾਲਾ। ਸਰ ਓਰਲ ਡਾਕੂਮੈਂਟ ਨੂੰ ਜਿਹੜਾ ਕੀ ਹੈ ਮਤਲਬ ਘਰੇਲੂ ਐਗਰੀਮੈਂਟ ਜੀ, ਘਰੇਲੂ ਐਗਰੀਮੈਂਟ ਹੈ ਨਾ ਓਰਲ ਡਾਕੂਮੈਂਟ, ਘਰੇਲੂ ਐਗਰੀਮੈਂਟ ਪਾਰਟ ਬਿਟਵੀਨ ਦਾ ਪਾਰਟੀਜ਼, ਠੀਕ ਹੈ, ਉਹਨੂੰ ਇਨਫੋਰਸਮੈਂਟ ਨਹੀਂ ਦਿੱਤੀ ਗਈ ਰਜਿਸਟਰੀ ਤੋਂ ਜ਼ਿਆਦਾ। ਪਰ ਜਿੱਥੇ ਕਿਤੇ ਪ੍ਰਾਪਰਟੀ ਦੇ ਲੈਣ ਦੇਣ ਦੀ ਗੱਲ, ਜਿੱਥੇ ਕਬਜ਼ਾ ਦਿੱਤਾ ਜਾਣਾ ਹੈ, ਪ੍ਰਾਪਰਟੀ ਦਾ ਲੈਣ ਦੇਣ ਦਾ ਗੱਲ ਹੈਗਾ, ਉੱਥੇ ਜਿਹੜਾ ਘਰੇਲੂ ਐਗਰੀਮੈਂਟ ਨੂੰ ਹੈ ਇਨਫੋਰਸਮੈਂਟ ਦਿੱਤੀ ਗਈ ਹੈ। ਨੈਕਸਟ ਅਸੀਂ ਸੈਕਸ਼ਨ ਪੜ੍ਹ ਰਹੇ ਸੀਗੇ ਨॉन ਰਜਿਸਟਰਿੰਗ ਡਾਕੂਮੈਂਟ ਰਿਕੁਆਇਰਡ ਟੂ ਬੀ ਰਜਿਸਟਰਡ। ਜਿਹੜੇ ਕੋਈ ਡਾਕੂਮੈਂਟ ਨੇ ਆਪਾਂ ਗੱਲ ਕਰ ਰਹੇ ਸੀ ਵੀ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਰਜਿਸਟਰ ਕਰਨ ਦੀ ਅੰਡਰ ਸੈਕਸ਼ਨ 17। ਅੰਡਰ ਸੈਕਸ਼ਨ 17 ਹੈ ਨਾ ਜੀ, ਇੱਥੇ ਕੰਪਲਸਰੀ ਰਜਿਸਟ੍ਰੇਸ਼ਨ ਹੈਗੀ ਹੈ, ਹੁੰਦੀ ਹੈ। ਕੰਪਲਸਰੀ ਰਜਿਸਟ੍ਰੇਸ਼ਨ ਤਾਂ ਡਾਕੂਮੈਂਟ ਦੀ ਸੀਗੀ ਪਰ ਨਹੀਂ ਹੋਇਆ, ਡਾਕੂਮੈਂਟ ਰਜਿਸਟਰ ਨਹੀਂ ਹੋਇਆ, ਤਾਂ ਉਹਦਾ ਇਫੈਕਟ ਕੀ ਹੋਏਗਾ? ਉੱਥੇ ਕਿਹਾ ਵੀ ਕੋਈ ਡਾਕੂਮੈਂਟ ਐਸਾ, ਨੋ ਡਾਕੂਮੈਂਟ ਰਿਕੁਆਇਰਡ ਅੰਡਰ ਸੈਕਸ਼ਨ 17 ਟੂ ਬੀ ਰਜਿਸਟਰਡ ਸ਼ੈਲ ਅਫੈਕਟ ਐਨੀ ਇਮੂਵੇਬਲ ਪ੍ਰਾਪਰਟੀ। ਤਾਂ ਉਹਦਾ ਕਿਸੇ ਵੀ ਇਮੂਵੇਬਲ ਪ੍ਰਾਪਰਟੀ ਦੇ ਉੱਪਰ ਅਫੈਕਟ ਨਹੀਂ ਹੋਏਗਾ ਜੋ ਰਜਿਸਟਰ ਨਹੀਂ ਹੋਇਆ ਹੈਗਾ। ਪਰ ਰਜਿਸਟ੍ਰੇਸ਼ਨ ਉਹਦੀ ਕੰਪਲਸਰੀ ਸੀਗੀ, ਰਜਿਸਟ੍ਰੇਸ਼ਨ ਉਹਦੀ ਕੰਪਲਸਰੀ ਸੀਗੀ, ਉਹਦਾ ਅਫੈਕਟ ਨਹੀਂ ਹੋਏਗਾ, ਠੀਕ ਹੈ। ਫਿਰ ਨੰਬਰ ਕਲੌਜ਼ B ਹੈਗੀ ਹੈ not confer any power to the adopt। ਕੋਈ ਇਦਾਂ ਦੀ
कोई पावर भी वो नहीं ਜਿਹੜਾ ਦੇਵੇਗਾ ਹੈਗਾ ਕਿ ਦੂਜੇ ਜੋ ਰਿਸ਼ੀ ਤੋਂ ਬਗੈਰ ਜਿੱਥੇ ਕੰਪਲਸਰੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਪਰ ਨਹੀਂ ਹੋ ਪਾਈ ਤਾਂ ਉੱਥੇ ਕੋਈ ਪਾਵਰ ਨਹੀਂ ਆਉਂਦੀ ਉਸ ਡਾਕੂਮੈਂਟ ਦੇ ਅਗੇਂਸਟ। ਇਸੇ ਦੀ ਕਿ ਕਲੌਜ਼ ਸੀ ਕੀ ਕਹਿੰਦੀ ਹੈ, ਕਲੌਜ਼ ਸੀ ਦੇ ਵਿੱਚ ਹੈਗੀ ਹੈ ਵੀ ਜੇ ਕੋਈ ਡਾਕੂਮੈਂਟ ਦਾ ਰਜਿਸਟਰੀ ਹੋਣਾ ਜ਼ਰੂਰੀ ਸੀਗਾ ਪਰ ਰਜਿਸਟਰਡ ਡਾਕੂਮੈਂਟ ਨਹੀਂ ਹੋਇਆ ਤਾਂ ਜਿਹੜਾ ਇਸ ਨੂੰ ਉਸ ਡਾਕੂਮੈਂਟ ਨੂੰ ਅਸੀਂ ਐਜ਼ ਏ ਐਵੀਡੈਂਸ ਕਿਸੇ ਵੀ ਕੋਰਟ ਦੇ ਵਿੱਚ ਐਜ਼ ਏ ਐਵੀਡੈਂਸ ਅਸੀਂ ਉਹਨੂੰ ਪੇਸ਼ ਨਹੀਂ ਕਰ ਸਕਦੇ, ਨਾ ਹੀ ਉਹਦੀ ਮਤਲਬ ਕਿ ਕੋਰਟ ਉਹਨੂੰ ਅਸੈਪਟ ਨਹੀਂ ਕਰੇਗੀ ਨਾ ਰਿਸੀਵ ਕਰੇਗੀ ਐਜ਼ ਏ ਐਵੀਡੈਂਸ। ऐसे अनरजिस्टर्ड डॉक्यूमेंट ਨੂੰ which required to be registered ऐसे डॉक्यूमेंट ਨੂੰ ਜਿਹੜੀ ਕੋਰਟ ਹੈਗੀ ਹੈ ਉਹ accept ਨਹੀਂ ਕਰੇਗੀ for the purpose of evidence unless it has been registered। ਇਹ ਡਾਕੂਮੈਂਟ ਰਜਿਸਟਰ ਹੋ ਜਾਂਦਾ ਹੈ ਫਿਰ ਹੀ ਉਹ ਜਿਹੜਾ ਹੈਗਾ ਉਹ ਸਾਰਾ ਉਹਦਾ ਇਫੈਕਟ ਵੀ ਹੋਏਗਾ, ਉਹਦੀ ਐਵੀਡੈਂਸ ਵੀ ਕੀਤੀ ਜਾ ਸਕਦੀ ਹੈ, ਲਈ ਜਾ ਸਕਦੀ ਹੈ ਆਫਟਰ ਰਜਿਸਟ੍ਰੇਸ਼ਨ ਪ੍ਰੋਵਾਈਡਡ ਮੇ ਬੀ ਰਿਸੀਵਡ ਐਜ਼ ਐਵੀਡੈਂਸ ਐਗਰੀਮੈਂਟ ਟੂ ਸੈਲ। ਪਰ ਇੱਥੇ ਆ ਕਿ ਉਹਨੇ ਫਿਰ ਇੱਕ ਪ੍ਰੋਵੀਜ਼ਨ ਦੇ ਦਿੱਤੀ ऐसा एग्रीमेंट टू सैल ਜਿਹਦੀ ਆਪਾਂ ਗੱਲ ਕਰ ਲਈ, ਠੀਕ ਹੈ, ਜਿਹਦੇ ਚ ਪਹਿਲਾਂ ਆਪਾਂ ਸੈਕਸ਼ਨ 49 ਚ ਪੜਿਆ ਸੀਗਾ, ਠੀਕ ਹੈ, ਵੀ ਜੇ ਉਹ ਰਜਿਸਟਰਡ ਵੀ ਨਾ ਹੋਇਆ ਹੋਵੇ ਪਰ ਦੈਟ ਵਿਲ ਟੇਕ ਇਫੈਕਟ, ਠੀਕ ਹੈ। ਇੱਥੇ ਆ ਕੇ ਗੱਲ ਕਰ ਦਿੱਤੀ ਬੇਸ਼ੱਕ ਡਾਕੂਮੈਂਟ ਜਿਹੜਾ ਹੈਗਾ ਹੁਣ ਜਿਹੜਾ ਐਗਰੀਮੈਂਟ ਹੈ ਐਗਰੀਮੈਂਟ ਆਪਸ਼ਨਲ ਚ ਆ ਜਾਂਦਾ ਹੈ, ਐਗਰੀਮੈਂਟ ਨੂੰ ਤੁਸੀਂ ਰਜਿਸਟਰ ਕਰਵਾਓ ਚਾਹੇ ਨਾ ਕਰਵਾਓ ਇਹ ਤੁਹਾਡੀ ਮਰਜ਼ੀ ਹੈ। ਇਹ ਸੈਕਸ਼ਨ 18 ਦੇ ਵਿੱਚ ਤੁਸੀਂ ਉਹਨੂੰ ਰਜਿਸਟਰ ਕਰਵਾ ਵੀ ਸਕਦੇ ਹੋ, ਸੈਕਸ਼ਨ 18 ਕਹਿੰਦਾ ਹੈਗਾ ਰਜਿਸਟਰ ਕਰਵਾ ਵੀ ਸਕਦੇ ਹੋ ਪਰ ਨਹੀਂ ਵੀ ਕਰਵਾ ਸਕਦੇ, ਇਹ ਤੁਹਾਡੀ ਮਰਜ਼ੀ ਹੈਗੀ ਆ। ਪਰ ਇੱਥੇ ਕਿ ਇਹ ਗੱਲ ਕਹਿ ਦਿੱਤੀ ਉਸਨੇ ਵੀ ਬੇਸ਼ੱਕ ਇਸ ਡਾਕੂਮੈਂਟ ਨੂੰ ਰਜਿਸਟਰ ਕਰਵਾਇਆ ਜਾਣਾ ਸੀਗਾ ਜਾਂ ਜੇ ਨਹੀਂ ਸੀ ਕਰਵਾਇਆ ਜਾਣਾ, ਜੇ ਨਹੀਂ ਕਰਵਾਇਆ ਪਰ ਇਹ ਫਿਰ ਜਿਹੜਾ ਡਾਕੂਮੈਂਟ ਹੈਗਾ ਜੇ ਇਮੋਰਲ ਪ੍ਰਾਪਰਟੀ ਦੀ ਸੇਲ ਪਰਚੇਜ਼ ਦਾ ਐਗਰੀਮੈਂਟ ਦਾ ਹੈਗਾ ਤਾਂ ਇਹ ਦੈਟ ਵਿਲ ਟੇਕ ਇਫੈਕਟ। ਇਹਨੂੰ ਐਵੀਡੈਂਸ ਵੱਲੋਂ ਵੀ ਮੰਨਿਆ ਜਾਏਗਾ, ਇਹਨੂੰ ਕੋਰਟ ਵੀ ਮੰਨਿਆ ਜਾਏਗਾ, ਇਹਨੂੰ ਲੀਗਲ ਵੀ ਮੰਨਿਆ ਜਾਏਗਾ। ਠੀਕ ਹੈ ਜੀ, ਕਲੀਅਰ ਹੈ। ਅਦਰਵਾਈਜ਼ ਤਾਂ ਇਹਨੇ ਕਹਿਤਾ ਵੀ ਜਿਹੜੇ ਵੀ ਡਾਕੂਮੈਂਟ ਰਿਕੁਆਇਰਡ ਹੈਗੇ ਆ ਸੈਕਸ਼ਨ 70 ਦੇ ਵਿੱਚ ਜਿਹਨਾਂ ਨੂੰ ਰਜਿਸਟਰ ਕਰਾਇਆ ਜਾਣਾ ਜ਼ਰੂਰੀ ਹੈ, ਜਦ ਤੱਕ ਉਹ ਰਜਿਸਟਰ ਨਹੀਂ ਹੁੰਦੇ ਉਹਨਾਂ ਦੀ ਕੋਈ ਮਤਲਬ ਕਿ ਇਹਨੇ ਕਿਹਾ ਵੀ ਉਹਨਾਂ ਦੀ ਕੋਈ ਮਤਲਬ ਕਿ ਲਾਅ ਦੇ ਵਿੱਚ ਜਾਂ ਇਹਦੇ ਵਿੱਚ ਮਤਲਬ ਕਿ ਐਵੀਡੈਂਸ ਦੇ ਵਿੱਚ ਕੋਈ ਉਹਨੂੰ ਇਨਫੋਰਸਮੈਂਟ ਨਹੀਂ ਹੁੰਦੀ, ਜਿਵੇਂ ਕਿ ਆਪਾਂ ਰਿਕਾਰਡ ਦੇ ਵਿੱਚ, ਠੀਕ ਹੈ, ਉਹਦੀ ਇਨਫੋਰਸਮੈਂਟ ਨਹੀਂ ਹੁੰਦੀ। ਪਰ ਜਿਹੜਾ ਡਾਕੂਮੈਂਟ ਹੈ ਇਮੋਰਲ ਪ੍ਰਾਪਰਟੀ ਦੀ ਸੇਲ ਦਾ ਡਾਕੂਮੈਂਟ ਐਗਰੀਮੈਂਟ ਹੈਗਾ ਉਹਦੀ ਇਨਫੋਰਸਮੈਂਟ ਹੋਈ। ਨੈਕਸਟ ਹੈ ਸੈਕਸ਼ਨ 50। ਸੈਕਸ਼ਨ 50 ਦੇ ਵਿੱਚ ਕੀ ਹੈਗਾ, ਸੈਕਸ਼ਨ 50 ਦੇ ਸਰਟਨ ਰਜਿਸਟਰਡ ਡਾਕੂਮੈਂਟਸ ਰਿਲੇਟਿੰਗ ਟੂ ਲੈਂਡ ਟੇਕ ਇਫੈਕਟ ਅਗੇਂਸਟ ਅਨਰਜਿਸਟਰਡ ਡਾਕੂਮੈਂਟ। ਕੁਛ ਐਸੇ ਡਾਕੂਮੈਂਟ ਦੀ ਗੱਲ ਕੀਤੀ ਹੈ ਜਿਹੜੇ ਰਜਿਸਟਰਡ ਡਾਕੂਮੈਂਟ ਹੈਗੇ ਨੇ, ਠੀਕ ਹੈ, ਉਹ ਟੇਕ ਇਫੈਕਟ ਹੁੰਦਾ ਉਹਨਾਂ ਦਾ ਅਗੇਂਸਟ ਅਨਰਜਿਸਟਰਡ ਡਾਕੂਮੈਂਟ ਦੇ ਮੁਤਾਬਕ। ਜੇ ਕੋਈ ਡਾਕੂਮੈਂਟ ਅਨਰਜਿਸਟਰਡ ਹੈ, ਦੂਜੀ ਪਾਸੇ ਇੱਕ ਡਾਕੂਮੈਂਟ ਰਜਿਸਟਰਡ ਹੈ, ਠੀਕ ਹੈ, ਉਹ ਉਹਨਾਂ ਦਾ ਕੀ ਇਫੈਕਟ ਹੁੰਦਾ। ਐਵਰੀ ਡਾਕੂਮੈਂਟ ਜਿਹੜਾ ਰਜਿਸਟਰਡ ਅੰਡਰ ਸੈਕਸ਼ਨ 17 ਸੈਕਸ਼ਨ 70 ਦੀ ਸਬ ਸੈਕਸ਼ਨ 1 ਦੀ ਕਲੌਜ਼ A, B, C ਤੇ D ਦੇ ਤਹਿਤ ਜੇ ਕੋਈ ਡਾਕੂਮੈਂਟ ਹੈਗਾ ਰਜਿਸਟਰਡ ਹੋਇਆ ਹੋਵੇ ਸੈਕਸ਼ਨ 17 ਦੇ ਤਹਿਤ, ਸੈਕਸ਼ਨ 17 ਦੀ ਸਬ ਸੈਕਸ਼ਨ 1 ਦੀ ਕਲੌਜ਼ A, B ਤੇ C ਤੇ D ਦੇ ਤਹਿਤ ਰਜਿਸਟਰਡ ਹੋਇਆ ਹੋਵੇ, ਜਾਂ ਫਿਰ ਸੈਕਸ਼ਨ 18 ਜਿਹੜਾ ਆਪਸ਼ਨਲ ਹੈਗਾ, ਠੀਕ ਹੈ, ਸੈਕਸ਼ਨ 18 ਦੀ ਸਬ ਸੈਕਸ਼ਨ 1 ਦੀ ਕਲੌਜ਼ A ਤੇ B ਦੇ ਤਹਿਤ ਰਜਿਸਟਰਡ ਹੋਇਆ ਹੋਵੇ shall take effect against unregistered document for the same property। ਉਸੇ ਪ੍ਰੋਪਰਟੀ ਦੇ ਤਹਿਤ ਇੱਕ ਡਾਕੂਮੈਂਟ ਰਜਿਸਟਰ ਹੋਇਆ ਹੋਇਆ, ਇੱਕ ਡਾਕੂਮੈਂਟ ਰਜਿਸਟਰ ਨਹੀਂ ਹੋਇਆ ਹੋਇਆ। ਜਿਹੜਾ ਰਜਿਸਟਰਡ ਹੋਇਆ ਹੋਇਆ that will take effect, ਠੀਕ ਹੈ। ਪਰ ਇੱਥੇ ਆ ਕੇ ਫਿਰ ਇੱਕ ਪ੍ਰੋਵੀਜ਼ਨ ਦਿੱਤੀ ਹੈ ਸਬ ਸੈਕਸ਼ਨ 2 ਦੇ ਵਿੱਚ ਜਿੱਥੇ ਲੀਜ਼ਸ ਦੀ ਗੱਲ ਕੀਤੀ ਹੈ। ਲੀਜ਼ਸ ਜਿਹੜੇ ਲੀਜ਼ਸ ਨੇ ਇਹ ਐਗਜ਼ੈਂਪਟਡ ਨੇ ਅੰਡਰ ਸੈਕਸ਼ਨ 17 ਦੇ 1 ਤੇ 17 ਦੀ 2 ਜਿਹੜੇ ਹੈਗੇ ਇਹਦੇ ਵਿੱਚ ਜਿਹੜੇ ਡਾਕੂਮੈਂਟ ਹੈਗੇ ਜਿਵੇਂ ਕਿ ਲੀਜ਼ ਹੈਗੀ ਹੈ ਇਹ ਜਿਹੜੀ ਹੈਗੀ ਚਾਹੇ ਰਜਿਸਟਰ ਹੋਈ ਹੋਵੇ ਚਾਹੇ ਨਾ ਹੋਈ ਹੋਵੇ that will take effect, ਐਗਜ਼ੈਂਪਟ ਹੈਗੀ ਹੈ, ਠੀਕ ਹੈ ਜੀ। ਮਤਲਬ ਕਿ ਅਨਰਜਿਸਟਰਡ ਤੇ ਰਜਿਸਟਰਡ, ਮਤਲਬ ਇਹ ਨਹੀਂ ਹੈਗਾ ਵੀ ਜੇ ਰਜਿਸਟਰ ਨਹੀਂ ਹੋਈ ਵੀ ਤਾਂ ਰਜਿਸਟਰ ਹੋਈ ਵੀ ਡਾਕੂਮੈਂਟ ਟੇਕ ਇਫੈਕਟ ਕਰੇਗਾ। ਜੇ ਅਨਰਜਿਸਟਰਡ ਡਾਕੂਮੈਂਟ ਪਹਿਲਾਂ ਐਗਜ਼ੀਕਿਊਟ ਹੋਇਆ ਪਾਰਟੀਆਂ ਦੇ ਵਿਚਕਾਰ, ਲੀਜ਼ ਡੀਡ ਦੀ ਗੱਲ ਕਰ ਰਹੇ ਹਾਂ, ਠੀਕ ਹੈ, ਦੂਜਾ ਡਾਕੂਮੈਂਟ ਆ ਕੇ ਰਜਿਸਟਰ ਹੋ ਗਿਆ ਬਾਅਦ ਦੇ ਵਿੱਚ, ਤਾਂ ਜਿਹੜਾ ਪਹਿਲਾ ਡਾਕੂਮੈਂਟ ਹੈਗਾ ਜਿਹੜਾ ਅਨਰਜਿਸਟਰਡ ਡਾਕੂਮੈਂਟ ਹੈ that will take effect। ਨੈਕਸਟ ਅਸੀਂ ਪੜਾਂਗੇ ਪਾਰਟ 11 ਰਜਿਸਟਰਡ ਬੁੱਕਸ ਐਂਡ ਇੰਡੈਕਸਸ। ਰਜਿਸਟਰਾਰ ਦੇ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਜਾਂ ਰਜਿਸਟਰਾਰ ਦੇ ਆਫਿਸ ਦੇ ਵਿੱਚ ਕਿਹੜੀਆਂ ਕਿਤਾਬਾਂ ਹੁੰਦੀਆਂ ਨੇ ਤੇ ਕਿਹੜੇ ਇੰਡੈਕਸਸ ਹੁੰਦੇ ਨੇ, ਇਹਦੇ ਰਿਗਾਰਡਿੰਗ ਅਸੀਂ ਸਟੱਡੀ ਕਰਾਂਗੇ ਹੁਣ ਫਰਦਰ, ਕਿਉਂਕਿ ਸੈਕਸ਼ਨ 51 ਤੋਂ ਸ਼ੁਰੂ ਹੋ ਜਾਂਦੀ ਹੈ। ਬੁੱਕਸ ਐਂਡ ਇੰਡੈਕਸਸ ਇਨ ਦਾ ਆਫਿਸ ਆਫ ਦਾ ਸਬ ਰਜਿਸਟਰਾਰ, ਜੁਆਇੰਟ ਸਬ ਰਜਿਸਟਰਾਰ ਔਰ ਰਜਿਸਟਰਾਰ, ठीक है।
देखो सैक्शन 51 हैगा, ਸੈਕਸ਼ਨ 51 ਚ ਕੀ ਹੈਗਾ, ਸੈਕਸ਼ਨ 51 ਦੇ ਵਿੱਚ ਹੈਗਾ ਰਜਿਸਟਰਡ ਬੁੱਕਸ ਟੂ ਬੀ ਕੈਪਟ ਇਨ ਸੈਵਰਲ ਆਫਿਸਸ ਦੇ ਵਿੱਚ ਜਿਹੜੀਆਂ ਰਜਿਸਟਰਡ ਬੁੱਕਸ ਹੁੰਦੀਆਂ ਨੇ, ਯਾਨੀ ਕਿ ਜਿਹਦੇ ਵਿੱਚ ਅਸੀਂ ਇਹ ਡਾਕੂਮੈਂਟ ਰਜਿਸਟਰ ਕਰਨ ਤੋਂ ਬਾਅਦ ਉਹਦੀ ਜਿਹੜੀ ਕਾਪੀ ਪੇਸਟ ਕਰਦੇ ਹਾਂ, ਜੋ ਵੀ ਕੋਈ ਡਾਕੂਮੈਂਟ ਅਸੀਂ ਰਜਿਸਟਰ ਕਰਦੇ ਹਾਂ ਉਹਦੀ ਜਿਹੜੀ ਕੋਈ ਇੱਕ ਕਾਪੀ ਹੁੰਦੀ ਹੈ। ਪਹਿਲਾਂ ਕੋਈ ਜ਼ਮਾਨਾ ਸੀਗਾ ਹੱਥੀਂ ਕਾਪੀ ਕੀਤੀ ਜਾਂਦੀ ਹੁੰਦੀ ਸੀਗੀ, ਠੀਕ ਹੈ, ਫਿਰ ਜ਼ਮਾਨਾ ਬਦਲ ਗਿਆ, ਹੁਣ ਸਾਰਾ ਸਿਸਟਮ ਹੈਗਾ ਹੁਣ ਉਹਦੀ ਕਾਪੀ ਹੈ ਜਿਹੜੀ ਕਾਪੀ ਫੋਟੋ ਕਾਪੀ ਜਿਹੜੀ ਹੁੰਦੀ ਹੈ ਜਾਂ ਅਸਲ ਕਾਪੀ ਦੀ ਗੱਲ ਕਰ ਲਈਏ, ਕਾਪੀਆਂ 2-3-4 ਹੋਣੇ ਬਣਦੀਆਂ ਅੱਜ ਕੱਲ੍ਹ, ਤਾਂ ਹੁਣ ਤਾਂ ਇੱਕ ਕਾਪੀ ਫੜਾਈ ਹਲਕਾ ਕੋਲ ਚੱਲ ਜਾਂਦੀ, ਆਫਿਸ ਕਰਨ ਉਹ ਚਲੀ ਜਾਂਦੀ, ਠੀਕ ਹੈ। ਤੇ ਉਹ ਬੁੱਕਸ ਦੀ ਗੱਲ ਕਰਦੇ ਹੈਗੇ ਆ। ਇਹਦੇ ਵਿੱਚ ਕੀ ਹੈ, ਸਬਸੈਕਸ਼ਨ 1 ਦੇ ਵਿੱਚ ਸੈਕਸ਼ਨ A ਦੇ ਵਿੱਚ ਕੀ ਹੈ, ਆਲ ਦਾ ਰਜਿਸਟ੍ਰੇਸ਼ਨ ਆਫਿਸਰਸ, ਸਾਰੇ ਰਜਿਸਟਰਿੰਗ ਆਫਿਸਰ ਜਿਹੜੇ ਹੁੰਦੇ ਨੇ, ਚਾਹੇ ਉਹ ਸਬ ਰਜਿਸਟਰਾਰ ਦਾ ਹੈ, ਚਾਹੇ ਉਹ ਰਜਿਸਟਰਾਰ ਦਾ ਆਫਿਸ ਹੈ, ਚਾਹੇ ਉਹ ਜੁਆਇੰਟ ਸਬ ਰਜਿਸਟਰਾਰ ਦਾ ਆਫਿਸ ਹੈ, ਠੀਕ ਹੈ। ਦੇਖੋ ਆਪਾਂ ਪਹਿਲਾਂ ਗੱਲ ਕਰ ਚੁੱਕੇ, ਆਪਾਂ ਪਹਿਲਾਂ ਪੜ੍ਹਿਆ ਸੀਗਾ ਵੀ ਕੋਈ ਵੀ ਡਾਕੂਮੈਂਟ ਜਿਸ ਡਾਕੂਮੈਂਟ ਨੂੰ ਸਬ ਰਜਿਸਟਰਾਰ ਜਾਂ ਜੁਆਇੰਟ ਸਬ ਰਜਿਸਟਰਾਰ ਕਰ ਸਕਦਾ ਹੈ, ਠੀਕ ਹੈ, ਉਹ ਸਾਰੇ ਡਾਕੂਮੈਂਟਾਂ ਨੂੰ ਰਜਿਸਟਰਾਰ ਵੀ ਰਜਿਸਟਰ ਕਰ ਸਕਦਾ ਹੈ, ਠੀਕ ਹੈ। ਇਟ ਮੀਨਸ ਕੀ ਹੋਇਆ ਵੀ ਉਹ ਸਾਰੇ ਡਾਕੂਮੈਂਟ, ਉਹ ਸਾਰੇ ਬੁੱਕਸ ਜੇ ਸਬ ਰਜਿਸਟਰਾਰ ਦੇ ਆਫਿਸ 'ਚ ਹੋ ਸਕਦੀਆਂ ਨੇ ਤਾਂ ਰਜਿਸਟਰਾਰ ਦੇ ਆਫਿਸ 'ਚ ਵੀ ਹੋਣੀ ਚਾਹੀਦੀਆਂ ਨੇ, ਠੀਕ ਹੈ ਜੀ। ਹੁਣ ਇੱਥੇ ਸਬਸੈਕਸ਼ਨ 1 ਦੀ ਗੱਲ ਕਰਦੇ ਹਾਂ। ਸਬਸੈਕਸ਼ਨ 1 ਦਾ ਸੈਕਸ਼ਨ A, ਸੈਕਸ਼ਨ A 'ਚ ਕਿਆ ਹੈ, ਇਨ ਆਲ ਦਾ ਰਜਿਸਟ੍ਰੇਸ਼ਨ ਆਫਿਸ ਸਾਰੇ ਜਿੱਥੇ ਵੀ ਕੋਈ ਡਾਕੂਮੈਂਟ ਰਜਿਸਟਰ ਹੁੰਦਾ ਹੈ ਉੱਥੇ ਕੀ ਹੋਏਗਾ, ਇੱਕ ਤਾਂ ਬੁੱਕ ਨੰਬਰ 1 ਹੋਏਗੀ। ਬੁੱਕ ਨੰਬਰ 1 'ਚ ਕੀ ਹੋਏਗਾ, ਬੁੱਕ ਨੰਬਰ 1 ਦੇ ਵਿੱਚ ਨॉन ਟੈਸਟਾਮੈਂਟਰੀ ਡਾਕੂਮੈਂਟਸ ਆਫ ਇਮੂਵੇਬਲ ਪ੍ਰੋਪਰਟੀ, ਜਿਹੜੀ ਵੀ ਇਮੂਵੇਬਲ ਪ੍ਰੋਪਰਟੀ ਦੇ ਰਿਗਾਰਡਿੰਗ ਕੋਈ ਡਾਕੂਮੈਂਟ ਰਜਿਸਟਰ ਹੁੰਦਾ ਹੈ। ਹੁਣ ਨॉन ਟੈਸਟਾਮੈਂਟਰੀ ਕੀ ਹੁੰਦਾ ਹੈ, ਹਾਂਜੀ, ਨॉन ਟੈਸਟਾਮੈਂਟਰੀ ਤੋਂ ਤੁਸੀਂ ਕੀ ਪ੍ਰਜ਼ਿਊਮ ਕਰੋਗੇ ਵੀ ਨॉन ਟੈਸਟਾਮੈਂਟਰੀ ਕੀ ਹੁੰਦਾ ਹੈ। ਇਹਦੇ ਵਿੱਚ ਸੇਲ ਡੀਡ ਸਾਰੀਆਂ, ਐਕਸਚੇਂਜ ਡੀਡਸ ਸਾਰੀਆਂ, ਇਹ ਸਾਰੇ ਡਾਕੂਮੈਂਟ ਗਹਿਣੇ ਦੀਆਂ ਰਜਿਸਟਰੀਆਂ, ਠੀਕ ਹੈ, ਇਹ ਸਾਰੇ ਡਾਕੂਮੈਂਟ ਇਹਦੇ ਵਿੱਚ ਆ ਜਾਂਦੇ ਨੇ ਨॉन ਟੈਸਟਡ ਡਾਕੂਮੈਂਟਰੀ। ਨॉन ਟੈਸਟਡ ਕੀ ਹੁੰਦਾ, ਟੈਸਟਡ ਕੀ ਹੁੰਦਾ, ਟੈਸਟਡ ਉਹ ਹੁੰਦੀਆਂ ਜਿਹੜੀਆਂ ਬਿਲਸ ਹੁੰਦੀਆਂ ਨੇ ਸਾਰੀਆਂ, ਬਿਲਸ ਵਗੈਰਾ, ਬਿਲ ਨੂੰ ਅਸੀਂ ਟੈਸਟਾਮੈਂਟਰੀ ਡਾਕੂਮੈਂਟ ਕਹਿੰਦੇ ਹਾਂ, ਜਿਹਦੇ ਵਿੱਚ ਆਪਣਾ ਕੋਈ ਵਿਅਕਤੀ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਾ ਹੈ ਵੀ ਮੇਰੀ ਪ੍ਰਾਪਰਟੀ ਦਾ ਮਾਲਕ ਕੌਣ ਹੋਏਗਾ ਫਰਦਰ, ਉਹ ਹੋ ਗਿਆ ਉਹਦੀ ਟੈਸਟੇਟਰ, ਠੀਕ ਹੈ, ਉਹਨੂੰ ਅਸੀਂ ਟੈਸਟੇਟਰ, ਉਹਨੂੰ ਟੈਸਟਾਮੈਂਟਰੀ ਡਾਕੂਮੈਂਟ ਕਹਿੰਦੇ ਆ। ਇੱਥੇ ਬਿਲਸ ਦੀ ਗੱਲ ਆ ਜਾਂਦੀ ਹੈ, ਇਸ ਕਰਕੇ ਬਿਲਸ ਨੂੰ ਛੱਡ ਕੇ ਜਿਹੜੇ ਡਾਕੂਮੈਂਟ ਬਾਕੀ ਹੁੰਦੇ ਆ ਉਹ ਹੋ ਜਾਂਦੇ ਨੇ ਨॉन ਟੈਸਟਾਮੈਂਟਰੀ ਡਾਕੂਮੈਂਟਸ, ਮੇਬੀ ਸੇਲ ਡੀਡ, ਮੇਬੀ ਕੋਈ ਗਹਿਣੇ ਦੀ ਰਜਿਸਟਰੀ ਹੈ, ਕੋਈ ਇਦਾਂ ਦੇ ਕੋਈ ਜਿੰਨੇ ਵੀ ਹੋਰ ਸਾਰੇ ਡਾਕੂਮੈਂਟ ਮਿਸਲੇਨੀਅਸ ਆ ਜਾਂਦੇ ਨੇ ਉਹ ਸਾਰੇ ਨॉन ਟੈਸਟਾਮੈਂਟਰੀ ਡਾਕੂਮੈਂਟ ਹੁੰਦੇ। ਜਿਵੇਂ ਕਿ ਸੇਲ ਦੀ ਡੀਡ, ਜੇ ਤੁਹਾਡੇ ਕੋਲ ਕੋਈ ਕੁਐਸਚਨ ਆ ਜਾਂਦਾ ਸੇਲ ਡੀਡ ਦੇ ਸੰਬੰਧ ਵਿੱਚ, ਤਾਂ ਤੁਹਾਡਾ ਜਿਹੜਾ ਬੁੱਕ 1 ਹੈਗੀ ਹੈ ਇਹ ਡੀਲ ਕਰੇਗੀ, ਠੀਕ ਹੈ। ਬੁੱਕ 1 ਦੇ ਵਿੱਚ ਸਾਰੇ ਨॉन ਟੈਸਟਾਮੈਂਟਰੀ ਡਾਕੂਮੈਂਟ ਆਫ ਦਾ ਰਿਗਾਰਡਿੰਗ ਇਮੂਵੇਬਲ ਪ੍ਰੋਪਰਟੀ, ਅਚਲ ਜਾਇਦਾਦ ਸੰਬੰਧੀ ਸਾਰੇ ਡਾਕੂਮੈਂਟ ਨੇ ਬੁੱਕ 1 ਦੇ ਚ ਲਗਾਏ ਜਾਂਦੇ ਨੇ ਕਾਪੀ ਕਰਕੇ। ਫਿਰ ਬੁੱਕ 2 ਕੀ ਹੁੰਦੀ ਹੈ, ਇਟ ਇਜ਼ ਵੈਰੀ ਇੰਪੋਰਟੈਂਟ। ਕਿਸੇ ਕਾਰਨ ਕੋਈ ਡਾਕੂਮੈਂਟ ਪੇਸ਼ ਹੁੰਦਾ ਹੈ ਤਾਂ ਜਿਹੜਾ ਰਜਿਸਟਰਿੰਗ ਆਫਿਸਰ ਹੈਗਾ ਉਹ ਡਾਕੂਮੈਂਟ ਨੂੰ ਰਜਿਸਟਰ ਨਹੀਂ ਕਰਦਾ। ਰੀਜ਼ਨ ਮੇ ਵੀ ਕੋਈ ਵੀ ਹੋ ਸਕਦਾ ਹੈ, ਚਾਹੇ ਪਾਰਟੀ ਡਿਨਾਈ ਕਰਦੀ ਹੈ, ਚਾਹੇ ਵੱਖਰੀ ਐਗਜ਼ੀਕਿਊਟਰ ਜਿਹੜਾ ਹੈਗਾ, ਐਗਜ਼ੀਕਿਊਟੈਂਟ ਜਿਹੜਾ ਹੈਗਾ ਉਹ ਮਾਈਨਰ ਹੈ, ਚਾਹੇ ਉਹ ਆਪਣਾ ਲਿਊਨੈਟਿਕ ਹੈ, ਚਾਹੇ ਉਹ ਮੰਦਬੁੱਧੀ ਹੈਗਾ, ਠੀਕ ਹੈ ਜੀ, ਜਾਂ ਉਹ ਡਿਨਾਈ ਕਰ ਦਿੰਦਾ ਵੀ ਮੈਂ ਡਾਕੂਮੈਂਟ ਰਜਿਸਟਰ ਨਹੀਂ ਕਰਵਾਉਣਾ। ਅਜਿਹੇ ਕੇਸਾਂ ਦੇ ਵਿੱਚ ਜਾਂ ਕੋਈ ਹੋਰ ਲੀਗਲਿਟੀ ਹੈਗੀ ਹੈ, ਡਾਕੂਮੈਂਟ ਅਲੀਗਲ ਲੱਗਦਾ ਰੈਵਨਿਊ ਆਫਿਸਰ ਨੂੰ ਵੀ ਇਹ ਡਾਕੂਮੈਂਟ ਪ੍ਰੋਪਰਟੀ ਦੇ ਰਿਗਾਰਡਿੰਗ, ਠੀਕ ਹੈ, ਠੀਕ ਨਹੀਂ ਹੈਗਾ, ਤਾਂ ਰੈਵਨਿਊ ਆਫਿਸਰ ਹੈ ਆਪਦੇ ਰੀਜ਼ਨ ਦਿੰਦੇ ਹੋਏ ਸਪੈਸੀਫਿਕ ਆਰਡਰ ਪਾਸ ਕਰਕੇ ਕਿਸੇ ਵੀ ਡਾਕੂਮੈਂਟ ਨੂੰ, ਜੇ ਬੰਦਾ ਪ੍ਰੈਜ਼ੈਂਟ ਖੁਦ ਨਹੀਂ ਹੋਇਆ ਹੈਗਾ, ਆਪ ਬੰਦਾ ਪ੍ਰੈਜ਼ੈਂਟ ਨਹੀਂ ਹੋਇਆ, ਜਾਂ ਉਹਦੇ ਵੱਲੋਂ ਜਿਹੜੀ ਕੋਈ ਅਥਾਰਟੀ ਲੈਟਰ ਦਿੱਤੀ ਗਈ ਉਹ ਗਲਤ ਹੈਗੀ ਹੈ, ਠੀਕ ਹੈ, ਕੋਈ ਅਟਾਰਨੀ ਦਿੱਤੀ ਵੀ ਹੈ ਕਿਸੇ ਨੂੰ ਉਹ ਗਲਤ ਹੈਗੀ ਹੈ, ਜਿੱਥੇ ਵੀ ਮਤਲਬ ਕਿ ਰਜਿਸਟਰਿੰਗ ਆਫਿਸਰ ਦੀ ਤਸੱਲੀ ਨਹੀਂ ਹੁੰਦੀ, ਜੇਕਰ ਤਸੱਲੀ ਨਹੀਂ ਹੁੰਦੀ ਤਾਂ ਡਾਕੂਮੈਂਟ ਨੂੰ ਜੇ ਰਿਫਿਊਜ਼ ਕਰਕੇ ਵੀ ਜਿਹੜਾ ਬੁੱਕ ਨੰਬਰ 2 ਹੈਗਾ ਉਹਦੇ ਵਿੱਚ ਐਂਟਰੀ ਪਾਈ ਜਾ ਸਕਦੀ ਹੈ, ਠੀਕ ਹੈ ਜੀ। ਬੁੱਕ ਨੰਬਰ 3 ਕੀ ਹੁੰਦੀ ਹੈ, ਬਿਲਸ ਦੀ ਹੁੰਦੀ ਹੈ। ਜਿੰਨੀਆਂ ਵੀ ਬਿਲਸ ਹੁੰਦੀਆਂ ਨੇ ਜਿਹਦੀਆਂ ਅਸੀਂ ਰਜਿਸਟਰ ਕਰਦੇ ਹਾਂ, ਜਾਂ ਫਿਰ ਅਡਾਪਸ਼ਨ ਡੀਡਸ ਹੁੰਦੀਆਂ ਨੇ, ਅਡਾਪਸ਼ਨ ਡੀਡਸ ਜਿਹੜੀਆਂ ਅਸੀਂ ਰਜਿਸਟਰ ਕਰਦੇ ਹਾਂ ਉਹ ਬੁੱਕ ਨੰਬਰ 3 ਦੇ ਵਿੱਚ ਆ ਜਾਂਦੀਆਂ ਨੇ। ਯਾਨੀ ਕਿ ਬੁੱਕ ਨੰਬਰ 1 ਦੇ ਵਿੱਚ ਸੇਲ ਦੀਆਂ ਰਜਿਸਟਰੀਆਂ ਵਗੈਰਾ ਵਗੈਰਾ, ਠੀਕ ਹੈ। ਬੁੱਕ ਨੰਬਰ 2 ਦੇ ਵਿੱਚ ਰਿਫਿਊਜ਼ਲ ਦੇ ਡਾਕੂਮੈਂਟ, ਜੇ ਕਿਹੜੀ ਰਜਿਸਟਰੀ ਹੈ, ਕਿਸ ਬੰਦੇ ਵੱਲੋਂ ਕਰਾਈ ਜਾ ਰਹੀ ਸੀਗੀ, ਠੀਕ ਹੈ, ਉਹਦੀ ਕਾਪੀ ਰੱਖ ਕੇ ਵਿੱਚ ਉਹਦੇ
ठीक है, तो उसनों असीं रिफ्यूज़ल पाने आ ਤੇ ਇਸ ਰਿਫਿਊਜ਼ਲ ਦੀ ਅਗੇਂਸਟ ਫਰਦਰ ਕੋਈ ਵਿਅਕਤੀ ਜਿਹੜਾ ਹੈਗਾ ਇਸ ਆਰਡਰ ਦੀ ਕਾਪੀ ਲੈ ਕੇ ਰਜਿਸਟਰਾਰ ਦੇ ਆਫਿਸ ਜਾ ਕੇ ਇਹਦੀ ਅਪੀਲ ਵੀ ਫਾਈਲ ਕਰ ਸਕਦਾ ਹੈ। ਠੀਕ ਹੈ ਜੀ। ਫਿਰ ਕੀ ਹੈਗਾ, ਬੁੱਕ ਨੰਬਰ 3 ਦੇ ਵਿੱਚ ਬਿਲਸ ਤੇ ਅਡਾਪਸ਼ਨ ਡੀਡਸ ਆ ਜਾਂਦੀਆਂ ਨੇ। ਤੇ ਬੁੱਕ ਨੰਬਰ 4 ਹੈਗੀ ਹੈ, ਬੁੱਕ ਨੰਬਰ 4 ਦੇ ਵਿੱਚ ਮਿਸਲੇਨੀਅਸ ਡਾਕੂਮੈਂਟ ਆ ਜਾਂਦੇ ਨੇ। ਹੋਰ ਬਹੁਤ ਸਾਰੇ ਡਾਕੂਮੈਂਟ ਹੁੰਦੇ ਜਿਹੜੇ ਕਿ ਆਪਣੇ ਇਨ ਪ੍ਰੈਕਟੀਕਲ ਨਹੀਂ ਹੁੰਦੇ ਹੈਗੇ, ਵੱਡੀਆਂ ਵੱਡੀਆਂ ਜਿਹੜੇ ਹੈਗੇ ਜਸਟ ਹੁੰਦੇ ਆ ਉੱਥੇ ਡਾਕੂਮੈਂਟ ਹੁੰਦੇ ਆ ਇੱਦਾਂ ਦੇ ਜਿਹੜੇ ਬੁੱਕ ਨੰਬਰ 1 'ਚ ਵੀ ਕਵਰ ਨਹੀਂ ਹੁੰਦੇ, ਬੁੱਕ ਨੰਬਰ 2 'ਚ ਵੀ ਕਵਰ ਨਹੀਂ ਹੁੰਦੇ, ਬੁੱਕ ਨੰਬਰ 3 'ਚ ਵੀ ਕਵਰ ਨਹੀਂ ਹੁੰਦੇ। ਮਿਸਲੇਨੀਅਸ ਡਾਕੂਮੈਂਟਸ ਪਾਰਟੀਆਂ ਵਿੱਚ ਬਹੁਤ ਸਾਰੀਆਂ ਐਸੀਆਂ, ਜਿਵੇਂ ਕੋਈ ਪਾਰਟਨਰਸ਼ਿਪ ਡੀਡ ਹੈ ਰਜਿਸਟਰ ਹੋ ਗਈ, ਕੋਈ ਫਰਮ ਹੈ ਉਹ ਰਜਿਸਟਰ ਹੋ ਗਈ, ਕੋਈ ਟਰਸਟ ਡੀਡ ਬਣੀ ਹੈ ਉਹ ਰਜਿਸਟਰ ਹੋ ਗਈ। ਠੀਕ ਹੈ, ਐਸੇ ਬਹੁਤ ਸਾਰੇ ਡਾਕੂਮੈਂਟ ਹੁੰਦੇ ਆ ਜਿਹੜੇ ਕਿ ਰਜਿਸਟਰ ਕਰਕੇ ਬੁੱਕ ਨੰਬਰ 4 ਦੇ ਵਿੱਚ ਜਿਹੜੇ ਪੇਸਟ ਕੀਤੇ ਜਾਂਦੇ ਹੁੰਦੇ ਆ। ਇਹ ਹੈਗੀ ਬੁੱਕ ਨੰਬਰ 4। ਨੈਕਸਟ ਹੈਗੇ ਹੈ ਜੀ ਪਾਵਰ ਆਫ ਅਟਾਰਨੀ ਜੀ। ਪਾਵਰ ਟੌਰਨੀ, ਪਾਵਰ ਜੋ ਵੀ ਟੌਰਨੀ ਚਾਰਜ ਬੁੱਕ ਨੰਬਰ 1 'ਚ ਹੀ ਆ ਜਾਂਦੇ ਨੇ ਸਾਰੀਆਂ ਇਹ। ਵੈਸੇ ਆਮ ਪ੍ਰੈਕਟੀਕਲੀ ਬੁੱਕ ਨੰਬਰ 4 ਚ ਹੁੰਦੇ ਬੇਸ ਤੋਂ ਸਰ। ਮੇ ਵੀ ਹੋ ਸਕਦਾ ਬੁੱਕ ਨੰਬਰ 4 'ਚ ਹੁੰਦੀਆਂ ਹੁਣ, ਡਿਟੇਲ 'ਚ ਪੜ੍ਹਨਾ ਪਏਗਾ, ਮੇਰੇ ਹੁਣ ਜਵਾਨੀ ਯਾਦ ਨਹੀਂ ਹੈਗਾ। ਅਡਾਪਸ਼ਨ ਡੀਡ ਵੀ ਬੁੱਕ ਨੰਬਰ 4 ਚ ਹੁੰਦੀ ਹੈ। ਇਹਦੀਆਂ ਦੇਖੋ ਲਿਸਟਾਂ ਬਣੀਆਂ ਹੁੰਦੀਆਂ ਅੱਗੇ ਜਾ ਕੇ ਬੁੱਕ ਵਾਈਜ਼, ਵੀ ਕਿਹੜੇ ਕਿਹੜੇ ਡਾਕੂਮੈਂਟ ਆਪਾਂ ਅੱਗੇ ਜਾ ਕੇ ਪੜਾਂਗੇ ਇਸ ਨੂੰ, ਵੀ ਕਿਹੜੇ ਕਿਹੜੇ ਡਾਕੂਮੈਂਟ ਨੇ, ਕਿਹੜੇ ਕਿਹੜੇ ਕਿੱਥੇ ਕਿੱਥੇ ਲੱਗਦੇ ਆ, ਕਿਹੜੇ ਕਿਹੜੇ ਸੈਕਸ਼ਨ ਦੇ ਤਹਿਤ ਜਿਹੜੇ ਡਾਕੂਮੈਂਟ ਰਜਿਸਟਰ ਹੁੰਦੇ ਆ ਉਹ ਕਿਹੜੀ ਕਿਹੜੀ ਬੁੱਕ ਦੇ ਵਿੱਚ ਲੱਗਦੇ ਹੈਗੇ। ਠੀਕ ਹੈ, ਜਨਰਲੀ ਆਪਾਂ ਗੱਲ ਕਰਦੇ ਹਾਂ ਵੀ ਨੌਨ ਟੈਸਟਾਮੈਂਟਰੀ ਡਾਕੂਮੈਂਟਸ। ਨੌਨ ਟੈਸਟਾਮੈਂਟਰੀ ਡਾਕੂਮੈਂਟ ਕਿਹੜੇ ਹੁੰਦੇ ਨੇ, ਉਹ ਅੱਗੇ ਸੈਕਸ਼ਨ 17 ਦਿੱਤੇ ਗਏ ਨੇ, ਉਹਦੀ ਡਿਟੇਲ ਪੂਰੀ ਲਿਸਟ ਦਿੱਤੀ ਗਈ ਹੈਗੀ ਹੈ। ਠੀਕ ਹੈ, ਬੁੱਕ ਨੰਬਰ 2 ਰਿਫਿਊਜ਼ਲ ਦੀ ਗੱਲ ਕੀਤੀ ਗਈ ਹੈ, ਬੁੱਕ ਨੰਬਰ 3 'ਚ ਬਿਲਸ ਦੀ ਗੱਲ ਕੀਤੀ ਹੈ। ਸਿੰਪਲ ਜੀ ਗੱਲ ਕਰਾਂ, ਬਿਲਸ ਤੇ ਅਡਾਪਸ਼ਨ ਡੀਡ ਬੁੱਕ ਨੰਬਰ 4 'ਚ ਹੁੰਦੀ ਹੈ। ਬੁੱਕ ਨੰਬਰ 4 ਦੇ ਵਿੱਚ ਜਿਹੜੀ ਹੈ ਇਹ ਆਪਸ਼ਨਲ ਡਾਕੂਮੈਂਟ ਹੈਗੇ, ਸੌਰੀ ਮਿਸਲੇਨੀਅਸ ਡਾਕੂਮੈਂਟ ਹੈਗੇ ਆ। ਮਿਸਲੇਨੀਅਸ ਮਿਲਦੇ ਜੁਲਦੇ ਰਲਵੇਂ ਮਿਲਵੇਂ ਜਿਹੜੇ ਬੁੱਕ ਨੰਬਰ 1 ਦੇ ਵਿੱਚ ਨਹੀਂ ਹੁੰਦੇ, ਇਹ ਬੁੱਕ ਨੰਬਰ 4 'ਚ ਆ ਜਾਂਦੇ ਨੇ। ਠੀਕ ਹੈ, ਫਿਰ ਹੈਗਾ ਇਹਦਾ ਪਾਰਟ ਸਬ ਸੈਕਸ਼ਨ ਦਾ ਜਿਹੜਾ ਪਾਰਟ ਪਹਿਲਾਂ A ਪੜ੍ਹਿਆ ਸੀ ਆਪਾਂ ਨੇ, ਪਾਰਟ A ਦੇ ਵਿੱਚ ਇਹ 4 ਬੁੱਕਸ ਆ ਗਈਆਂ। ਦੈਨ ਪਾਰਟ B ਪੜਾਂਗੇ। ਪਾਰਟ B ਕੀ ਹੈਗਾ, ਪਾਰਟ B ਦੇ ਵਿੱਚ ਇਨ ਦਾ ਆਫਿਸ ਆਫ ਦਾ ਰਜਿਸਟਰਾਰ ਬੁੱਕ ਨੰਬਰ 5 ਦੀ ਗੱਲ ਕੀਤੀ ਹੈ। ਬੁੱਕ ਨੰਬਰ 5 ਕਿੱਥੇ ਹੁੰਦੀ ਹੈ, ਬੁੱਕ ਨੰਬਰ 5 ਹੁੰਦੀ ਹੈ ਸਿਰਫ ਰਜਿਸਟਰਾਰ ਦੇ ਆਫਿਸ ਦੇ ਵਿੱਚ। ਠੀਕ ਹੈ, ਇਹ ਸਬ ਰਜਿਸਟਰਾਰ ਦੇ ਜਾਂ ਰਜਿਸਟਰਿੰਗ ਸਬ ਰਜਿਸਟਰਾਰ ਜਾਂ ਜੁਆਇੰਟ ਸਬ ਰਜਿਸਟਰਾਰ ਦੇ ਆਫਿਸ 'ਚ ਬੁੱਕ ਨੰਬਰ 5 ਨਹੀਂ ਹੁੰਦੀ। ਬੁੱਕ ਨੰਬਰ 5 ਕੀ ਹੁੰਦੀ ਹੈ ਆਪਾਂ ਅੱਗੇ ਜਾ ਕੇ ਦੱਸ ਦਿਆਂਗੇ ਤੁਹਾਨੂੰ। ਠੀਕ ਹੈ, ਅੱਗੇ ਆ ਗਿਆ ਸਬ ਸੈਕਸ਼ਨ 2। ਸਬ ਸੈਕਸ਼ਨ 2 ਦੇ ਵਿੱਚ ਗੱਲ ਕੀਤੀ ਗਈ ਹੁਣ ਬੁੱਕ ਨੰਬਰ 1 ਦੀ। ਬੁੱਕ ਨੰਬਰ 1 'ਚ ਕਿਹੜੇ ਕਿਹੜੇ ਡਾਕੂਮੈਂਟ ਅਸੀਂ ਰੱਖਦੇ ਹਾਂ, ਅੰਡਰ ਸੈਕਸ਼ਨ 17, ਅੰਡਰ ਸੈਕਸ਼ਨ 18 ਤੇ ਅੰਡਰ ਸੈਕਸ਼ਨ 89। ਜਿਹੜੇ ਵੀ ਡਾਕੂਮੈਂਟ ਸੈਕਸ਼ਨ 17 ਜਾਂ ਸੈਕਸ਼ਨ 18 ਜਾਂ ਸੈਕਸ਼ਨ 89 ਦੇ ਵਿੱਚ ਰਜਿਸਟਰਡ ਕੀਤੇ ਜਾਂਦੇ ਨੇ, ਉਹ ਸਾਰੇ ਦੇ ਸਾਰੇ ਡਾਕੂਮੈਂਟ ਜਿਹੜੇ ਹੈਗੇ ਨੇ ਉਹ ਬੁੱਕ ਨੰਬਰ 1 ਦੇ ਵਿੱਚ ਜਿਹੜੀ ਉਹਦੀ ਕਾਪੀ ਹੈ ਪੇਸਟ ਕੀਤੀ ਜਾਂਦੀ ਹੈ। ਠੀਕ ਹੈ ਜੀ। ਨੈਕਸਟ ਆ ਗਿਆ ਬੁੱਕ ਨੰਬਰ 4 ਬਾਰੇ ਕੀ ਕਿਹਾ ਹੈ। ਬੁੱਕ ਨੰਬਰ 4 ਦੀ ਗੱਲ ਜਿਹੜੀ ਆਪਾਂ ਉੱਪਰ ਕਰਕੇ ਹਟੇ ਹਾਂ, ਡਾਕੂਮੈਂਟ ਰਜਿਸਟਰਡ ਅੰਡਰ ਸੈਕਸ਼ਨ 18। ਸੈਕਸ਼ਨ 18 ਦੀ ਕਲੌਜ਼ D ਤੇ F ਦਿੱਤੀ ਗਈ ਹੈ। ਦੇਖੋ ਕਲੀਅਰ ਕਰ ਦਿੱਤਾ ਇਸਨੇ ਵੀ ਬੁੱਕ ਨੰਬਰ 4 'ਚ ਅਸੀਂ ਕੀ ਰੱਖਾਂਗੇ। ਸੈਕਸ਼ਨ 18 ਪੜ੍ਹੋ, ਸੈਕਸ਼ਨ 18 ਦੀ ਜਿਹੜੀ ਕਲੌਜ਼ ਹੈਗੀ ਹੈ D ਤੇ F, D ਤੇ F ਦੇ ਵਿੱਚ ਜਿਹੜੇ ਡਾਕੂਮੈਂਟ ਨੇ ਕਵਰ ਹੁੰਦੇ ਨੇ ਹਾਂਜੀ, ਉਹ ਡਾਕੂਮੈਂਟ ਜਿਹੜੇ ਹੈਗੇ ਆ ਉਹ ਬੁੱਕ ਨੰਬਰ 4 ਦੇ ਵਿੱਚ ਰੱਖੇ ਜਾਂਦੇ ਨੇ। ਦੇਖੋ ਸੈਕਸ਼ਨ 18 ਕੀ ਕਹਿੰਦੀ ਹੈ, 18 ਦੀ D ਕੀ ਕਹਿੰਦੀ ਹੈ, ਇੰਸਟਰੂਮੈਂਟਸ ਅਦਰ ਦੈਨ ਦਾ ਬਿਲਸ ਨੂੰ ਛੱਡ ਕੇ ਵਿਚ ਪ੍ਰਪੋਰਟ ਔਰ ਆਪਰੇਟ ਟੂ ਕ੍ਰੀਏਟ ਡਿਕਲੇਅਰ ਅਸਾਈਨ ਲਿਮਿਟ, ਮਤਲਬ ਕਿ ਜਿਹੜੀ ਕਿ ਮੂਵੇਬਲ ਪ੍ਰਾਪਰਟੀ ਨਾਲ ਸੰਬੰਧਿਤ ਡਾਕੂਮੈਂਟ ਹੁੰਦੇ ਨੇ, ਚੱਲ ਜਾਇਦਾਦ ਦੇ ਨਾਲ ਸੰਬੰਧਿਤ ਡਾਕੂਮੈਂਟ ਹੁੰਦੇ ਨੇ। ਚੱਲ ਜਾਇਦਾਦ ਦਾ ਕੋਈ ਡਾਕੂਮੈਂਟ ਜੇ ਕੋਈ ਰਜਿਸਟਰ ਕਰਾਉਂਦਾ ਹੈ, ਕੋਈ ਵਿਅਕਤੀ ਚੱਲ ਜਾਇਦਾਦ ਦੇ ਸੰਬੰਧੀ ਕੋਈ ਡਾਕੂਮੈਂਟ ਰਜਿਸਟਰ ਕਰਵਾਉਂਦਾ ਤਾਂ ਉਹ ਜਿਹੜਾ ਹੈਗਾ ਉਹ ਸੈਕਸ਼ਨ 18 ਦੀ ਜਿਹੜੀ ਕਲੌਜ਼ ਹੈ D ਆਉਂਦੀ ਹੈ। ਠੀਕ ਹੈ, ਇਹ ਡਾਕੂਮੈਂਟ ਜਿਹੜੇ ਹੈਗੇ ਨੇ ਇਹ ਬੁੱਕ ਨੰਬਰ 4 'ਚ ਰੱਖੇ ਜਾਂਦੇ ਨੇ। ਫਿਰ ਦੈਨ ਕਿਹਾ ਸੀਗਾ ਕਲੌਜ਼ F। ਕਲੌਜ਼ F ਕੀ ਹੈਗਾ, ਆਲ ਅਦਰ ਡਾਕੂਮੈਂਟਸ ਨਾਟ ਰਿਕੁਆਇਰਡ ਬਾਈ ਸੈਕਸ਼ਨ 17 ਟੂ ਬੀ ਰਜਿਸਟਰਡ। ਜਿਹੜੇ ਡਾਕੂਮੈਂਟ ਸੈਕਸ਼ਨ 17 ਦੇ ਵਿੱਚ ਰਜਿਸਟਰਡ ਨਹੀਂ ਹੁੰਦੇ, ਠੀਕ ਹੈ, ਉਹ ਸਾਰੇ ਡਾਕੂਮੈਂਟ ਜਿਹੜੇ ਹੈਗੇ ਬੁੱਕ ਨੰਬਰ 4 ਦੇ ਵਿੱਚ ਆ ਜਾਂਦੇ ਨੇ। फिर ਅਸੀਂ ਕੀ पढ़ रहे हैं जी, सब सेक्शन 4 सेक्शन 51 ਦੀ सब सेक्शन 4 ਦੇ ਵਿੱਚ ਕੀ ਹੈਗਾ, वन सेट ऑफ बुक्स अमलगामेटेड रजिस्ट्रार ਦਾ ਆਫਿਸ, सब रजिस्ट्रार ਦਾ ਆਫਿਸ। देखो डिस्ट्रिक्ट पद्धर ਦੇ ਉੱਪਰ ਵੈਸੇ ਤਾਂ देखो डिस्ट्रिक्ट पद्धर ਦੇ ਉੱਪਰ ਇਸਨੇ ਅਮਲਗਾਮੇਸ਼ਨ ਦੀ ਗੱਲ ਕੀਤੀ ਹੈ,
ਡਿਸਟ੍ਰਿਕਟ ਪੱਧਰ ਦੇ ਉੱਪਰ ਜਿਹੜਾ ਆਫਿਸ ਹੈਗਾ ਰਜਿਸਟਰਾਰ ਦਾ ਤੇ ਸਬ ਰਜਿਸਟਰਾਰ ਦਾ ਇੱਕ ਹੋ ਸਕਦਾ ਹੈ। ਰਜਿਸਟਰਾਰ ਦਾ ਤੇ ਸਬ ਰਜਿਸਟਰਾਰ ਦਾ ਜਿਹੜਾ ਆਫਿਸ ਹੈ ਉਹ ਇੱਕ ਹੋ ਸਕਦਾ ਹੈ। ਹੁਣ ਇੱਥੇ ਗੱਲ ਇਹਨੇ ਕਲੀਅਰ ਕਰ ਦਿੰਦਾ ਹੈ ਵੀ ਜੇ ਕਿਤੇ ਜਿਹੜਾ ਆਫਿਸ ਹੈ ਰਜਿਸਟਰਾਰ ਦਾ ਤੇ ਸਬ ਰਜਿਸਟਰਾਰ ਦਾ ਆਫਿਸ ਅਮਲਗਾਮੇਟ ਹੋ ਚੁੱਕਿਆ ਹੋਵੇ, ਇਕੱਠਾ ਹੋ ਚੁੱਕਿਆ ਹੋਵੇ, ਠੀਕ ਹੈ, ਤਾਂ ਉੱਥੇ ਜਿਹੜੇ ਅਲੱਗ-ਅਲੱਗ ਦੋ ਸੈੱਟ ਰੱਖਣ ਦੀ ਲੋੜ ਨਹੀਂ ਹੈਗੀ ਬੁੱਕਸ ਦੇ, ਵੀ ਇੱਕ ਰਜਿਸਟਰਾਰ ਦੇ ਲਈ ਇੱਕ ਸਬ ਰਜਿਸਟਰਾਰ ਦੇ ਲਈ, ਠੀਕ ਹੈ। ਉੱਥੇ ਜਿਹੜਾ ਇੱਕ ਸੈੱਟ ਹੀ ਬੁੱਕ ਦਾ ਰੱਖਿਆ ਜਾਵੇਗਾ, ਬੁੱਕ ਨੰਬਰ 1, ਬੁੱਕ 2, 3 ਤੇ 4 ਤੇ ਬੁੱਕ ਨੰਬਰ 5, ਉਹ ਸਾਰੇ ਦੇ ਸਾਰੇ ਜਿਹੜੇ ਇੱਕ ਸੈੱਟ ਹੀ ਜਿਹੜਾ ਹੈਗਾ, ਜਿੱਥੇ ਕਿਤੇ ਸਬ ਰਜਿਸਟਰਾਰ ਦਾ ਤੇ ਰਜਿਸਟਰਾਰ ਦਾ ਆਫਿਸ ਇਕੱਠਾ ਹੋਵੇ ਉੱਥੇ ਇੱਕ ਹੀ ਸੈੱਟ ਬੁੱਕਸ ਦਾ ਰੱਖਣਾ ਜ਼ਰੂਰੀ ਹੈਗਾ ਤੇ ਦੋ ਸੈੱਟ ਰੱਖਣ ਦੀ ਕੋਈ ਲੋੜ ਨਹੀਂ ਹੈਗੀ। ਨੈਕਸਟ ਆ ਜਾਂਦੀ ਸੈਕਸ਼ਨ 52। ਸਰ ਇੱਕ ਕੁਐਸਚਨ ਆ, ਹਾਂਜੀ, ਇਹਦੇ ਵਿੱਚ ਨਾ ਜਿਹੜਾ ਪੰਜਾਬ ਰਜਿਸਟ੍ਰੇਸ਼ਨ ਮੈਨੂਅਲ ਆਪਾਂ ਐਕਟ ਪੜ੍ਹ ਰਹੇ, ਰਜਿਸਟ੍ਰੇਸ਼ਨ ਮੈਨੂਅਲ 'ਚ ਇੱਕ ਬੁੱਕ ਨੰਬਰ 6 ਦਾ ਵੀ ਜ਼ਿਕਰ ਆਉਂਦਾ ਉਹਦੇ ਵਿੱਚ, ਵੀ ਜਿਹਦੇ ਵਿੱਚ ਅਸੀਂ ਅਬਸਟਰੈਕਟ ਰੱਖਦੇ ਸਾਰੇ ਇਹਦੇ ਬਰੀਫ ਫੈਕਟਸ ਰੱਖਦੇ ਆ ਵੀ ਆਹ ਚੀਜ਼ ਆਹ ਡਾਕੂਮੈਂਟ ਫਲਾਣੇ ਲਈ ਆਹ ਚੀਜ਼ ਫਲਾਣੇ ਲਈ ਲਿਖੀ ਗਈ ਆ, ਉਹਨੂੰ ਬੁੱਕ ਨੰਬਰ 6 ਦਰਸਾਇਆ ਗਿਆ ਉਹਦੇ ਵਿੱਚ। ਦੇਖੋ ਗੱਲ ਐਸਾ ਕੁਝ ਹੈਗਾ ਇਹਦੇ ਵਿੱਚ ਆ ਸਕਦਾ ਜੇ ਕੋਈ ਐਕਟ ਕੁਐਸਚਨ ਵਗੈਰਾ ਐਕਟ ਦੇ ਵਿੱਚ ਤੁਹਾਨੂੰ ਦੇਖੋ ਇਹ ਜਿਹੜਾ ਐਕਟ ਦਾ ਨਹੀਂ ਹੈਗਾ ਸਰ, ਇਹ ਤਾਂ ਮੇਰੀ ਹਾਂਜੀ ਗੱਲ ਨਹੀਂ ਸੁਣੋ। ਹੈਗਾ ਮੈਂ ਜੀ। ਜੇ ਤੁਹਾਡਾ ਜਿਹੜਾ ਸਿਲੇਬਸ ਦੇਖਿਆ ਨਾ, ਤੁਹਾਡਾ ਸਿਲੇਬਸ ਵੀ ਦੇਖਿਆ, ਤੁਹਾਡੇ ਕੁਐਸਚਨ ਪੇਪਰ ਵੀ ਦੇਖੇ ਆ। ਤੁਹਾਡੇ ਸਿਲੇਬਸ ਦੇ ਵਿੱਚ ਕੀ ਹੈਗਾ, ਤੁਹਾਡੇ ਸਿਲੇਬਸ 'ਚ ਓਨਲੀ ਰਜਿਸਟ੍ਰੇਸ਼ਨ ਐਕਟ ਰਜਿਸਟ੍ਰੇਸ਼ਨ ਮੈਨੂਅਲ ਦਿੱਤੀ ਗਈ ਹੈ ਸਿਲੇਬਸ ਦੇ ਜੀ ਵਿੱਚ। ਸਰ। ਪਰ ਮੈਂ ਸਮਝਦਾ ਵੀ ਜਦੋਂ ਤੱਕ ਤੁਹਾਨੂੰ ਰਜਿਸਟ੍ਰੇਸ਼ਨ ਐਕਟ ਦੀ ਜਾਣਕਾਰੀ ਨਹੀਂ ਹੈਗੀ ਤੇ ਤੁਹਾਨੂੰ ਸਿਵਲ ਜਿਹੜਾ ਰਜਿਸਟ੍ਰੇਸ਼ਨ ਮੈਨੂਅਲ ਹੈ ਨਾ ਉਹ ਵੀ ਸਮਝ ਨਹੀਂ ਆਉਂਦਾ ਹੈਗਾ। ਇਸੇ ਕਰਕੇ ਕੁਐਸਚਨ ਤਾਂ ਇਹਦੇ ਵਿੱਚੋਂ ਹੀ ਆਉਂਦੇ ਸਾਰੇ ਰਜਿਸਟ੍ਰੇਸ਼ਨ ਐਕਟ 'ਚ ਵੀ ਵੈਸੇ। ਮੈਂ ਦੇਖੋ ਮੈਂ ਉਹੀ ਗੱਲ ਕਰਦਾ ਵੀ ਮੈਂ ਕੁਐਸਚਨ ਵੀ ਦੇਖੇ ਨੇ, ਮੈਂ ਤੁਹਾਡਾ ਜਿਹੜਾ ਸਿਲੇਬਸ ਵੀ ਦੇਖਿਆ ਹੈ, ਪਰ ਜਿਹੜੇ ਤੁਹਾਡੇ ਕੁਐਸਚਨ ਹੈਗੇ ਆ ਉਹ ਰਜਿਸਟ੍ਰੇਸ਼ਨ ਐਕਟ ਜ਼ਿਆਦਾ ਕਵਰ ਕਰਦਾ ਹੈ। ਪਰ ਇਸ ਕਰਕੇ ਹੁਣ ਆਪਾਂ ਮੈਂ ਇਹਨੂੰ ਐਕਟ ਨੂੰ ਛੱਡ ਵੀ ਸਕਦਾ ਸੀ ਵੀ ਤੁਹਾਡੇ ਸਿਲੇਬਸ ਤਾਂ ਹੈ ਨਹੀਂ ਗਾ ਜੀ, ਮੈਂ ਕੱਲ ਹੀ ਪੜ੍ਹਾ ਰਿਹਾ, ਠੀਕ ਹੈ। ਮੈਂ ਇਸੇ ਕਰਕੇ ਤਾਂ ਕਿ ਤੁਹਾਨੂੰ ਜਿਹੜਾ ਐਕਟ ਹੈ ਉਹ ਪ੍ਰੋਵਾਈਡਡ ਪਤਾ ਹੋਵੇ ਸਾਰਾ। ਜੇ ਐਕਟ ਹੈ, ਐਕਟ ਨੂੰ ਲਾਗੂ ਕਰਨ ਦੀ ਖਾਤਰ ਹੀ ਮੈਨੂੰ ਬਣਾਇਆ ਗਿਆ ਹੈ। ਬਹੁਤ ਸਾਰੀਆਂ ਜਿਹੜੀਆਂ ਪ੍ਰੋਵੀਜ਼ਨ ਹੁੰਦੀਆਂ ਨੇ ਜਿਹੜੀਆਂ ਐਕਟ ਦੇ ਵਿੱਚ ਪ੍ਰੋਵਾਈਡਡ ਨਹੀਂ ਹੁੰਦੀਆਂ, ਜਦੋਂ ਐਕਟ ਵਿੱਚ ਪ੍ਰੋਵਾਈਡਡ ਨਹੀਂ ਹੁੰਦੀਆਂ ਪਰ ਸਾਨੂੰ ਸਮੇਂ ਦੀ ਲੋੜ ਕਹਿੰਦੀ ਹੈ ਵੀ ਇਹ ਚੀਜ਼ ਹੋਣੀ ਚਾਹੀਦੀ ਹੈ, ਉਹ ਫਿਰ ਜਾ ਕੇ ਜਿਹੜੀ ਸਰਕਾਰ ਹੈਗੀ ਆ ਉਹ ਮੈਨੂਅਲ ਦੇ ਵਿੱਚ ਕਵਰ ਕਰ ਲੈਂਦੀ ਹੈਗੀ ਹੈ। ਪਰ ਹੁਣ ਮੈਨੂਅਲ ਪੜਾਂਗੇ ਇਸ ਤੋਂ ਬਾਅਦ, ਫਿਰ ਉਹਦੇ ਵਿੱਚ ਸਾਨੂੰ ਸਾਰਾ ਹੋਰ ਸਾਰੇ ਕਲੀਅਰ ਜੋ ਕੋਈ ਫੈਕਟਸ ਰਹਿ ਜਾਣਗੇ ਉਹ ਸਾਨੂੰ, ਜਿਵੇਂ ਬੁੱਕ ਨੰਬਰ 6 ਦੀ ਤੁਸੀਂ ਗੱਲ ਕੀਤੀ ਹੈ, ਠੀਕ ਹੈ, ਉਹ ਸਾਰਾ ਉੱਥੇ ਆਪਾਂ ਕਲੀਅਰ ਕਰ ਲਾਂਗੇ। ਐਕਟ ਵਿੱਚੋਂ ਆਉਂਦੇ ਕੁਐਸਚਨ ਤਾਂ। ਹਾਂ ਠੀਕ ਹੈ। ਹੁਣ ਆਪਾਂ ਪੜਾਂਗੇ ਸੈਕਸ਼ਨ 52 ਕੀ ਕਹਿੰਦਾ ਜੀ, ਡਿਊਟੀਜ਼ ਆਫ ਦਾ ਰਜਿਸਟਰਿੰਗ ਆਫੀਸਰ ਵੈਨ ਡਾਕੂਮੈਂਟ ਪ੍ਰੈਜ਼ੈਂਟਡ। ਜਦੋਂ ਕੋਈ ਡਾਕੂਮੈਂਟ ਪ੍ਰੈਜ਼ੈਂਟ ਹੁੰਦਾ ਹੈ ਰਜਿਸਟਰਿੰਗ ਆਫੀਸਰ ਦੇ ਕੋਲੇ ਤਾਂ ਉਹਦੀ ਕੀ ਡਿਊਟੀ ਬਣ ਜਾਂਦੀ ਹੈ, ਠੀਕ ਹੈ। ਸਬਸੈਕਸ਼ਨ 1 ਕੀ ਕਹਿੰਦਾ ਜੀ, 1 ਦੀ ਏ ਕੀ ਕਹਿੰਦਾ, ਡੇ ਆਵਰ ਪਲੇਸ ਆਫ ਪ੍ਰੈਜੈਂਟੇਸ਼ਨ। ਜਦੋਂ ਦੇਖੋ ਤੁਹਾਡੇ ਕੋਲ ਡਾਕੂਮੈਂਟ ਆਉਂਦਾ ਹੈ ਤੁਸੀਂ ਉਹਦੇ ਤੇ ਸਾਈਨ ਕਰਦੇ ਹੋ, ਮਾਰਕ ਕਰਦੇ ਹੋ ਤੇ ਡੇਟ ਵੀ ਪਾਉਂਦੇ ਹੋ, ਠੀਕ ਹੈ। ਪਰ ਇੱਥੇ ਨਾਲ ਲਾਅ ਦੇ ਵਿੱਚ ਦੱਸਿਆ ਗਿਆ ਹੈ ਵੀ ਡੇਟ ਵੀ ਪਾਣੀ ਚਾਹੀਦੀ ਹੈ, ਜਾਂ ਪ੍ਰੈਜੈਂਟੇਸ਼ਨ ਡਾਕੂਮੈਂਟ ਹੈ, ਪ੍ਰੈਜੈਂਟੇਸ਼ਨ ਦਾ ਪਲੇਸ ਤਾਂ ਪਤਾ ਹੀ ਹੈ, ਜਿਹੜਾ ਸਬ ਰਜਿਸਟਰ ਦੇ ਥੱਲੇ ਸਟੈਂਪ ਲੱਗਦੀ ਹੈ ਉਹਦਾ ਨਾਲ ਹੀ ਪਲੇਸ ਆ ਜਾਂਦਾ ਵੀ ਸਬ ਰਜਿਸਟਰ ਪਟਿਆਲਾ ਜਾਂ ਸਬ ਰਜਿਸਟਰ ਜਿੱਥੇ ਦਾ ਵੀ ਹੋ ਸਕਦਾ ਹੈ, ਉਹ ਤਾਂ ਪਲੇਸ ਦਾ ਸਟੈਂਪ ਕਵਰ ਕਰ ਜਾਂਦੀ ਹੈ। ਬਟ ਇੱਥੇ ਗੱਲ ਟਾਈਮ ਦੀ ਗੱਲ ਵੀ ਕੀਤੀ ਗਈ ਨਾਲ। ਸਮਾਂ ਜਦੋਂ ਅਸੀਂ ਰਜਿਸਟਰ ਕਰਦੇ ਹਾਂ ਤਾਂ ਸਾਡੇ ਕੰਪਿਊਟਰ ਸਿਸਟਮ ਦੇ ਵਿੱਚ ਵੀ ਜਿਹੜਾ ਸਮਾਂ ਹੈਗਾ ਉਹ ਵੀ ਨਾਲ ਆ ਜਾਂਦਾ ਹੈਗਾ, ਠੀਕ ਹੈ। ਤੇ ਫਿਰ ਹੈਗੀਆਂ ਨੇ ਡੇਟ ਦੀ ਗੱਲ ਆ ਗਈ, ਟਾਈਮ ਦੀ ਗੱਲ ਆ ਗਈ, ਪਲੇਸ ਦੀ ਗੱਲ ਵੀ ਆ ਜਾਂਦੀ, ਸਟੈਂਪ ਕਵਰ ਕਰਦੀ ਹੈ, ਠੀਕ ਹੈ। ਫਿਰ ਫੋਟੋ ਵੀ ਪਾਰਟੀ ਦੀ ਹੋਣੀ ਚਾਹੀਦੀ ਹੈ, ਠੀਕ ਹੈ। ਫੋਟੋ ਦੇ ਨਾਲ ਨਾਲ ਜਿਹੜੇ ਫਿੰਗਰਪ੍ਰਿੰਟਸ ਨੇ, ਠੀਕ ਹੈ, ਫਿੰਗਰਪ੍ਰਿੰਟਸ ਵੀ ਹੋਣੇ ਚਾਹੀਦੇ ਨੇ ਪਾਰਟੀਆਂ ਦੇ, ਤੇ ਨਾਲ ਸਿਗਨੇਚਰ ਵੀ ਪਾਰਟੀਆਂ ਦੇ ਹੋਣੇ ਚਾਹੀਦੇ ਨੇ। ਕੰਸਰਨ ਪਾਰਟੀਆਂ ਜਿਹੜੀਆਂ ਵੀ ਹੈਗੀਆਂ ਨੇ ਇਨਕਲੂਡਿੰਗ ਦ ਵਿਟਨੈਸਸ, ਉਹ ਸਾਰੀਆਂ ਪਾਰਟੀਆਂ, ਇਹ ਜਿਹੜੀ ਰਜਿਸਟਰਿੰਗ ਆਫੀਸਰ ਹੈ ਉਹਨੇ ਸਾਰਾ ਕੁਝ ਦੇਖਣਾ ਹੁੰਦਾ ਹੈ ਵੀ ਇਹ ਸਾਰਾ ਕੁਝ ਜਿਹੜਾ ਹੈਗਾ ਕਵਰ ਹੋਣਾ ਚਾਹੀਦਾ ਹੈ। ਫਿਰ ਕੀ ਹੈ, ਰਸੀਦ ਸ਼ੁੱਡ ਬੀ ਗਿਵਨ ਟੂ ਦ ਪਾਰਟੀ। ਜਦੋਂ ਤੁਸੀਂ ਰਜਿਸਟਰੀ ਕੋਈ ਡਾਕੂਮੈਂਟ ਕਰਦੇ ਆ ਤਾਂ ਉਹਦੀ ਰਜਿਸਟਰੀ ਆਪਾਂ ਤੁਸੀਂ ਦੇਖਦੇ ਹੋ ਜਿਹੜੀ ਰਸੀਦ ਹੈਗੀ ਹੈ, ਪੈਸਿਆਂ ਦੀ ਜਿਹੜੀ ਰਸੀਦ ਹੁੰਦੀ ਹੈ ਉਹ ਆਪਾਂ ਕੰਸਰਨ ਪਾਰਟੀ ਨੂੰ ਰਸੀਦ ਕੱਟ ਕੇ ਜਿਹੜਾ ਆਪਣਾ ਰਜਿਸਟ੍ਰੇਸ਼ਨ ਕਲਰਕ ਹੁੰਦਾ ਹੈਗਾ ਉਹਦੇ ਨੂੰ ਦਿੱਤੀ ਜਾਂਦੀ ਹੈ ਹਰ ਡਾਕੂਮੈਂਟ ਦੀ। ਐਵਰੀ ਡਾਕੂਮੈਂਟ ਸ਼ੁੱਡ ਬੀ ਕਾਪੀਡ ਇਨ ਦਾ ਬੁੱਕਸ। ਫਿਰ ਗੱਲ ਆ ਜਾਂਦੀ ਹੈ ਵੀ ਇਹ ਵੀ ਇਨਸ਼ੋਰ ਕਰਨਾ ਚਾਹੀਦਾ ਹੈ ਰਜਿਸਟਰਿੰਗ ਆਫੀਸਰ ਨੂੰ ਵੀ ਸਾਰੇ ਜਿੰਨੇ ਵੀ ਸਾਰੇ ਡਾਕੂਮੈਂਟ ਹੈਗੇ ਆ, ਠੀਕ ਹੈ। ਹੁਣ ਆਪਾਂ ਸਕੈਨਿੰਗ ਕਰਦੇ ਹਾਂ ਅੱਜ ਦੀ ਡੇਟ ਦੇ ਵਿੱਚ, ਜਿੰਨੇ ਡਾਕੂਮੈਂਟ ਆਉਂਦੇ ਨੇ ਹਰ ਇੱਕ ਦੀ ਸਕੈਨਿੰਗ ਹੁੰਦੀ ਆ, ਸਕੈਨਰ ਦਿੱਤੇ ਗਏ ਆ ਗਵਰਨਮੈਂਟ ਵੱਲੋਂ ਰਜਿਸਟਰਿੰਗ ਆਫੀਸਰ ਦੇ ਵਿੱਚ, ਠੀਕ ਹੈ। ਡਾਕੂਮੈਂਟ ਜਿਹੜੇ ਹੈਗੇ ਆ ਉਹ ਸਾਰੇ ਸਕੈਨ ਹੋ ਕੇ ਉਹਦੀਆਂ ਕਾਪੀਆਂ ਤਿਆਰ ਹੋ ਜਾਂਦੀਆਂ ਨੇ। ਉਹ ਜਿਹੜੀਆਂ ਕਾਪੀਆਂ ਹੁੰਦੀਆਂ ਨੇ ਫਿਰ ਉਹ ਕੰਸਰਨ ਬੁੱਕ ਦੇ ਵਿੱਚ ਜਿਹੜਾ ਸਕੈਨਿੰਗ ਡਾਕੂਮੈਂਟ ਹੈਗਾ, ਠੀਕ ਹੈ, ਉਹ ਪ੍ਰੋਪਰ ਸਿਗਨੇਚਰ ਵਗੈਰਾ ਹੋ ਕੇ ਪਾਰਟੀਆਂ ਦੇ, ਤੇ ਉਹ ਡਾਕੂਮੈਂਟ ਜਿਹੜਾ ਬੁੱਕਸ ਦੇ ਵਿੱਚ ਕੰਸਰਨ ਬੁੱਕ ਦੇ ਵਿੱਚ ਲਗਾਇਆ ਜਾਂਦਾ ਹੈ। ਦੈਨ ਹੈ ਸਬਸੈਕਸ਼ਨ 2 52 ਦਾ, ਉਹਦੇ ਵਿੱਚ ਕੀ ਹੈ, ਅਥੈਂਟੀਕੇਸ਼ਨ ਆਫ ਦਾ ਬੁੱਕਸ ਟਾਈਮ ਟੂ ਟਾਈਮ ਬਾਈ ਦਾ
ਇੰਸਪੈਕਟਰ ਜਨਰਲ। ਜਿਹੜਾ ਆਈਜੀ ਆਫਿਸ ਹੈਗਾ ਇੰਸਪੈਕਟਰ ਜਨਰਲ ਮਤਲਬ ਡਾਇਰੈਕਟਰ ਲੈਂਡਰ ਕੋਲ ਪੰਜਾਬ, ਆਪਾਂ ਆਪਣੇ ਪੰਜਾਬ ਦੀ ਗੱਲ ਕਰਦੇ ਹਾਂ। ਠੀਕ ਹੈ, ਇਹਦੇ ਜਿਹੜਾ ਸਟਾਫ ਹੈਗਾ, ਇਹਦੇ ਸਟਾਫ ਦੇ ਵੱਲੋਂ ਜਿਹੜੀਆਂ ਸਾਰੀਆਂ ਬੁੱਕਸ ਹੈਗੀਆਂ ਨੇ ਉਹ ਸਮੇਂ ਤੋਂ ਸਮੇਂ ਟਾਈਮ ਟੂ ਟਾਈਮ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ, ਅਥੈਂਟੀਕੇਸ਼ਨ ਕੀਤੀ ਜਾਂਦੀ ਹੈ, ਪੇਜ ਨੰਬਰ ਲੱਗੇ ਹੋਏ ਨੇ, ਸਰਟੀਫਿਕੇਟ ਲੱਗਿਆ ਹੋਇਆ ਅੱਗੇ ਤੇ ਫਰੰਟ ਤੇ। ਇਹ ਸਾਰਾ ਕੁਝ ਹੈ ਜਿਹੜਾ ਸਮੇਂ-ਸਮੇਂ ਤੇ ਜਿਹੜੇ ਰਜਿਸਟਰਿੰਗ ਆਫੀਸਰ ਦੇ ਜਿਹੜੇ ਸਾਈਨ ਹੁੰਦੇ ਆ ਵੀ ਉਹ ਹੋਣੇ ਚਾਹੀਦੇ ਨੇ। ਹਰ ਬੱਟਾਂ ਬਣੀਆਂ ਹੁੰਦੀਆਂ ਨੇ ਇਹਦੇ ਵਿੱਚ। ਤੁਸੀਂ ਜਦੋਂ ਕੰਮ ਕਰੋਗੇ ਪ੍ਰੈਕਟੀਕਲ ਤੌਰ ਤੇ ਤਾਂ ਤੁਹਾਨੂੰ ਪਤਾ ਲੱਗੇਗਾ ਜਦੋਂ ਵੀ ਕੋਈ ਡਾਕੂਮੈਂਟ ਪੇਸਟ ਹੁੰਦਾ ਹੈ ਕਿਸੇ ਬਹੀ ਦੇ ਵਿੱਚ, ਉਹ ਪੇਸਟ ਹੁੰਦਾ ਹੈ, ਜਿਸ ਪੇਜ ਨਾਲ ਪੇਸਟ ਹੁੰਦਾ ਹੈ ਉਹ ਪੇਜ ਦੀ ਜਿਹੜੀ ਚੜਾਈ ਹੁੰਦੀ ਹੈ, ਠੀਕ ਹੈ, ਉਹ ਚੜਾਈ ਸਿਰਫ ਜਿਹੜੀ ਤੁਹਾਡੀ ਫਾਈਲ ਬਣੀ ਹੁੰਦੀ ਹੈ, ਬੁੱਕ ਬਣੀ ਹੁੰਦੀ ਹੈ, ਉਹ 'ਚ 2-3 ਇੰਚ ਚੌੜੀ ਫਾਈਲ ਪੇਪਰ ਹੁੰਦਾ, ਉਹ 2-3 ਇੰਚ ਚੌੜਾ। ਉਸ ਪੇਪਰ ਦੇ ਨਾਲ ਹੀ ਜਿਹੜੀ ਤੁਹਾਡੀ ਰਜਿਸਟਰੀ ਪੇਸਟ ਹੋ ਜਾਂਦੀ ਹੈ। ਫਿਰ ਜਿਹੜੀ ਸਟੈਂਪ ਲੱਗਦੀ ਹੈ ਉਹਦੇ ਉੱਪਰ, ਉਹ ਸਟੈਂਪ ਜਿਹੜੀ ਆ ਅੱਧੀ ਉਸ ਪੇਜ ਤੇ ਹੁੰਦੀ ਹੈ ਜਿਹੜਾ ਫਾਈਲ ਬਣੀ ਹੁੰਦੀ ਹੈ, ਅੱਧੀ ਜਿਹੜੀ ਸਟੈਂਪ ਹੁੰਦੀ ਹੈ ਤੁਹਾਡੀ ਜਿਹੜਾ ਡਾਕੂਮੈਂਟ ਤੁਸੀਂ ਉਹਨੂੰ ਉਹਦੇ ਨਾਲ ਅਟੈਚ ਕਰਦੇ ਹੋ, ਪੇਸਟ ਕਰਦੇ ਹੋ, ਉਹਦੇ ਤੇ ਆ ਜਾਂਦੀ ਹੈ। ਫਿਰ ਤੁਹਾਡੇ ਸਾਈਨ ਵੀ ਹੁੰਦੇ ਆ ਹਰ ਡਾਕੂਮੈਂਟ ਦੇ, ਹਰ ਪੇਜ ਦੇ ਉੱਪਰ ਜਿਹੜਾ ਰਜਿਸਟਰਿੰਗ ਆਫੀਸਰ ਹੈ ਉਹਦੇ ਸਾਈਨ ਹੁੰਦੇ, ਤਾਂ ਕਿ ਜਿਹੜਾ ਡਾਕੂਮੈਂਟ ਹੈ ਬਾਅਦ ਵਿੱਚ ਕੋਈ ਇਸ ਨੂੰ ਇੱਧਰ ਉੱਧਰ ਚੇਂਜ ਨਾ ਕੀਤਾ ਜਾ ਸਕਦਾ ਹੈ। ਠੀਕ ਹੈ ਜੀ। ਤੇ ਸਮੇਂ-ਸਮੇਂ ਤੇ ਸਾਰੀਆਂ ਬੁੱਕਸ ਹੈਗੀਆਂ ਨੇ ਇਹ ਰਜਿਸਟਰਿੰਗ ਆਫੀਸਰ ਵੱਲੋਂ ਚੈੱਕ ਕੀਤੀਆਂ ਜਾਂਦੀਆਂ ਨੇ। ਸੌਰੀ, ਇੰਸਪੈਕਟਰ ਜਿਹੜਾ ਆਈਜੀ ਹੁੰਦਾ ਹੈ, ਇੰਸਪੈਕਟਰ ਜਨਰਲ ਦਾ ਜਿਹੜਾ ਸਟਾਫ ਹੈਗਾ ਉਹ ਇਹਨੂੰ ਚੈੱਕ ਕਰਦਾ ਹੈ। ਨੈਕਸਟ ਹੈ ਸੈਕਸ਼ਨ 53, ਐਂਟਰੀਜ਼ ਟੂ ਬੀ ਕੰਸੀਕਿਊਟਿਵਲੀ ਈਅਰ ਟੂ ਈਅਰ। ਜਿਹੜੀਆਂ ਐਂਟਰੀਜ਼ ਨੇ, ਰਜਿਸਟ੍ਰੇਸ਼ਨ ਨੰਬਰ ਲੱਗਦਾ ਸਾਡਾ, ਠੀਕ ਹੈ। ਰਜਿਸਟਰੀ ਜਦੋਂ ਅਸੀਂ ਨੰਬਰ ਲਾਣਾ ਕੋਈ ਡਾਕੂਮੈਂਟ ਰਜਿਸਟਰ ਕਰਦੇ ਹਾਂ, ਬੁੱਕ ਵਾਈਜ਼ ਨੰਬਰ ਲੱਗਦੇ ਨੇ ਜੀ, ਬੁੱਕ ਵਾਈਜ਼ ਨੰਬਰ ਲੱਗਦੇ ਨੇ ਤੇ ਈਅਰ ਟੂ ਈਅਰ ਇਹ ਚੇਂਜ ਹੁੰਦਾ ਹੈ। ਜਨਵਰੀ ਤੋਂ ਲੈ ਕੇ 21 ਜਨਵਰੀ ਤੋਂ ਸਟਾਰਟ ਹੋ ਕੇ 31 ਜਨਵਰੀ ਤੱਕ ਦੇ ਜਿਹੜੇ ਡਾਕੂਮੈਂਟ ਨੇ ਉਹਦਾ ਰੈਗੂਲਰ ਨੰਬਰ ਚੱਲਦਾ ਹੈ, ਕੰਸੀਕਿਊਟਿਵਲੀ ਉਹਦਾ ਰੈਗੂਲਰ ਨੰਬਰ ਚੱਲਦਾ ਹੈ। ਤੇ ਫਿਰ ਜਦੋਂ ਨਵਾਂ ਸਾਲ ਸ਼ੁਰੂ ਹੋ ਜਾਂਦਾ ਹੈ ਤੇ ਹਰ ਡਾਕੂਮੈਂਟ ਦਾ ਜਿਹੜਾ ਹਰ ਬੁੱਕ ਦਾ ਜਿਹੜਾ ਨੰਬਰ ਹੈਗਾ ਉਹ ਨਵੇਂ ਸਿਰੇ ਤੋਂ ਸਟਾਰਟ ਹੋ ਜਾਂਦਾ ਹੈ। ਨੈਕਸਟ ਹੈ ਸੈਕਸ਼ਨ 54, ਇੰਡੈਕਸਸ ਦੀ ਗੱਲ ਕੀਤੀ ਗਈ ਹੈ। ਇੰਡੈਕਸਸ, ਕਰੰਟ ਇੰਡੈਕਸਸ ਐਂਡ ਐਂਟਰੀਜ਼ ਦੇਅਰਿਨ, ਆਲ ਦਾ ਡਾਕੂਮੈਂਟਸ ਕਾਪੀਡ ਇੰਡੈਕਸਸ। ਜਿੰਨੇ ਵੀ ਡਾਕੂਮੈਂਟ ਅਸੀਂ ਰਜਿਸਟਰ ਕਰਕੇ ਅਸੀਂ ਕੰਸਰਨ ਬੁੱਕ ਦੇ ਵਿੱਚ ਲਾਉਂਦੇ ਹਾਂ, ਹਰ ਬੁੱਕ ਦਾ ਇੱਕ ਇੰਡੈਕਸ ਬਣ ਜਾਂਦਾ ਹੈ। ਹਰ ਬੁੱਕ ਦਾ ਇੱਕ ਸੈਪਰੇਟ ਇੰਡੈਕਸ ਬਣਦਾ ਹੈ। ਸੈਪਰੇਟ ਇੰਡੈਕਸ ਦਾ ਮਤਲਬ ਕਿਉਂ ਹੈ, ਕੀ ਕਾਰਨ ਹੈ ਵੀ ਤੁਸੀਂ ਜਿਸ ਨੇ ਜੇ ਕਿਤੇ ਕੋਈ ਬੁੱਕ, ਜੇ ਕੋਈ ਡਾਕੂਮੈਂਟ ਦੀ ਸਰਚ ਕਰਨੀ ਪੈ ਜਾਂਦੀ ਹੈ, ਕੋਈ ਡਾਕੂਮੈਂਟ ਦੇ ਰਿਗਾਰਡਿੰਗ ਪੂਰੀ ਬਹੀ ਫੋਲਣ ਦੀ ਲੋੜ ਨਾ ਪਵੇ, ਠੀਕ ਹੈ, ਇਸ ਕਰਕੇ ਜਿਹੜਾ ਇੰਡੈਕਸ ਹੈ ਉਹ ਬਣਾਇਆ ਜਾਂਦਾ ਹੈ। ਇੰਡੈਕਸ ਦੇ ਵਿੱਚ ਬਰੀਫ, ਹਰ ਡਾਕੂਮੈਂਟ ਦਾ ਜਿਹੜਾ ਬਰੀਫ ਵੇਰਵਾ ਹੈਗਾ ਉਸ ਇੰਡੈਕਸ ਦਿੱਤਾ ਜਾਂਦਾ ਹੈ। ਹਰ ਬੁੱਕ ਦਾ ਜਿਹੜਾ ਇੰਡੈਕਸ ਹੈ ਸੈਪਰੇਟ ਬਣਦਾ ਹੈ। ਤੇ ਜਿਵੇਂ ਜਿਵੇਂ ਕੋਈ ਡਾਕੂਮੈਂਟ ਅਸੀਂ ਪੇਸਟ ਕਰਦੇ ਹਾਂ ਬੁੱਕ ਦੇ ਵਿੱਚ, ਉਵੇਂ ਉਵੇਂ ਮੰਨ ਲਓ ਇੱਕ ਦਿਨ ਦੇ ਵਿੱਚ ਤੁਸੀਂ 10 ਡਾਕੂਮੈਂਟ ਰਜਿਸਟਰ ਕੀਤੇ, 10 ਡਾਕੂਮੈਂਟਾਂ ਦਾ ਨਾਲ ਦੀ ਨਾਲ ਜਿਹੜਾ ਇੰਡੈਕਸ ਹੈਗਾ ਉਹ ਇੰਡੈਕਸ ਵੀ ਨਾਲ ਦੀ ਨਾਲ ਭਰਿਆ ਜਾਂਦਾ ਹੈ। ਉਹਨਾਂ ਦਾ ਬਰੀਫ ਵੇਰਵਾ, ਪਾਰਟੀਆਂ ਦਾ ਨਾਮ, ਸੈਲਰ ਦਾ ਨਾਮ, ਪਰਚੇਜ਼ਰ ਦਾ ਨਾਮ, ਨੰਬਰ ਖਸਰਾ ਵਗੈਰਾ ਵਗੈਰਾ ਜੋ ਵੀ ਹੈਗਾ ਸ਼ਾਰਟ ਦੇ ਵਿੱਚ, ਠੀਕ ਹੈ, ਇੰਡੈਕਸ ਦੇ ਵਿੱਚ ਐਂਟਰੀ ਨਾਲ ਨਾਲ ਕੀਤੀ ਜਾਂਦੀ ਹੈ। ਤਾਂ ਜੀ ਇਸ ਨੂੰ ਕਰੰਟ ਕਿਹਾ ਹੈਗਾ ਵੀ ਕਰੰਟ ਇੰਡੈਕਸਸ ਐਂਡ ਐਂਟਰੀਜ਼ ਦੇਅਰਿਨ, ਆਲ ਦਾ ਡਾਕੂਮੈਂਟ ਜਿਹੜੇ ਕਾਪੀ ਕੀਤੇ ਜਾਂਦੇ ਨੇ, ਜੇ ਉਹ ਕਿਹੜੀ ਬੁੱਕ ਦੇ ਨਾਲ ਕੰਸਰਨ ਹੋਵੇ, ਹਰ ਬੁੱਕ ਦਾ ਵੱਖਰਾ ਇੰਡੈਕਸ ਬਣਦਾ ਹੈਗਾ, ਠੀਕ ਹੈ। ਤੇ ਇੰਡੈਕਸ ਦੇਖ ਕੇ ਹੀ ਜਿਹੜੀ ਹੈਗੀ ਹੈ ਕੋਈ ਵਿਅਕਤੀ, ਕਿਸ ਵਿਅਕਤੀ ਵੱਲੋਂ ਕੋਈ ਡਾਕੂਮੈਂਟ ਕਦੋਂ ਰਜਿਸਟਰ ਕਰਾਇਆ ਗਿਆ, ਉਹਦੇ ਕੋਲ ਕੋਈ ਡੇਟ ਜਾਂ ਟਾਈਮ ਹੋਵੇ ਤਾਂ ਉਹ ਇੰਡੈਕਸ ਦੇਖ ਕੇ ਜਿਹੜਾ ਸਰਚ ਹੈਗਾ ਉਹਨੂੰ ਕਰਨੀ ਸੌਖੀ ਹੋ ਜਾਂਦੀ ਹੈਗੀ। ਨੈਕਸਟ ਹੈ ਸੈਕਸ਼ਨ 55 ਕੀ ਹੈ, ਇੰਡੈਕਸਸ ਐਂਡ देयर ਕੰਟੈਂਟਸ, ਨੇਮਲੀ ਇੰਡੈਕਸ 1, ਇੰਡੈਕਸ 2, ਇੰਡੈਕਸ 3, ਜਿਵੇਂ ਕਿ ਬੁੱਕਸ 1, ਬੁੱਕ 2, ਬੁੱਕ 3 ਹੈਗੀ ਹੈ, ਠੀਕ ਹੈ। ਇਸੇ ਤਰੀਕੇ ਜਿਹੜਾ ਇੰਡੈਕਸ 1 ਹੈ ਉਹ ਬੁੱਕ ਨੰਬਰ 1 ਦਾ ਉਹਨੂੰ ਇੰਡੈਕਸ 1 ਕਿਹਾ ਜਾਂਦਾ ਹੈ। ਬੁੱਕ ਨੰਬਰ 2 ਦੇ ਇੰਡੈਕਸ ਨੂੰ ਇੰਡੈਕਸ ਨੰਬਰ 2 ਕਿਹਾ ਜਾਂਦਾ ਹੈ। ਬੁੱਕ ਨੰਬਰ 3 ਦੇ ਇੰਡੈਕਸ ਨੂੰ ਇੰਡੈਕਸ ਨੰਬਰ 3, ਇਸੇ ਤਰੀਕੇ ਬੁੱਕ ਨੰਬਰ 4 ਦਾ ਜਿਹੜਾ ਇੰਡੈਕਸ ਹੈ ਉਹਨੂੰ ਇੰਡੈਕਸ ਨੰਬਰ 4 ਕਹਿ ਦਿੰਦੇ ਹੁੰਦੇ ਆ। ਫਿਰ ਹੁਣ ਸਬ ਸੈਕਸ਼ਨ 2 ਦੇ ਇੰਡੈਕਸ 1 ਦੀ ਗੱਲ ਕੀਤੀ ਹੈ। ਇੰਡੈਕਸ 1 'ਚ ਕੀ ਦਰਜ ਕੀਤਾ ਜਾਂਦਾ ਹੈ? ਇੰਡੈਕਸ 1 ਦੇ ਵਿੱਚ ਕੀ ਹੈ, ਨੇਮ ਐਂਡ ਐਡਰੈਸਸ ਆਫ ਬੋਥ ਦਾ ਪਾਰਟੀਜ਼, ਦੋਨੋਂ ਪਾਰਟੀਆਂ ਦੇ ਨਾਮ ਤੇ ਉਹਨਾਂ ਦਾ ਪਤਾ ਵਗੈਰਾ ਸ਼ਾਰਟ ਦੇ ਵਿੱਚ, ਠੀਕ ਹੈ। ਸੈਲਰ ਦਾ, ਜੇ ਕੋਈ ਰਜਿਸਟਰੀ ਸੇਲ ਦੀ ਹੈ ਤਾਂ ਬਾਇਰ ਦਾ, ਠੀਕ ਹੈ, ਨਾਮ ਤੇ ਉਹਨਾਂ ਦਾ ਜਿਹੜਾ ਹੈਗਾ ਐਡੀਸ਼ਨਸ ਤੋਂ ਮਤਲਬ ਹੈਗਾ ਐਡਰੈਸਸ ਵਗੈਰਾ ਵਗੈਰਾ, ਜਿਸ ਤੋਂ ਆਇਡੈਂਟੀਫਾਈ ਹੋ ਸਕੇ ਵੀ ਕੌਣ ਕਿਸ ਵਿਅਕਤੀ ਦੀ ਗੱਲ ਕਰ ਰਹੇ ਹਾਂ, ਠੀਕ ਹੈ। ਇਹ ਇੰਡੈਕਸ ਨੰਬਰ 1 ਦੀ ਵੀ ਗੱਲ ਕੀਤੀ ਗਈ ਹੈ। ਫਿਰ ਇੰਡੈਕਸ ਨੰਬਰ 2 ਦੇ ਵਿੱਚ ਕੀ ਹੁੰਦਾ ਹੈ? ਇੰਡੈਕਸ ਨੰਬਰ 2 ਹੈ ਜਿਹੜਾ, ਇਹਦੇ ਵਿੱਚ ਅਸੀਂ ਰੱਖਦੇ ਹਾਂ ਮੈਪ ਤੇ ਪਲਾਨ। ਹੁਣ ਦੇਖੋ ਇੰਡੈਕਸ ਨੰਬਰ 2 ਬੁੱਕ ਨੰਬਰ 2 ਤੋਂ ਨਾਲੋਂ ਡਿਫਰੈਂਟ ਆ ਗਿਆ। ਬੁੱਕ ਨੰਬਰ 2 ਤਾਂ ਸੀਗੀ ਰਿਫਿਊਜ਼ਲ ਦੀ, ਠੀਕ ਹੈ, ਉਹਦਾ ਕੋਈ ਇੰਡੈਕਸ ਨਹੀਂ ਬਣੇਗਾ ਕਿਉਂਕਿ ਉਹਦੇ ਵਿੱਚ ਕੋਈ ਡਾਕੂਮੈਂਟ ਜਿਹੜੇ ਹੈਗੇ ਨੇ ਉਹ ਸਿਰਫ ਰਿਫਿਊਜ਼ਲ ਕੀਤੀ ਗਈ ਹੈ, ਉਹ ਡਾਕੂਮੈਂਟ ਰਜਿਸਟਰ ਨਹੀਂ ਕੀਤਾ ਗਿਆ, ਠੀਕ ਹੈ। ਇੰਡੈਕਸ ਨੰਬਰ 2 ਕੀ ਹੁੰਦਾ ਹੈ? ਇੰਡੈਕਸ ਨੰਬਰ 2 ਦੇ ਵਿੱਚ ਜਿੰਨੇ ਵੀ ਡਾਕੂਮੈਂਟ ਰਜਿਸਟਰ ਕੀਤੇ ਗਏ ਪਹਿਲਾਂ ਬੁੱਕ ਨੰਬਰ 1 'ਚ ਆ ਜਾਂਦੇ ਨੇ, ਜਿਹੜੇ ਬੁੱਕ ਨੰਬਰ 1 ਦੇ
ਡਾਕੂਮੈਂਟ ਜਿਹੜੇ ਰਜਿਸਟਰ ਕੀਤੇ ਉਹਨਾਂ ਦੇ ਜਿਹੜੇ ਨਕਸ਼ੇ ਵਗੈਰਾ ਹੈਗੇ ਆ, ਠੀਕ ਹੈ, ਤਾਂ ਕਿ ਜਿਹੜੀ ਬੁੱਕ ਨੰਬਰ 1 ਹੈ ਜਿਹੜੀ ਉਹ ਜ਼ਿਆਦਾ ਵੱਡੀ ਨਾ ਹੋ ਜਾਵੇ। ਇਸ ਕਰਕੇ ਉਹਦੇ ਕੁਝ ਡਾਕੂਮੈਂਟ ਜਿਵੇਂ ਕਿ ਨਕਸ਼ੇ ਵਗੈਰਾ, ਮੈਪ ਵਗੈਰਾ, ਠੀਕ ਹੈ, ਇਹ ਇੰਡੈਕਸ ਨੰਬਰ 2 ਦੇ ਵਿੱਚ ਲਗਾਏ ਜਾਂਦੇ ਆ। ਇੰਡੈਕਸ ਨੰਬਰ ਜਦੋਂ 2 'ਚ ਲਗਾਏ ਜਾਂਦੇ ਆ ਤਾਂ ਇਹਦਾ ਸੈਪਰੇਟ ਇੰਡੈਕਸ ਬਣ ਜਾਂਦਾ ਹੈਗਾ ਵੀ ਕਿਹੜੀ ਡਾਕੂਮੈਂਟ ਨਾਲ ਕੰਸਰਨ ਇਹ ਜਿਹੜਾ ਇੰਡੈਕਸ ਲੱਗਿਆ ਬਣ ਰਿਹਾ ਹੈਗਾ। ਉੱਥੇ ਜਦੋਂ ਇਹ ਇੰਡੈਕਸ ਬਣਾਉਂਦੇ ਆ ਤਾਂ ਉੱਥੇ ਸਾਰਾ ਵੇਰਵਾ ਦਿੱਤਾ ਜਾਂਦਾ ਹੈ ਵੀ ਕਿਸ ਡਾਕੂਮੈਂਟ ਨਾਲ ਕੰਸਰਨ ਜਿਹੜਾ ਮੈਪ ਹੈ ਜਾਂ ਨਕਸ਼ਾ ਹੈਗਾ ਲਗਾਇਆ ਗਿਆ। ਫਿਰ ਇੰਡੈਕਸ ਨੰਬਰ 3 ਦੇ ਵਿੱਚ ਕੀ ਹੈਗਾ, ਇੰਡੈਕਸ ਨੰਬਰ 3 ਦੇ ਵਿੱਚ ਆਪਾਂ ਪਾਉਂਦੇ ਹਾਂ ਵਿਲਸ ਵਗੈਰਾ ਹੁੰਦੀਆਂ ਨੇ, ਬਿਲਸ ਤੇ ਆਪਣਾ ਅਡਾਪਸ਼ਨ ਡੀਡ ਤੇ ਬਿਲਸ ਹੁੰਦੀਆਂ ਨੇ, ਉਹਦਾ ਜਿਹੜਾ ਇੰਡੈਕਸ ਬਣ ਜਾਂਦਾ ਹੈ। ਕਿਹੜੇ ਵਿਅਕਤੀ ਨੇ ਬਿਲ ਕੀਤੀ ਹੈ, ਕਿਹਦੇ ਹੱਕ 'ਚ ਕੀਤੀ ਗਈ ਹੈਗੀ ਹੈ, ਤੇ ਇਸੇ ਤਰੀਕੇ ਕਿਹੜੇ ਵਿਅਕਤੀ ਨੇ ਕੋਈ ਗੋਦਨਾਮਾ ਕਰਵਾਇਆ, ਕਿਸ ਵਿਅਕਤੀ ਦੇ ਹੱਕ 'ਚ ਗੋਦਨਾਮਾ ਕਰਵਾਇਆ ਹੈਗਾ, ਤੇ ਉਹ ਜਿਹੜਾ ਸਾਰਾ ਵੇਰਵਾ ਉਹਨਾਂ ਵਿਅਕਤੀ ਦਾ ਨਾਮ, ਦੋਨੇ ਪਾਰਟੀਆਂ ਦੇ ਨਾਮ ਵਗੈਰਾ, ਦੋਨੇ ਪਾਰਟੀਆਂ ਦੇ ਪਤੇ ਵਗੈਰਾ ਜਿਹੜੇ ਇੰਡੈਕਸ ਨੰਬਰ 3 ਤੇ ਇੰਡੈਕਸ ਨੰਬਰ 4 'ਚ ਦਿੱਤੇ ਜਾਂਦੇ ਨੇ। ਫਿਰ ਸਬਸੈਕਸ਼ਨ 2 ਹੈਗੀ ਹੈ ਇੰਡੈਕਸ ਨੰਬਰ 1। हाँ, ये गल कर चुके हैं। इंडेक्स नंबर 4 नेम बोथ द पार्टीज, बुक नंबर 4 इंडेक्स नंबर 4 नेम बोथ द पार्टीज। जो हम कुछ बुक्स जो डॉकूमेंट ने आप बुक नंबर 4 च लगाने जो मसलीनियस डॉकूमेंट होंगे ने, ठीक है, वो 4 नंबर लगाए जाते हैं, तो उन्होंने भी एक वखरा इंडेक्स बन जाता है। इंडेक्स नंबर 4 को कहा जाता है। उत्थे भी जो 2 पार्टियां होंगे ने जिस बंदे वालों क्या रहा है, दोनों पार्टियां के जो सिग्नेचर होंगे ने, सॉरी नाम वगैरह ते नाल उहदा एड्रैस वगैरह है वो भी इंडेक्स लगाए जाते हैं, ताकि कोई बुक कोई डॉकूमेंट सर्च करने लिए इंडेक्स देख के ही सर्च करता हो, पूरी जी बही होंगी है उन्होंने देखने की लोड़ ना पवे। तो फिर जो इंडेक्स है इन्हों की परफॉर्मा होएगा, ठीक है, किन्ने कॉलम होंगे इन्हों के, ये जो है सारा इंस्पैक्टर जनरल वालों समय समय पर जो परफॉर्मे होंगे वो दिते जाते हैं इंस्पैक्टर IG वालों। नेक्स्ट है सेक्शन 56। जो है डिलीट हो चुका है जो सैक्शन है। अगे आ गया सैक्शन 57, रजिस्टरिंग ऑफिसर्स टू अलाउ इंस्पैक्शन ऑफ सर्टन बुक्स एंड इंडेक्सेस एंड टू गिव द सर्टिफिकेट कॉपीज ऑफ द एंट्रीज। ਹੁਣ ਕੋਈ ਵੀ ਵਿਅਕਤੀ ਕੋਈ ਡਾਕੂਮੈਂਟ ਦੀ ਕੋਈ ਕਾਪੀ ਲੈਣੀ ਚਾਹੁੰਦਾ ਹੈ ਜਾਂ ਇੰਸਪੈਕਟ ਕਰਨਾ ਚਾਹੁੰਦਾ ਹੈ। ਕਈ ਵਾਰੀ ਇਹ ਹੁੰਦਾ ਡਾਕੂਮੈਂਟ ਦਾ ਉਹਨੂੰ ਪਤਾ ਨਹੀਂ ਹੁੰਦਾ ਵੀ ਡਾਕੂਮੈਂਟ ਕਿਹੜੇ ਨੰਬਰ ਤੇ ਰਜਿਸਟਰ ਹੋਇਆ ਹੋਇਆ ਹੈ, ਠੀਕ ਹੈ, ਤਾਂ ਅਜਿਹੇ ਕਿਸਾਂ ਚਾਲਾ ਸਰਚ ਕਰਨੀ ਚਾਹੁੰਦਾ ਹੁੰਦਾ ਹੈ, ਇੰਸਪੈਕਟ ਕਰਨੀ ਚਾਹੁੰਦਾ ਹੁੰਦਾ ਹੈ, ਠੀਕ ਹੈ। ਜੇ ਉਹਨੂੰ ਪਤਾ ਹੈਗਾ ਤਾਂ ਉਹ ਅਪਲਾਈ ਕਰੇਗਾ ਡਾਕੂਮੈਂਟ ਦੀ ਕਾਪੀ ਜਿਹੜੀ ਹੈਗੀ ਹੈ ਤਾਂ ਉਹ ਕਾਪੀ ਲੈ ਸਕਦਾ ਹੈ। ਜੇ ਸਰਚ ਕਰਨੀ ਚਾਹੇ ਤਾਂ ਇਕੱਲੀ ਸਰਚ ਵੀ ਕਰ ਸਕਦਾ ਹੈ। ਤਾਂ ਜਿਹੜੀ ਇਹਦੇ ਵਿੱਚ ਕਿਹਾ ਹੈਗਾ ਜਿਹੜੀ ਬੁੱਕ ਨੰਬਰ 1 ਤੇ 2 ਹੈਗੀ ਹੈ, बुक नंबर 1 ਦੇ ਵਿੱਚ नॉन टेस्टामेंटरी ਡਾਕੂਮੈਂਟ ਆਏ ਨੇ, ਸੀਲ ਡੀਡ ਵਗੈਰਾ, ਠੀਕ ਹੈ। ਬੁੱਕ ਨੰਬਰ 2 ਚ ਕੀ ਆਉਂਦਾ ਹੈ, ਰਿਫਿਊਜ਼ਲ ਡਾਕੂਮੈਂਟ ਆ ਜਾਂਦੇ ਨੇ। ਇਹਨਾਂ ਦੋਹੇ ਡਾਕੂਮੈਂਟ ਜਿਹੜੇ ਹੈਗੇ, ਦੋਹੇ ਜਿਹੜੀਆਂ ਇੰਡੈਕਸਸ ਹੈਗੇ ਨੇ, ਇਹ ਬੁੱਕਸ ਹੈਗੀਆਂ ਨੇ, ਦੈਟ ਇਜ਼ ਆਰ ਓਪਨ ਫਾਰ ਦਾ ਪਬਲਿਕ। ਕੋਈ ਵੀ ਵਿਅਕਤੀ, ਠੀਕ ਹੈ, ਇਹ ਬੁੱਕ ਨੰਬਰ 1 ਤੇ ਬੁੱਕ ਨੰਬਰ 2 ਨੂੰ ਕਿਸੇ ਵੀ ਸਮੇਂ ਆਪਣੀ ਅਰਜ਼ੀ ਦੇ ਕੇ ਰਿਕੁਆਇਰਡ ਫੀਸ ਜਮ੍ਹਾਂ ਕਰਵਾ ਕੇ, ਠੀਕ ਹੈ, ਇੰਸਪੈਕਟ ਵੀ ਕਰ ਸਕਦਾ ਹੈ ਤੇ ਇਹਨਾਂ ਦੀ ਜਿਹੜੀ ਹੈਗੀ ਹੈ ਕਾਪੀ ਵੀ ਲੈ ਸਕਦਾ ਹੈ, ठीक है, अंडर द रूल्स अंडर द लॉ। जो कॉपिंग द लॉ हैगा वो लॉ ਨੂੰ ਅਡਾਪਟ ਕਰਦੇ ਹੋਏ ਤੇ ਇਹਦੀ ਕਾਪੀ ਵੀ ਲੈ ਸਕਦਾ ਹੈ ਤੇ ਲॉ ਨੂੰ ਅਡਾਪਟ ਕਰਦੇ ਹੋਏ ਤੇ ਇਹਦੀ ਜਿਹੜੀ ਇੰਸਪੈਕਸ਼ਨ ਹੈ ਉਹ ਵੀ ਕਰ ਸਕਦਾ ਹੈ। ਬੁੱਕ ਨੰਬਰ 1 ਤੇ ਬੁੱਕ ਨੰਬਰ 2 ਦੀ ਗੱਲ ਕਰ ਰਹੇ ਹਾਂ ਅਸੀਂ। ਸਰ ਰਜਿਸਟ੍ਰੇਸ਼ਨ ਦੇ ਵਿੱਚ ਕਿਆ FCR ਆਫਿਸ ਜਿਹੜਾ ਹੈਗਾ ਇੰਸਪੈਕਟ ਕਰ ਸਕਦੇ ਇੰਸਪੈਕਸ਼ਨ? यार ये FCR ਦਾ ਪੂਰਾ ਕੰਟਰੋਲਿੰਗ ਆਫਿਸਰ ਹੈ। FCR ਜੋ ਮਰਜ਼ੀ ਕਰ ਸਕਦੇ हैं, ठीक है, ਪੂਰੇ ਪੰਜਾਬ ਨੂੰ ਕੰਟਰੋਲ ਕਰਦੇ ਹਾਂ ਅਸੀਂ। ਕੁਐਸਚਨ ठीक है ना सर? सर ये इंडेक्स की इंस्पेक्शन करूंगा जी वो, जब वही चेक करूं बुक नंबर है जी, इन्हें लिखा सर बुक नंबर 1 एंड 2 इंडेक्स रिलेटिंग बुक नंबर भी इंडेक्स की इंस्पेक्शन देवांगे ਉਹਨੂੰ ਰਿਕਾਰਡ ਕਰਨ ਲਈ ਜਾਂ ਬੁੱਕੇ ਦੇ ਦਾਂਗੇ ਸਰ? ਵਹੀ बुक भी देख सकता है, इंडेक्स भी देख सकता है। कल इंडेक्स ਨੂੰ देख के की लेने वाले ने, जे कल इंडेक्स ਤਾਂ सिर्फ फॉर द पर्पस ऑफ फैसिलिटी है भी कोई बुक ਜਿਹੜਾ इंडेक्स कोई डॉकूमेंट है किन्ने नंबर ते लगे हुए हैगा, ठीक है। इंस्पैक्शन तो उन्हें एक्चुअली तो इंस्पैक्शन उन्हें डॉकूमेंट दी करनी है ना जी। डॉकूमेंट दी इंस्पैक्शन करने लिए इंडेक्स देखने की लोड़ हैगी भी ताकि उन्हें जल्दी सौखे
ਜਲਦੀ ਮਿਲ ਜਾਵੇ ਡਾਕੂਮੈਂਟ ਕਿੰਨੇ ਨੰਬਰ ਤੇ ਹੈਗਾ। ਇਹਦੇ ਨਾਲ ਬੈਟਰ ਹੈ। ਇਸ ਤੋਂ ਮਤਲਬ ਕਿ ਉਹ 1 ਤੋਂ ਲੈ ਕੇ 100 ਤੱਕ ਲੱਭਦਾ ਫਿਰੇ, ਇੰਡੈਕਸ ਤਾਂ ਦੇਖਣ ਦੀ ਤਾਂ ਜ਼ਰੂਰਤ ਪੈਂਦੀ ਹੈ, ਤਾਂ ਅੱਗੇ ਵਾਲਾ ਨੂੰ ਸੌਖਾ ਮਿਲ ਜਾਂਦਾ ਹੈਗਾ। ਬੁੱਕ ਨੰਬਰ 1 ਦੀ ਤੇ ਬੁੱਕ ਨੰਬਰ 2 ਦੀ ਇਨਕਲੂਡਿੰਗ ਇੰਡੈਕਸਸ, ਤੇ ਉਹ ਕਿਸੇ ਵੀ ਕੋਈ ਵੀ ਵਿਅਕਤੀ ਜਿਹੜਾ ਹੈਗਾ ਇੰਸਪੈਕਸ਼ਨ ਵੀ ਕਰ ਸਕਦਾ ਹੈ ਤੇ ਉਹਦੀ ਆਪਣੀ ਅੰਡਰ ਦਾ ਲਾਅ ਕੰਸਰਨਡ ਜਿਹੜੀ ਫੀਸ ਬਣਦੀ ਹੈ ਉਹ ਫੀਸ ਭਰ ਕੇ ਉਹਦੀ ਕਾਪੀ ਵੀ ਲੈ ਸਕਦਾ ਹੈਗਾ। ਠੀਕ ਹੈ, ਇਹ ਤਾਂ ਹੈਗੀ ਬੁੱਕ ਨੰਬਰ 1 ਤੇ 2 ਦੀ ਗੱਲ ਕਰਦੇ ਹਾਂ। ਫਿਰ ਆ ਗਿਆ ਬੁੱਕ ਨੰਬਰ 3। ਬੁੱਕ ਨੰਬਰ 3 ਕੀ ਹੈ? ਬੁੱਕ ਨੰਬਰ 3 ਆਪਾਂ ਦੇਖਿਆ ਸੀ, ਪੜ੍ਹ ਕੇ ਹਟਿਆ, that relates to the wills and adoption deeds। ठीक है, copies of the entries in book number 3, person executing the documents। ਜਿਹੜੇ ਵਿਅਕਤੀ ਨੇ, ਹੁਣ ਬਿੱਲ ਦੀ ਗੱਲ ਕਰਦੇ ਆ, ਦੇਖੋ ਤੁਸੀਂ ਜਾ ਕੇ ਕੰਮ ਵੀ ਕਰਨਾ ਸਾਰਿਆਂ ਨੇ ਐਜ਼ ਏ ਰਜਿਸਟਰਿੰਗ ਆਫੀਸਰ। ਜਿਹੜੀ ਬਿੱਲ ਹੈਗੀ ਹੈ, ਬਿੱਲ ਦੀ ਜਿਹੜੀ ਇੰਸਪੈਕਸ਼ਨ ਹੈ ਜਾਂ ਕਾਪੀ ਲੈਣੀ ਹੈ, ਉਹ ਵਿਅਕਤੀ ਜਦੋਂ ਤੱਕ ਉਹ ਜਿੰਦਾ ਹੈਗਾ ਤਾਂ ਉਹਦੀ ਥਾਂ ਤੇ ਹੋਰ ਕੋਈ ਨਹੀਂ ਜਾ ਸਕਦਾ, ਜਾਂ ਉਹਦਾ ਕੋਈ ਜਿਹਨੂੰ ਉਹ ਅਥੋਰਾਈਜ਼ ਕਰੇ ਜਾਂ ਤਾਂ ਉਹ ਦੇਖ ਸਕਦਾ ਹੈ, ਜਾਂ ਉਹ ਵਿਅਕਤੀ ਜਿਹਨੇ ਟੈਸਟੇਜ ਕੀਤੀ ਹੋਵੇ, ਜਿਹਨੇ ਬਿੱਲ ਕੀਤੀ ਹੋਵੇ, ਠੀਕ ਹੈ, ਜਾਂ ਉਹ ਵਿਅਕਤੀ ਜਾ ਕੇ ਦੇਖ ਸਕਦਾ ਹੈਗਾ, ਇੰਸਪੈਕਟ ਕਰ ਸਕਦਾ ਹੈ ਜਾਂ ਉਹਦੀ ਕਾਪੀ ਲੈ ਸਕਦਾ ਹੈ। ਪਰ ਜੇ ਉਹਦਾ ਕੋਈ ਡੈਥ ਹੋ ਜਾਂਦੀ ਹੈ ਤਾਂ ਡੈਥ ਤੋਂ ਬਾਅਦ ਆਫਟਰ ਦਾ ਡੈਥ ਆਫ ਦਾ ਐਗਜ਼ੀਕਿਊਟੈਂਟਸ ਐਨੀ ਪਰਸਨ ਅਪਲਾਈਂਗ ਫਾਰ ਸੱਚ ਕਾਪੀਜ਼। ਦੇਖੋ ਕਈ ਜਗ੍ਹਾ ਤੇ ਪਤਾ ਕੀ ਹੈ, ਕੋਈ ਗਲਤ ਧਾਰਨਾ ਹੁੰਦੀ ਹੈ, ਆਪਾਂ ਕੀ ਕਹਿੰਦੇ ਹਾਂ, ਨਹੀਂ ਜੀ ਬਿੱਲ ਦੀ ਕਾਪੀ ਤਾਂ ਸਿਰਫ ਉਹੀ ਬੰਦਾ ਲੈ ਸਕਦਾ ਜਿਸਨੇ ਕੀਤੀ ਵੀ ਹੁੰਦੀ ਹੈ। ਜਿਸਨੇ ਕੀਤੀ ਵੀ ਹੁੰਦੀ ਉਹ ਤਾਂ ਆਪਾਂ ਜਿੰਦੇ ਜੀ ਲੈ ਸਕਦਾ, ਠੀਕ ਹੈ, ਹੋਰ ਕੋਈ ਵਿਅਕਤੀ ਨਹੀਂ ਲੈ ਸਕਦਾ। ਪਰ ਜਦੋਂ ਉਹ ਮਰ ਜਾਂਦਾ ਹੈ ਤਾਂ ਇੱਥੇ ਲਾਅ ਕਹਿੰਦਾ ਓਪਨ ਹੈ। ਹੁਣ ਕਈ ਥਾਂ ਤੇ ਅਸੀਂ ਦੇਖਿਆ ਹੈਗਾ ਵੀ ਕਈ ਵਿਅਕਤੀ ਜਿਹੜੇ ਹੈਗੇ ਨੇ ਸਾਡੇ ਆਫਿਸ ਦੇ ਵਿੱਚ, ਉਹ ਮਤਲਬ ਕਿ ਕਈ ਮੈਂ ਸੁਣਿਆ ਕਹਿੰਦੇ ਨੂੰ ਵੀ ਨਹੀਂ ਜੀ ਉਹਦਾ ਕੰਸਰਨ ਪਰਸਨ ਹੀ ਉਹਦਾ ਕੋਈ ਵਾਰਸੀ ਅੱਗੇ ਕਾਪੀ ਲੈ ਸਕਦਾ ਹੈ, ਪਰ ਨਹੀਂ, ਠੀਕ ਹੈ, ਇੱਥੇ ਆਫਟਰ ਡੈਥ ਕੋਈ ਵੀ ਵਿਅਕਤੀ ਜਿਹੜਾ ਹੈਗਾ ਉਹਦੀ ਜਿਹੜੀ ਕਾਪੀ ਲੈ ਸਕਦਾ ਹੈਗਾ। ਐਨੀ ਪਰਸਨ ਅਪਲਾਈਂਗ ਫਾਰ ਸੱਚ ਕਾਪੀਜ਼ ਬਟ ਨਾਟ ਬਿਫੋਰ ਦਾ ਡੈਥ। ਡੈਥ ਤੋਂ ਪਹਿਲਾਂ ਨਹੀਂ, ਡੈਥ ਤੋਂ ਬਾਅਦ ਕੋਈ ਵੀ ਲੈ ਸਕਦਾ ਹੈ, ਪਰ ਡੈਥ ਤੋਂ ਪਹਿਲਾਂ ਜੇ ਉਹ ਬੰਦਾ ਜਿੰਦਾ ਹੈ ਤਾਂ ਉਹ ਖੁਦ ਲੈ ਸਕਦਾ, ਹੋਰ ਨਹੀਂ ਕੋਈ ਲੈ ਸਕਦਾ। ਅੱਗੇ ਕੀ ਬੁੱਕ 4 ਦੀ ਗੱਲ ਕਰਦੇ ਹਾਂ। ਇੰਡੈਕਸਸ ਰਿਲੇਟਿੰਗ ਟੂ ਦੇਅਰ ਟੂ ਸ਼ੈਲ ਬੀ ਗਿਵਨ ਟੂ ਐਨੀ ਪਰਸਨ ਐਗਜ਼ੀਕਿਊਟਿੰਗ ਔਰ ਕਲੇਮਿੰਗ ਅੰਡਰ ਦਾ ਡਾਕੂਮੈਂਟਸ। ਬੁੱਕ ਨੰਬਰ 4 ਦੇ ਵਿੱਚ ਉਹ ਵਿਅਕਤੀ ਜਿਨ੍ਹਾਂ ਨੇ ਇਹ ਡਾਕੂਮੈਂਟ ਐਗਜ਼ੀਕਿਊਟ ਕੀਤਾ ਸੀ ਜਾਂ ਜਿਨ੍ਹਾਂ ਦੇ ਹੱਕ ਦੇ ਵਿੱਚ ਐਗਜ਼ੀਕਿਊਟ ਹੋਇਆ ਸੀਗਾ, ਮਤਲਬ ਪਾਰਟੀਆਂ ਕੰਸਰਨ ਪਾਰਟੀ ਦੀ ਗੱਲ ਕੀਤੀ ਗਈ ਹੈ, ਵਿਚ ਦਾ ਐਂਟਰੀਜ਼ ਰਿਸਪੈਕਟਿੰਗ ਐਰਫਰ ਔਰ ਹਿਜ਼ ਏਜੈਂਟਸ ਔਰ ਰਿਪਰੈਜ਼ੈਂਟੇਟਿਵ, ਮਤਲਬ ਕਿ ਕੋਈ ਹੋਰ ਵਿਅਕਤੀ ਦੀ ਗੱਲ ਨਹੀਂ ਕੀਤੀ ਗਈ, ਜਾਂ ਵਿਅਕਤੀ ਉਹ ਕੰਸਰਨ ਪਾਰਟੀਆਂ ਮਤਲਬ ਕਿ ਡਾਕੂਮੈਂਟ ਦੀ ਕਾਪੀ ਲੈ ਸਕਦੀਆਂ ਨੇ, ਜਿਹੜਾ ਡਾਕੂਮੈਂਟ ਬੁੱਕ ਨੰਬਰ 4 ਦੇ ਵਿੱਚ ਇਸ਼ੂ ਕਰਕੇ ਲਗਾਇਆ ਜਾਂਦਾ ਹੈਗਾ, ਉਹਦੀ ਕੰਸਰਨ ਪਾਰਟੀਆਂ ਜਾਂ ਉਹਨਾਂ ਵੱਲੋਂ ਅਥੋਰਾਈਜ਼ਡ ਏਜੰਟ ਹੀ ਕਾਪੀ ਲੈ ਸਕਦਾ ਹੈ, ਇੰਸਪੈਕਟ ਕਰ ਸਕਦਾ। ਫਿਰ ਆ ਗਿਆ ਜੀ ਸਬਸੈਕਸ਼ਨ 4 ਸੈਕਸ਼ਨ 57 ਦਾ। ਇਹਦੇ ਵਿੱਚ ਕੀ ਹੈਗਾ? ਰਿਕੁਇਜ਼ਿਟ ਸਰਚ। ਜੇ ਬੁੱਕ ਨੰਬਰ 3 ਤੇ 4 ਦੀ ਕੋਈ ਸਰਚ ਕਰਨੀ ਹੈ, ਦੇਖੋ ਨੰਬਰ ਸਬਸੈਕਸ਼ਨ 3 ਚ ਕਿਹਾ ਸੀ ਕਾਪੀ ਲੈ ਸਕਦੀ ਹੈ ਕੰਸਰਨ ਪਾਰਟੀਆਂ ਜਾਂ ਉਹਨਾਂ ਦਾ ਕੋਈ ਏਜੰਟ ਲੈ ਸਕਦਾ ਹੈ। ਬੁੱਕ ਨੰਬਰ 4 ਦੀ ਜੇ ਕੋਈ ਸਰਚ ਕਰਨੀ ਹੈ, ਬੁੱਕ ਨੰਬਰ 3 ਦੀ ਕੋਈ ਸਰਚ ਕਰਨੀ ਹੈ, ਬੁੱਕ ਨੰਬਰ 3 ਦੀ ਸਰਚ ਕਿਹੜੀ ਸੀਗੀ? ਵਿਲਸ ਦੀ ਸੀਗੀ, ਠੀਕ ਹੈ। ਬੁੱਕ ਨੰਬਰ 4 ਹੈਗੀ ਹੈ ਜਿਹੜੇ ਮਿਸਲੇਨੀਅਸ ਡਾਕੂਮੈਂਟ ਹੈਗੇ ਆ। ਜੇ ਇਹਦੀ ਸਰਚ ਦੀ ਗੱਲ ਕੀਤੀ ਹੈ, ਇੱਥੇ ਪਬਲਿਕ ਨੂੰ ਸਰਚ ਕਰਨ ਲਈ ਨਹੀਂ ਕਿਹਾ ਗਿਆ, ਇੱਥੇ ਕਿਹਾ ਗਿਆ ਵੀ ਦ ਰਿਕੁਇਜ਼ਿਟ ਸਰਚ ਐਂਟਰੀਜ਼ ਇਨ ਬੁੱਕ ਨੰਬਰ 3 and 4 ਸ਼ੈਲ ਬੀ ਮੇਡ ਓਨਲੀ ਬਾਈ ਦਾ ਰਜਿਸਟਰਿੰਗ ਆਫੀਸਰ। ਰਜਿਸਟਰਿੰਗ ਆਫੀਸਰ ਮਤਲਬ ਕਿ ਰਜਿਸਟਰਿੰਗ ਆਫੀਸਰ ਦਾ ਜਿਹੜਾ ਸਟਾਫ ਹੈਗਾ ਸਿਰਫ ਉਹੀ ਜਿਹੜੀ ਸਰਚ ਕਰ ਸਕਦਾ ਹੈਗਾ। ਕਾਪੀ ਜਿਹੜੀ ਹੈਗੀ ਹੈ ਉਹ ਕੰਸਰਨ ਪਾਰਟੀਆਂ ਜਿਹੜੀਆਂ ਅਥੋਰਾਈਜ਼ਡ ਪਾਰਟੀਆਂ ਹੈਗੀਆਂ ਨੇ, ਜਿਵੇਂ ਆਪਾਂ ਲੌਜ ਗੱਲ ਕੀਤੀ ਹੈ ਵੀ ਜੇ ਬਿੱਲ ਵਾਲਾ ਵਿਅਕਤੀ ਜਿਹਨੇ ਬਿੱਲ ਕੀਤੀ ਹੈ ਉਹ ਕਾਪੀ ਲੈ ਸਕਦਾ, ਉਹਦੀ ਮਰਨ ਤੋਂ ਬਾਅਦ ਕੋਈ ਵੀ ਲੈ ਸਕਦਾ ਹੈ, ਠੀਕ ਹੈ। ਬੁੱਕ ਨੰਬਰ 4 ਵਾਲੀਆਂ ਪਾਰਟੀਆਂ ਜਿਹੜੀਆਂ ਕੰਸਰਨ ਪਾਰਟੀਆਂ ਨੇ ਉਹੀ ਕਾਪੀ ਲੈ ਸਕਦੀਆਂ ਨੇ। ਜਿਹੜੀ ਸਰਚ ਦੀ ਗੱਲ ਕੀਤੀ ਹੈ ਬੁੱਕ ਨੰਬਰ 3 ਤੇ 4 ਦੀ ਪਾਰਟੀਆਂ ਨੂੰ ਸਰਚ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ, ਬੁੱਕ ਨੰਬਰ 3 ਤੇ 4 ਦੀ ਕਾਪੀਆਂ ਬੁੱਕਸ ਨੂੰ। ਨੈਕਸਟ ਆ ਗਿਆ ਜੀ ਸਬਸੈਕਸ਼ਨ 5, ਜਿੰਨੀਆਂ ਵੀ ਕਾਪੀਜ਼ ਰਜਿਸਟਰਿੰਗ ਆਫਿਸਰ ਵੱਲੋਂ ਦਿੱਤੀਆਂ ਜਾਣਗੀਆਂ, ਠੀਕ ਹੈ, ਉਹ ਉੱਪਰੋਂ ਪਤਾ ਹੀ ਹੈ ਸਾਰਿਆਂ ਨੂੰ, ਸਟੈਂਪ ਲੱਗੇਗੀ, ਸਾਈਨ ਹੋਣਗੇ, ਦਸਤਖਤ ਹੋਣਗੇ, ਠੀਕ ਹੈ ਜੀ, ਡੇਟ ਪਏਗੀ, ਤੇ ਇਹ ਜਿਹੜੇ ਡਾਕੂਮੈਂਟ ਹੁੰਦੇ ਨੇ ਇਹ ਕੋਰਟ ਦੇ ਵਿੱਚ ਐਜ਼ ਏ ਐਵੀਡੈਂਸ ਪ੍ਰੂਵ ਹੁੰਦੇ ਆ, ਤੇ ਉਹਦੇ ਡਾਕੂਮੈਂਟ ਨੂੰ ਪ੍ਰੂਵ ਕਰਨ ਦੀ ਖਾਤਰ ਜਿਹੜੀ ਆਫਿਸ ਕਾਪੀ ਵੀ ਜਿਹੜੀ ਹੈਗੀ ਆਪਾਂ ਦੇਖਦੇ ਹਾਂ ਜਿਹੜੀ ਹੈ ਉਹ ਪੇਸ਼ ਕੀਤੀ ਜਾ ਸਕਦੀ ਪਾਰਟੀ ਵੱਲੋਂ, ਜਾਂ ਫਿਰ ਕੋਰਟਾਂ ਆਪਣੇ ਡਾਕੂਮੈਂਟ ਜਿਹੜੀ ਵਹੀ ਹੁੰਦੀ ਹੈ ਉਹਨੂੰ ਵੀ ਮੰਗਾ ਕੇ ਦੇ ਸਕਦੀਆਂ ਹੁੰਦੀਆਂ ਨੇ। ਅਦਰਵਾਈਜ਼ ਅਸੀਂ ਅਟੈਸਟਡ ਕਾਪੀ ਜਿਹੜੀ ਹੈਗੀ ਹੈ ਉਹ ਦੇ ਸਕਦੇ ਹਾਂ। ਅਟੈਸਟਡ ਕਾਪੀ ਜਿਹੜੀ ਹੈਗੀ ਹੈ ਆਪਦੇ ਡਾਕੂਮੈਂਟ ਨੂੰ ਪ੍ਰੂਵ ਕਰਨ ਦੀ ਖਾਤਰ ਕੰਸਰਨ ਪਾਰਟੀ ਕੋਰਟ ਦੇ ਵਿੱਚ ਆ ਕੇ ਸਬਮਿਟ ਕਰ ਸਕਦੀ ਹੈ। ਨੈਕਸਟ ਹੈਗਾ ਸੀਗਾ ਸੈਕਸ਼ਨ 58 ਪਾਰਟੀਕੂਲਰਸ ਟੂ ਬੀ ਇੰਡੋਸਡ on the document admitted to the registration।
ਜਦੋਂ ਕੋਈ ਰਜਿਸਟਰੀ ਆਪਣੇ ਕੋਲ ਕੋਈ ਡਾਕੂਮੈਂਟ ਰਜਿਸਟਰ ਕਰਨ ਦੀ ਖਾਤਰ ਆਪਣੇ ਆਫਿਸ ਦੇ ਵਿੱਚ ਪੇਸ਼ ਹੁੰਦਾ ਹੈ, ਠੀਕ ਹੈ, ਤਾਂ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਤੁਸੀਂ ਪ੍ਰੈਕਟੀਕਲ ਰੋਜ਼ ਹੀ ਦੇਖਦੇ ਹੋ, ਰਜਿਸਟਰੀਆਂ ਰੋਜ਼ ਦੇਖਦੇ ਹੋ, ਇੰਤਕਾਲ ਜੋ ਰੋਜ਼ ਕਰਦੇ ਹੋ, ਤਾਂ ਰਜਿਸਟਰੀਆਂ ਦੇ ਪਿਛਲੇ ਪਾਸੇ ਕੀ ਲੱਗਿਆ ਹੁੰਦਾ ਹੈ? ਰਜਿਸਟਰੀਆਂ ਦੇ ਪਿਛਲੇ ਪਾਸੇ ਇੰਡੋਰਸਮੈਂਟਸ ਲੱਗੀਆਂ ਹੁੰਦੀਆਂ ਨੇ, ਠੀਕ ਹੈ। ਆਮ ਤੌਰ ਤੇ ਜਿਹੜਾ ਫਸਟ ਪੇਜ ਹੈ, ਫਸਟ ਪੇਜ ਦੇ ਬੈਕ ਤੇ ਲੱਗਿਆ ਹੁੰਦਾ ਜ਼ਿਆਦਾਤਰ, 95% ਤਾਂ ਇਹੀ ਹੁੰਦਾ ਵੀ ਜਿਹੜਾ ਫਸਟ ਪੇਜ ਹੈ, ਫਸਟ ਪੇਜ ਦੇ ਬੈਕ ਤੇ ਇੰਡੋਰਸਮੈਂਟ ਲੱਗੀਆਂ ਹੁੰਦੀਆਂ ਨੇ। ਇੰਡੋਰਸਮੈਂਟਸ ਕੀ ਹੁੰਦੀਆਂ ਨੇ? ਵੀ ਇਹ ਡਾਕੂਮੈਂਟ ਹੈ, ਠੀਕ ਹੈ, ਕਿਹਨੇ ਕਿਹਨੇ ਪੇਸ਼ ਕੀਤਾ, ਉਹਨਾਂ ਵਿਅਕਤੀਆਂ ਦੇ ਸਾਈਨ, ਪਾਰਟੀਕੂਲਰ ਸਿਗਨੇਚਰ, ਬੋਥ ਆਫ ਪਾਰਟੀਜ਼, ਕਿਹੜੇ ਕਿਹੜੇ ਵਿਟਨੈਸ ਸੀਗੇ, ਠੀਕ ਹੈ, ਉਹਨਾਂ ਦੇ ਦਸਤਖਤ, ਤੇ ਹੁਣ ਤਾਂ ਫੋਟੋਗ੍ਰਾਫ ਵੀ ਹੁੰਦੀ ਹੈ। ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇੰਡੋਰਸਮੈਂਟ ਹੈ, ਐਗਜ਼ੀਕਿਊਟਿਵ ਦੇ ਸਾਈਨ ਹੁੰਦੇ ਨੇ, ਉਹਦਾ ਨਾਮ ਪਤਾ ਵੀ ਲਿਖਿਆ ਜਾਂਦਾ ਵਿੱਚ, ਠੀਕ ਹੈ, ਵਿਟਨੈਸ ਦੇ ਸਾਈਨ ਹੁੰਦੇ ਨੇ, ਤੇ ਫਿਰ ਨਾਲ ਇਹਦੇ ਵਿੱਚ ਹੀ ਇੰਡੋਰਸਮੈਂਟ ਦੇ ਵਿੱਚ ਹੀ ਕੰਸੀਡਰੇਸ਼ਨ ਅਮਾਊਂਟ ਵੀ ਹੁੰਦੀ ਹੈ, ਵੀ ਕਿੰਨੀ ਅਮਾਊਂਟ ਦਾ ਇਹ ਡਾਕੂਮੈਂਟ ਹੈਗਾ, ਠੀਕ ਹੈ, ਉੱਪਰਲੇ ਪਾਸੇ ਟੌਪ ਤੇ ਲਿਖੀ ਹੋਈ ਹੁੰਦੀ ਹੈ ਅਮਾਊਂਟ, ਕਲੈਕਟ ਰੇਟ ਵੀ ਲਿਖਿਆ ਹੋਇਆ ਹੁੰਦਾ ਹੈ, ਠੀਕ ਹੈ ਜੀ। ਤੇ ਜੇ ਕੋਈ ਆਰਟ ਮੇਡ ਇਨ ਦ ਪ੍ਰੈਸੈਂਸ, ਕਿਹੜੇ ਕਿਹੜੇ ਵਿਅਕਤੀਆਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਡਾਕੂਮੈਂਟ ਹੈ ਰਜਿਸਟਰ ਕੀਤਾ ਗਿਆ, ਜੇ ਕੋਈ ਵਿਅਕਤੀ ਰਿਫਿਊਜ਼ ਕਰ ਦਿੰਦਾ ਹੈ ਤਾਂ ਉਹਦੀ ਵੀ ਇੰਡੋਰਸਮੈਂਟ ਲੱਗਦੀ ਹੈ, ਠੀਕ ਹੈ, ਉਹਦੀ ਇੰਡੋਰਸਮੈਂਟ ਲੱਗ ਕੇ ਉਹਦੇ ਤੇ ਵੀ ਲਿਖਿਆ ਜਾਂਦਾ ਵੀ ਰਿਫਿਊਜ਼ਲ ਪਾ ਕੇ ਵੀ ਕਿਹੜੇ ਕਿਹੜੇ ਵਿਅਕਤੀ ਸੀ, ਕਿਹੜਾ ਵਿਅਕਤੀ ਸੀ, ਕਿਹਦੀ ਕਿਹਦੀ ਹਾਜ਼ਰੀ 'ਚ ਉਸਨੇ ਇਹ ਡਾਕੂਮੈਂਟ ਐਗਜ਼ੀਕਿਊਟ ਕਰਨ ਤੋਂ, ਰਜਿਸਟਰ ਕਰਨ ਤੋਂ ਰਿਫਿਊਜ਼ ਕੀਤਾ ਹੈ, ਠੀਕ ਹੈ, ਉਹਦੀ ਐਗਜ਼ੀਕਿਊਸ਼ਨ ਦੀ ਜਿਹੜੀ ਇੰਡੋਰਸਮੈਂਟ ਲਗਾ ਕੇ ਜਿਹੜਾ ਸਟੈਂਪ ਹੈਗਾ ਰੈਵਨਿਊ ਆਫਿਸਰ ਵੱਲੋਂ, ਰਜਿਸਟਰਿੰਗ ਆਫਿਸਰ ਵੱਲੋਂ ਸਟੈਂਪ ਲਗਾਈ ਜਾਂਦੀ ਹੈ, ਡੇਟ ਪਾਈ ਜਾਂਦੀ ਹੈ। ਇਫ ਰਿਫਿਊਜ਼ਲਸ ਟੂ ਇੰਡੋਰਸ, ਫਿਰ ਡਾਕੂਮੈਂਟ ਜਿਹੜਾ ਹੈਗਾ ਰਜਿਸਟਰ ਨਹੀਂ ਕੀਤਾ ਜਾਂਦਾ, ਬੁੱਕ ਨੰਬਰ 2 ਦੇ ਵਿੱਚ ਉਹਦੀ ਕਾਪੀ ਲਗਾ ਦਿੱਤੀ ਜਾਂਦੀ ਹੈ, ਠੀਕ ਹੈ। ਫਿਰ ਹੈਗਾ ਸੈਕਸ਼ਨ 59, ਇੰਡੋਰਸਮੈਂਟ ਟੂ ਬੀ ਡੇਟਡ ਸਾਈਨਡ ਰਜਿਸਟਰਿੰਗ ਆਫਿਸਰਸ, ਜਿਹਨੇ ਵੀ ਇੰਡੋਰਸਮੈਂਟਾਂ ਹੁੰਦੀਆਂ ਨੇ, ਆਪਾਂ ਦੇਖਦੇ ਹਾਂ ਵੀ ਹਰ ਇੰਡੋਰਸਮੈਂਟ ਦੇ ਥੱਲੇ ਇੱਕ ਸਟੈਂਪ ਲੱਗੀ ਹੁੰਦੀ ਹੈ, ਸਬ ਰਜਿਸਟਰਾਰ ਦੇ ਆਫਿਸ ਦੀ ਸਟੈਂਪ ਲੱਗੀ ਹੁੰਦੀ ਹੈ, ਉਹਦੇ ਤੇ ਤੁਹਾਡੇ ਜਿਹੜੇ 5 ਸਾਈਨ ਹੁੰਦੇ ਆ। ਹਰ ਜਿਹੜਾ ਆਫਿਸਰ ਹੈਗਾ, ਰਜਿਸਟਰਿੰਗ ਆਫਿਸਰ ਹੈ, ਉਹ ਜਿੰਨੀਆਂ ਵੀ ਇੰਡੋਰਸਮੈਂਟ ਆਉਂਦੀਆਂ ਉਹਦੇ ਲਗਭਗ 5 ਸਾਈਨ ਜਿਹੜੇ ਹੈਗੇ ਰਜਿਸਟਰਿੰਗ ਆਫਿਸਰ ਵੱਲੋਂ ਕੀਤੇ ਜਾਂਦੇ ਨੇ। ਤੇ ਫਿਰ ਨਾਲ ਹੀ ਸੈਕਸ਼ਨ 60 'ਚ ਹੈਗਾ ਸਰਟੀਫਿਕੇਟ ਲੱਗਦਾ ਹੈ, ਉਹ ਤੁਸੀਂ ਰੋਜ਼ ਹੀ ਦੇਖਦੇ ਹੋ, ਜਿਹਨੂੰ ਆਪਾਂ ਵਸੀਕਾ ਨੰਬਰ ਕਹਿ ਦਿੰਦੇ ਹਾਂ, ਠੀਕ ਹੈ, ਵਸੀਕਾ ਨੰਬਰ ਦਾ ਉਹਨੂੰ ਸਰਟੀਫਿਕੇਟ ਕਹਿੰਦੇ, ਉੱਪਰ ਸਰਟੀਫਿਕੇਟ ਲਿਖਿਆ ਹੁੰਦਾ ਹੈ, ਫਿਰ ਥੱਲੇ ਵਸੀਕਾ ਨੰਬਰ, ਸੋ ਐਂਡ ਸੋ ਡੇਟ ਨੰਬਰ, ਬਹੀ ਨੰਬਰ, ਇਸ ਬਹੀ 'ਚ ਇਹ ਜਿਹੜਾ ਵਸੀਕਾ ਹੈਗਾ ਪੇਸ਼ ਕੀਤਾ ਗਿਆ ਹੈ, ਠੀਕ ਹੈ ਜੀ। ਤੇ ਫਿਰ ਥੱਲੇ ਜਿਹੜੀ ਸਟੈਂਪ ਲੱਗ ਕੇ ਤੁਹਾਡੇ ਜਿਹੜੇ ਹੈਗੇ ਰਜਿਸਟਰਾਰ, ਸਬ ਰਜਿਸਟਰਾਰ ਦੇ, ਰਜਿਸਟਰਿੰਗ ਆਫਿਸਰ ਦੇ ਜਿਹੜੇ ਸਾਈਨ ਹੁੰਦੇ ਆ, ਉਹ ਸਾਈਨ ਕੀਤੇ ਜਾਂਦੇ ਹੈਗੇ ਆ। Such certificate shall be signed, sealed, dated, registering officer, duly registered, ਜਿਹੜੇ ਆਫਿਸਰ ਵੱਲੋਂ ਰਜਿਸਟਰ ਕੀਤਾ ਜਾਂਦਾ ਹੈ, ਉਹਦੇ ਸਾਈਨ, ਸਟੈਂਪ ਵਗੈਰਾ, ਸਾਰੀ ਡੇਟ ਵਗੈਰਾ ਪਾਈ ਜਾਂਦੀ ਹੈ। ਇੰਡੋਰਸਮੈਂਟਸ ਐਂਡ ਸਰਟੀਫਿਕੇਟਸ ਟੂ ਬੀ ਕਾਪੀਡ ਐਂਡ ਡਾਕੂਮੈਂਟ ਰਿਟਰਨਡ, ਫਿਰ ਇਹ ਜਿਹੜੀਆਂ ਇੰਡੋਰਸਮੈਂਟ ਹੁੰਦੀਆਂ ਨੇ ਸਾਰੀਆਂ, ਇਹ ਸਾਰੀਆਂ ਇੰਡੋਰਸਮੈਂਟ ਇਸੇ ਤਰੀਕੇ ਨਾਲ ਜਿਹੜੀ ਡਾਕੂਮੈਂਟ, ਜਿਹੜੀ ਕਾਪੀ ਅਸੀਂ ਬੁੱਕ ਦੇ ਵਿੱਚ ਪੇਸਟ ਕਰਦੇ ਹਾਂ, ਸੇਮ ਪ੍ਰੋਸੀਜਰ ਉਹਦੇ ਵੀ ਫੋਲੋ ਕੀਤਾ ਜਾਂਦਾ ਹੈ, ਉਹਦੇ ਤੇ ਵੀ ਇੰਨੀ ਇੰਡੋਰਸਮੈਂਟਸ ਲੱਗੀਆਂ ਹੁੰਦੀਆਂ ਨੇ, ਪਾਰਟੀਆਂ ਦੇ ਸਾਈਨ ਹੁੰਦੇ ਨੇ, ਦੋਨੋਂ ਪਾਰਟੀਆਂ ਦੇ ਵਿੱਚ ਗਵਾਹਾਂ ਦੇ ਸਾਈਨ ਹੁੰਦੇ ਨੇ, ਠੀਕ ਹੈ ਜੀ। ਉਹਦੇ ਤੇ ਵੀ ਸਰਟੀਫਿਕੇਟ ਨੰਬਰ ਲੱਗਦਾ ਹੈ, ਤੇ ਮਤਲਬ ਇਹਦੀ ਸੇਮ ਕਾਪੀ ਹੁੰਦੀ ਹੈ ਜੋ ਅਸਲ ਡਾਕੂਮੈਂਟ ਹੈ, ਜਿਹੜਾ ਪਾਰਟੀ ਨੂੰ ਅਸੀਂ ਦਿੰਦੇ ਹਾਂ, ਇੰਡੋਰਸਮੈਂਟਾਂ ਲਗਾ ਕੇ ਜਿਹੜੀ ਆਫਿਸ ਕਾਪੀ ਹੁੰਦੀ ਹੈ ਉਹ ਅਸੀਂ ਰੱਖ ਕੇ, ਜਿਹੜੀ ਅਸਲੀ ਕਾਪੀ ਹੁੰਦੀ ਹੈ ਉਹ ਆਪਾਂ ਦੇਖ ਰਹੇ ਹਾਂ ਤੇ ਪਾਰਟੀਆਂ ਨੂੰ ਦਿੱਤੀ ਜਾਂਦੀ ਹੈਗੀ ਹੈ। ਤੇ ਜਿਹੜਾ ਅੱਜ ਦਾ ਲੈਕਚਰ ਜੀ ਅਸੀਂ ਆਪਾਂ ਇੱਥੇ ਖਤਮ ਕਰਾਂਗੇ। ਹੈਲੋ ਸਰ। ਹਾਂਜੀ 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 ਸਰ, ਇਹਨਾਂ ਤੁਹਾਡੀ ਕੋਲ ਰਜਿਸਟਰੀ ਸੀਗੀ ਆਪਣੇ, ਉਹ ਮਤਲਬ 11.5 ਕਰੋੜ ਰਕਬਾ ਸੀ ਦੇਣਾ ਉਹਨੇ, ਦੇਤਾ ਉਹਨੇ ਆਪਣੇ 9.5 ਕਰੋੜ, ਪਰ 1.5 ਦਾ ਰਕਬਾ ਜਿਹੜਾ ਘੱਟ ਦਿੱਤਾ। ਹੈਲੋ। ਹਾਂਜੀ ਹਾਂਜੀ ਤੇ ਉਹ ਰਜਿਸਟਰੀ ਹੋ ਗਈ, ਸਟਾਂਪ ਵੀ ਲੱਗ ਗਿਆ ਜੀ, ਤੇ ਹੁਣ ਇੰਤਕਾਲ ਨਹੀਂ ਚੜਦਾ, 1.5 ਦਾ ਇੰਤਕਾਲ ਘੱਟ ਚੜਦਾ, ਉਹਦਾ ਕੀ ਹੱਲ ਆ? ਮੈਂ ਸਮਝਿਆ ਨਹੀਂ ਤੁਹਾਡੀ ਗੱਲ, ਕੀ ਕਹਿਣਾ ਚਾਹੁੰਦੇ ਹੋ? ਸਰ ਆਪਣੇ ਨਾ ਰਜਿਸਟਰੀ ਰਕਬਾ ਸੀਗਾ 9.5 ਕਰੋੜ, ਹਾਂਜੀ 1.5 ਕਰੋੜ ਰਜਿਸਟਰੀ ਜਿਹੜੀ ਵੱਧ ਹੋ ਗਈ ਆਪਣੇ, ਤੇ ਉਹ ਹੁਣ ਰਜਿਸਟਰੀ ਵੀ ਹੋ ਗਈ ਆ ਤੇ ਪੈਸੇ ਵੀ ਲੈ ਲਏ ਆਪਣੇ, ਜਿਹਨੇ ਜਿਹੜਾ ਵੇਚੀ ਉਹਨੇ ਪੈਸੇ ਵੀ ਲੈ ਲਏ, ਰਜਿਸਟਰੀ ਹੋ ਗਈ, ਹੁਣ ਇੰਤਕਾਲ ਉਹ ਘੱਟ ਚੜਦਾ ਤੇ ਉਹ ਪੈਸੇ ਵੀ ਨਹੀਂ ਦੇ ਰਿਹਾ। ਦੇਖੋ ਜਿਹੜੀ ਰਜਿਸਟਰੀ ਹੈ, ਹੁਣ ਪਾਰਟੀ ਜੇ ਰਜਿਸਟਰੀ ਨੂੰ ਕੈਂਸਲ ਕਰਾਂਦੀ ਹੈ ਤਾਂ ਵੀ ਉਹਦਾ ਨੁਕਸਾਨ ਹੈ। ਅੱਛਾ ਜੀ। ਠੀਕ ਹੈ। ਹਾਂਜੀ। ਪਾਰਟੀ ਜੇ ਰਜਿਸਟਰੀ ਨੂੰ ਕੈਂਸਲ ਕਰਾਂਦੀ ਹੈ ਤਾਂ ਵੀ ਉਹਦਾ ਨੁਕਸਾਨ ਹੈ। ਹਾਂਜੀ। ਪਾਰਟੀ ਐਫੀਡੇਵਿਟ ਦੇ ਕੇ ਵੀ ਹਾਂ ਮੇਰਾ ਘੱਟ ਰਕਬੇ ਦੀ ਰਜਿਸਟਰੀ ਇੰਤਕਾਲ ਕੀਤਾ ਜਾਵੇ, ਪਾਰਟੀ ਘੱਟ ਰਕਬੇ ਦਾ ਇੰਤਕਾਲ ਕਰਵਾ ਸਕਦੀ ਹੈ, ਜਿੰਨਾ ਮਾਲਕ ਉਹਦਾ ਮਾਲਕੀ ਉਹਦੀ ਹੈਗੀ ਹੈ। ਬਾਕੀ ਜਿਹੜੀ ਪੈਸੇ ਦੀ ਲੈਣ ਦੀ ਖਾਤਰ ਉਹ ਵੱਖਰੇ ਤੌਰ ਤੇ ਜਿਹੜਾ ਇਕਨੋਮਿਕ ਵਿੰਗ ਹੈਗਾ
ਉੱਥੇ ਆਪਣੀ ਐਪਲੀਕੇਸ਼ਨ ਦੇ ਸਕਦੀ ਹੈ। ਹਾਂ, ਅੱਛਾ ਜੀ। ਠੀਕ ਹੈ, ਬਾਕੀ ਪੈਸੇ ਦੀ ਹਾਂਜੀ। ਰਿਕਵਰੀ ਖਾਸਕਰ ਬਾਕੀ ਪੈਸੇ ਦੀ ਰਿਕਵਰੀ ਲਈ ਉਹ ਵੱਖਰਾ ਸੂਟ ਫਾਈਲ ਕਰ ਸਕਦੀ ਹੈ, ਠੀਕ ਹੈ, ਠੀਕ ਪਰ ਆਪਣੇ ਰੈਵਨਿਊ ਅਥਾਰਟੀ ਕੋਲੇ ਕੋਈ ਉਹ ਨਹੀਂ ਹੈਗਾ ਇਹਦੇ ਵਿੱਚ। ਠੀਕ ਆ, ਠੀਕ ਹੈ ਜੀ। ਪ੍ਰੋਵੀਜ਼ਨ ਨਹੀਂ ਹੈਗੀ ਵੀ ਅਸੀਂ ਆਪਾਂ ਉਹਨੂੰ ਉਹਦੀ ਪੂਰੀ ਤੱਕ ਦੇਖੋ ਕਰ ਹੀ ਨਹੀਂ ਸਕਦੇ, ਕਿਉਂਕਿ ਰਕਬੀ ਉਹਦਾ ਮਾਲਕੀ ਨੂੰ ਉਹਦੀ ਉਨੀ ਹੈਗੀ ਹੈ, ਜਿੰਨੀ ਮਾਲਕੀ ਸੀ ਉਨੀ ਰਜਿਸਟਰੀ ਹੋਊਗੀ, ਜ਼ਿਆਦਾ ਰਜਿਸਟਰੀ ਹੋਊਗੀ, ਹਾਂਜੀ। ਮਾਲਕੀ ਨਾਲੋਂ ਵੱਧ ਰਜਿਸਟਰੀ ਹੋਊਗੀ। ਠੀਕ ਹੈ, ਜਿੰਨੀ ਮਾਲਕੀ ਹੈ ਉਹਦਾ ਇੰਤਕਾਲ ਤਾਂ ਆਪਾਂ ਕਰ ਹੀ ਸਕਦੇ ਹਾਂ। ਹਾਂਜੀ, ਉਹਨੇ ਵੱਧ ਕਰਤੀ, ਮਾਲਕੀ ਘੱਟ ਸੀ, ਰਿਸ਼ਤੀ ਵੱਧ ਕਰ ਦੇਖਣਾ ਪੈਣਾ। ਜਿੰਨੀ ਮਾਲਕੀ ਹੈ ਉਹਨਾਂ ਹਾਂਜੀ ਹਾਂਜੀ, ਨਹੀਂ ਪਰ ਸਰ ਉਹ ਪੈਸੇ ਵੀ ਨਹੀਂ ਦੇ ਰਿਹਾ ਨਾ, ਜਿਹੜੇ ਪੈਸੇ ਵੱਧ ਲੱਗੇ ਪੈਸੇ ਵੀ ਨਹੀਂ ਦੇ ਰਿਹਾ ਤੇ ਜਗ੍ਹਾ ਤਾਂ ਘੱਟ ਗਈ। ਹਾਂਜੀ ਉਹ ਵੱਖਰਾ ਇਸ਼ੂ ਆ ਗਿਆ। ਦੈਟ ਇਜ਼ ਅੱਛਾ। ਰਿਕਵਰੀ ਇਸ਼ੂ। ਹਾਂਜੀ, ਦੈਟ ਇਜ਼ ਰਿਕਵਰੀ ਆਫ ਦਾ ਰਿਕਵਰੀ ਜਿਹੜੀ ਹੈਗੀ ਆ, ਉਸਨੂੰ ਵੱਖਰੀ ਤੌਰ ਤੇ ਜਿਹੜਾ ਹੈਗਾ ਉਹ ਸੂਟ ਫਾਈਲ ਹਾਂਜੀ। ਕਰਨਾ ਪਏਗਾ। ਉਹ ਸੂਟ ਫਾਈਲ ਕਰਨਾ ਅੱਛਾ। ਸਿਵਲ ਕੋਰਟ ਦੇ ਵਿੱਚ, ਜਾਂ ਫਿਰ ਉਹ ਇਕਨੋਮਿਕ ਠੀਕ ਹੈ। ਵਿੰਗ 'ਚ ਜਾ ਸਕਦਾ ਹੈਗਾ, ਪੁਲਿਸ 'ਚ ਜਾ ਸਕਦਾ ਹੈ ਵੀ ਮੈਨੂੰ ਅੱਛਾ। ਇੰਨੀ ਰਿਸ਼ਤੀ ਮੈਨੂੰ ਕਰਾਈ ਹੈ ਇਸਨੇ। ਠੀਕ ਹੈ, ਤੇ ਇਹ ਮਾਲਕੀ ਦੀ ਓਨਰਸ਼ਿਪ ਘੱਟ ਸੀਗੀ, ਜਿਹੜਾ ਇਕਨੋਮਿਕ ਹਾਂਜੀ। ਵਿੰਗ ਹੈਗਾ ਪੁਲਿਸ ਦਾ, ਜਾਂ ਉੱਥੇ ਐਪਲੀਕੇਸ਼ਨ ਦੇ ਸਕਦਾ ਹੈ। ਹਾਂਜੀ, ਠੀਕ ਹੈ, ਇਕਨੋਮਿਕ ਵਿੰਗ ਦੇ ਵਿੱਚ ਐਪਲੀਕੇਸ਼ਨ ਦੇ ਸਕਦਾ, ਪੁਲਿਸ ਦੇ ਵਿੱਚ ਦੇ ਸਕਦਾ ਹੈ, ਜਾਂ ਫਿਰ ਸਿਵਲ ਕੋਰਟ ਦੇ ਵਿੱਚ ਜਿਹੜੀ ਹੈਗੀ ਉਹਨੀ ਅਮਾਉਂਟ ਦੀ ਰਿਕਵਰੀ ਵਾਸਤੇ ਦਾਅਵਾ ਦਾਇਰ ਕੀਤਾ ਜਾ ਸਕਦਾ ਹੈ। ਠੀਕ ਹੈ ਸਰ, ਓਕੇ ਸਰ। Okay. ठीक है जी, क्लास इज ओवर। थैंक यू वेरी मच। ਓਕੇ ਸਰ।